ਨਵਕਿਰਨ ਸਿੰਘ ਪੱਤੀ ਨੇ ਦੇਸ਼ ਪੰਜਾਬ ਦੇ ਝਰੋਖੇ 'ਚੋਂ ਕੁਛ ਖਬਰਾਂ ਤੁਹਾਨੂੰ ਸੁਣਾਈਆਂ ਨੇ ਤੇ ਉਸ ਦੇ ਬਾਰੇ ਕਿਸੇ ਖਬਰ ਦੇ ਬਾਰੇ ਤੁਸੀਂ ਚੁਣ ਚਰਚਾ ਕਰਨੀ ਹੋਵੇ ਤਾਂ ਕਰ ਸਕਦੇ ਹੋ। ਤੇ ਅਗਲੇ ਹਿੱਸੇ ਦੇ ਵਿੱਚ 9:10 ਤੇ ਸਰਦਾਰ ਸਿੰਘ ਬਰਾੜ ਯੂਕਰੇਨ ਦੀ ਜਿਹੜੀ ਜੰਗ ਹੈ ਇਹਦੀ ਪਿੱਠ ਭੂਮੀ ਕੀ ਹੈ, ਕਿਉਂ ਹੱਲਾ ਬੋਲਿਆ, ਇਸ ਨੂੰ ਕਿਵੇਂ ਵੇਖਦੇ ਆ, ਆਉਣ ਵਾਲੀ ਜਿਹੜੀ ਸਫਬੰਦੀ ਜਿਹੜੀ ਹੋਣੀ ਆ ਦੇਸ਼ਾਂ ਦੀ ਕਿਹੜੀ ਹੋਣੀ ਆ, ਕੀ ਇਹਦੇ ਵਿੱਚ ਸੁਨੇਹਾ ਦੇ ਕੇ ਅਮਰੀਕਾ ਨੇ ਰੂਸ ਨੂੰ ਸੁਨੇਹਾ ਦੇ ਕੇ ਚੀਨ ਦਾ ਤਾਇਵਾਨ 'ਤੇ ਹੋਣ ਵਾਲਾ ਹਮਲਾ ਰੋਕ ਲਿਆ, ਚੀਨ ਦੀ ਕੀ ਭੂਮਿਕਾ, ਚੀਨ ਦਾ ਵਿਦੇਸ਼ ਮੰਤਰੀ ਭਾਰਤ ਦੇ ਦੌਰੇ 'ਤੇ ਗਿਆ, ਇਹ ਸਾਰੀਆਂ ਚੀਜ਼ਾਂ ਨੂੰ ਦੇ ਬਾਰੇ ਗੱਲਬਾਤ ਆਪਾਂ ਕਰਾਂਗੇ। ਅਤੇ ਉਸ ਤੋਂ ਬਾਅਦ 10 ਤੋਂ 11 ਵਜੇ ਤੱਕ ਗੱਲਬਾਤ ਹੋਏਗੀ ਗੁਰੂ ਰਾਮਦਾਸ ਸਾਹਿਬ ਦੇ ਨਾਂ 'ਤੇ ਬਣੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅੰਮ੍ਰਿਤਸਰ ਸਾਹਿਬ 'ਤੇ ਕੈਨੇਡਾ ਤੋਂ ਫਲਾਈਟਸ ਜਿਹੜੀਆਂ ਨੇ ਉਹ ਕਿਉਂ ਨਹੀਂ ਜਾਂਦੀਆਂ, ਏਅਰ ਕੈਨੇਡਾ ਕਿਉਂ ਨਹੀਂ ਜਾਂਦੀ, ਰੇੜਕਾ ਕੀ ਹੈ। ਰਾਈਟ ਆਫ ਇਨਫੋਰਮੇਸ਼ਨ ਦੇ ਤਹਿਤ ਇਹ ਖਬਰ ਜਾਣਕਾਰੀ ਸਾਹਮਣੇ ਆਈ ਹੈ। ਇਹਦੇ 'ਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਤੋਂ ਸਰਦਾਰ ਸਮੀਪ ਸਿੰਘ ਗਮਟਾਲਾ, ਅਨੰਤਵੀਰ ਸਿੰਘ, ਮੋਹਿਤ ਤੰਜੂ ਅਤੇ ਸਾਰੇ ਰਲ ਕੇ ਅਸੀਂ ਗੱਲਬਾਤ ਕਰਾਂਗੇ, ਤੁਹਾਨੂੰ ਦੱਸਾਂਗੇ ਐਗਜ਼ੈਕਟਲੀ ਕੀ ਹੈ। ਸਰਦਾਰ ਚਰਨ ਸਿੰਘ ਔਲਖ ਜੀ, ਲਾਈਨ ਨੰਬਰ 1। ਹੈਲੋ ਜੀ, ਸਰਦਾਰ ਹਰਜੀਤ ਸਿੰਘ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਹਿਬ। ਦੇਖੋ ਜੀ, ਮੈਂ ਨਾ ਥੋੜ੍ਹਾ ਜਿਹਾ ਪਿੱਛੇ ਇਤਿਹਾਸ 'ਤੇ ਜਾਣਾ ਚਾਹੁੰਦਾ। 3-4 ਚੀਫ ਮਿਨਿਸਟਰ ਜਿਹੜੇ ਹੋਏ ਨਾ, ਇਹਨਾਂ ਨੇ ਕਿੰਨਾ ਪੰਜਾਬ ਦਾ ਨੁਕਸਾਨ ਕੀਤਾ ਜੀ। ਪਹਿਲੋਂ ਮੇਰਾ ਸਭ ਤੋਂ ਜ਼ਿਆਦਾ ਫੇਵਰਟ ਤੇ ਪ੍ਰਤਾਪ ਸਿੰਘ ਕੈਰੋਂ, ਕਿਉਂਕਿ ਮੇਰੇ ਇੱਕ ਲਾਗੇ ਦਾ ਸੀ ਤੇ ਮੈਂ ਇਹਨੂੰ ਕੋਲ ਖਲੋ ਕੇ ਵੇਖਿਆ ਵਾ ਕਈ ਵਾਰ, ਪਰ ਉਹਨੇ ਵੀ ਪੰਜਾਬ ਦਾ ਨੁਕਸਾਨ ਬਹੁਤ ਕੀਤਾ। ਉਹਦਾ ਕਾਰਨ ਕੀ ਆ, ਜਦੋਂ ਵੀ ਕੋਈ ਵੀ ਚੀਫ ਮਿਨਿਸਟਰ ਜਿਹੜਾ ਵਾ ਨਾ ਉਹ ਥੱਲੇ ਲੱਗ ਜਾਂਦਾ ਨਾ ਪ੍ਰਾਈਮ ਮਿਨਿਸਟਰ ਦੇ, ਤੇ ਉਦੋਂ ਵੱਧ ਸਮਝੋ ਵੀ ਉਹ ਤੁਹਾਡਾ ਫਾਇਦਾ ਹੋਊਗਾ, ਉਹਦੇ ਦਾ ਨੁਕਸਾਨ ਨਹੀਂ ਹੋਣਾ। ਹੁਣ ਪ੍ਰਤਾਪ ਸਿੰਘ ਕੈਰੋਂ ਨੇ ਕਿਸ ਤਰ੍ਹਾਂ, ਮੈਂ ਨਹੀਂ ਮੰਨਦਾ ਵੀ ਉਹ ਪੰਜਾਬ ਦਾ ਸਰਈਆ ਗਿਣਿਆ ਜਾਂਦਾ ਅੱਜ ਤਾਈਂ ਨਹੀਂ, ਪਰ ਉਹਨੇ ਵੀ ਨੁਕਸਾਨ ਕਰ ਗਿਆ ਪੰਜਾਬ ਦਾ। ਉਹ ਕਿਸ ਤਰ੍ਹਾਂ ਕੀਤਾ, ਕਿਉਂਕਿ ਉਹਦੀ ਨਹਿਰੂ ਤੇ ਸ਼ਰਧਾ ਇੰਨੀ ਜ਼ਿਆਦਾ ਸੀ ਵੀ ਨਹਿਰੂ ਜੋ ਵੀ ਇਸ਼ਾਰਾ ਕਰਦਾ ਸੀ ਨਾ ਉਹ ਮੰਨਦਾ ਸੀ। ਉਹਦਾ ਕਾਰਨ ਵੀ ਮੰਨ ਸਕਦੇ, ਠੀਕ ਹੈ, ਨਹਿਰੂ ਇੱਕ ਬਹੁਤ ਮਹਾਨ ਸ਼ਖਸੀਅਤ ਸੀ ਵਰਲਡ ਦੀ, ਵਨ ਆਫ ਦਾ ਟਾਪ ਲੀਡਰ ਸੀ ਵਰਲਡ ਦੇ ਵਿੱਚੋਂ। ਦੂਜਾ ਉਹ ਆਪਣੇ ਆਜ਼ਾਦੀ ਦੇ ਵਿੱਚ ਵੀ ਉਹਦਾ ਬਹੁਤ ਵੱਡਾ ਹਿੱਸਾ ਸੀ। ਪ੍ਰਤਾਪ ਸਿੰਘ ਕੈਰੋਂ ਆਪ ਵੀ ਖੁਦ ਡਬਲ MA ਸੀ ਕੈਲੀਫੋਰਨੀਆ ਤੋਂ ਵੀ, ਫਿਰ ਉਹ ਆਪਣਾ ਉਹਨੂੰ ਗਦਰੀ ਬਾਬਿਆਂ ਦੇ ਵਿੱਚ ਵੀ ਉਹਨੇ ਕੰਮ ਕੀਤਾ ਸ਼ੁਰੂ ਦੇ ਵਿੱਚ, ਉਹਨੂੰ ਨੌਲੇਜ ਬਹੁਤ ਸੀਗਾ ਹਰ ਗੱਲ ਦਾ ਹੀ। ਪਰ ਨਹਿਰੂ ਦਾ ਉਹ ਬਹੁਤ ਜ਼ਿਆਦਾ, ਮਤਲਬ ਉਹਨੂੰ ਕੋਈ ਨੋ ਨਹੀਂ ਕਰ ਸਕਦਾ। ਅੱਛਾ, ਨਹਿਰੂ ਨੇ ਇੱਕ ਚਲਾਕੀ ਕੀਤੀ ਆਪਣੇ ਬ੍ਰਾਹਮਣਵਾਦੀ ਤਰੀਕੇ ਦੇ ਨਾਲ, ਜੋ ਇੱਦਾਂ ਦਾ ਆਪਣਾ ਖਾਸਾ ਵਾ। ਉਹਨੇ ਕਿਹਾ ਕੈਰੋਂ ਨੂੰ ਬੁਲਾ ਕੇ, ਕੈਰੋਂ ਸਾਹਿਬ ਇਹ ਦੱਸੋ ਵੀ ਦੇਸ਼ ਨਵਾਂ ਆਜ਼ਾਦ ਹੋਇਆ ਵਾ ਤੇ ਜਿਹੜਾ ਰਾਜਸਥਾਨ ਹੈ ਉੱਥੇ ਲੋਕਾਂ ਨੂੰ ਪਾਣੀ ਪੀਣ ਨੂੰ ਨਹੀਂ ਮਿਲਦਾ, ਲੋਕ 5-5 ਮੀਲ ਤੋਂ ਜਾ ਕੇ ਘੜਿਆਂ ਦੇ ਨਾਲ ਉਹ ਪਾਣੀ ਜਿਹੜਾ ਲੈ ਰਿਹਾ, ਗੰਦਾ ਪਾਣੀ ਪੀ ਰਿਹਾ ਟੋਏ ਪੁੱਟ ਕੇ, ਤੇ ਤੁਸੀਂ ਇਹ ਕਹੋ ਤੁਹਾਡੇ ਕੋਲ ਪਾਣੀ ਵਾਧੂ ਆ, ਤੁਸੀਂ ਉੱਥੇ ਵੀ ਉਹ ਵੀ ਸਾਡੇ ਭਾਈ ਆ, ਨਵੀਂ ਆਜ਼ਾਦੀ ਮਿਲੀ ਉਹਨੂੰ ਦਿਓ। ਅੱਛਾ, ਕੈਰੋਂ ਨੂੰ ਨਾ ਨਹੀਂ ਕਰ ਸਕਿਆ, ਸੋਚਿਆ ਨਹੀਂ ਕੁਛ ਵੀ, ਤੇ ਕੈਰੋਂ ਨੇ ਹਾਂ ਕਰਦੀ। ਨਹਿਰੂ ਨੇ 2 ਦਰਿਆ ਪੁੱਟ ਕੇ ਉੱਥੇ ਹਰੀਕਾ ਬੰਦ ਲਾ ਕੇ ਤੇ ਸਾਰਾ ਰਾਜਸਥਾਨ ਨੂੰ ਪਾਣੀ ਦੇ ਦਿੱਤਾ ਜੀ। ਉੱਥੇ ਕੈਰੋਂ ਨੇ, ਤੁਹਾਨੂੰ ਪਤਾ ਇੱਕ ਸੱਚੀ ਗੱਲ ਹੈ ਜਿਹੜਾ ਅੱਖੀ ਵੇਖਿਆ ਵਾ, ਕੈਰੋਂ ਨੂੰ ਲੋਕਾਂ ਦੇ ਜਿਹੜੇ ਚੰਗੇ ਜੀ ਦੇ ਸੀ ਜਾਂ ਸਿਆਣੇ ਸੀ, ਉਹਨਾਂ ਨੇ ਕਿਹਾ ਇਹ ਕੈਰੋਂ ਸਾਹਿਬ ਇਹ ਕੀ ਕਰ ਰਹੇ ਜੀ, ਇਹਦੇ ਤੁਸੀਂ ਉਹਨੂੰ ਅਨਕੰਡੀਸ਼ਨਲੀ ਪਾਣੀ ਦੇ ਆਏ ਜੇ ਦੇਣਾ ਹੀ ਸੀ ਤੇ ਉਹਦਾ ਮੁੱਲ ਵੱਢ ਦਿਓ, ਕਿਉਂਕਿ ਇਹ ਰਿਸੋਰਸ ਹੈ ਪੰਜਾਬ ਦਾ। ਤੇ ਕੈਰੋਂ ਨੇ ਕਹਿੰਦੇ ਆ ਵੀ ਉਹਦੇ ਕੋਲ ਉਸੇ ਵੇਲੇ ਸਮਝਦਾ ਤੇ ਉਹ ਏਡਾ ਬੇਵਕੂਫ ਨਹੀਂ ਸੀ, ਉਹਨੇ ਆਪਣੇ ਕਹਿੰਦੇ ਆ ਵੀ ਪੱਗ ਤੇ ਜੋ ਹੱਥੜ ਮਾਰਿਆ ਵੀ ਇਹ ਕਿੱਡੀ ਮੇਰੇ ਕੋਲ ਗਲਤੀ ਹੋ ਗਈ। ਹਾਂਜੀ, ਉਹਦਾ ਕਾਰਨ ਇਹ ਸੀ ਉਹਦੇ ਅਨਕੰਡੀਸ਼ਨਲੀ ਉਹਨੂੰ ਦੇ ਦਿੱਤਾ। ਦੂਜੀ ਗੱਲ, ਗਿਆਨੀ ਜੈਲ ਸਿੰਘ ਦੀ ਵੀ ਆਉਣਾ ਵਾ। ਗਿਆਨੀ ਜੈਲ ਸਿੰਘ ਨੇ, ਮੈਂ ਨਹੀਂ ਕਹਿੰਦਾ, ਤੁਸੀਂ ਆਪਣਾ ਪੰਜਾਬ ਦਾ ਇੱਕ ਮਹਾਨ ਲਿਖਾਰੀ ਆ ਆਪਣਾ ਜਸਵੰਤ ਸਿੰਘ ਕਮਲ, ਉਹਨੇ ਕਿਤਾਬ ਦੇ ਪੰਜਾਬ ਦੇ ਦਿਖਾਣ ਦੇ ਵਿੱਚ ਲਿਖਿਆ ਵਾ, ਉਹਨੇ ਸਹੁੰ ਖਾ ਕੇ ਕਿਹਾ ਵਾ, ਉਹਦੇ ਇੱਕ ਕਿਸਮ ਦੀ ਸਹੁੰ ਜੀ ਖਾਧੀ ਆ ਉਹ ਕਿਤਾਬ ਦੇ ਵਿੱਚ। ਉਹ ਕਹਿੰਦਾ ਮੇਰਾ ਨਾਂ ਜਸਵੰਤ ਸਿੰਘ ਕਮਲ ਆ, ਮੈਂ ਫਲਾਣੇ ਪਿੰਡ ਦਾ ਵਾਸੀ ਹਾਂ, ਤੇ ਮੈਂ ਅੱਖੀ ਵੇਖੀ ਜਿਹੜੀ ਘਟਨਾ ਵਾ ਨਾ, ਮੈਂ ਤੁਹਾਨੂੰ ਦੱਸ ਦੇਵਾਂ, ਉਹਨੇ ਅੱਖੀ ਵੇਖੀ ਦੱਸੀ। ਉਹ ਕਹਿੰਦਾ ਇੰਦਰਾ ਗਾਂਧੀ ਦਾ ਜਿਹੜਾ ਵੱਡਾ ਮੁੰਡਾ ਸੀਗਾ ਉਹ ਆਇਆ ਚੰਡੀਗੜ੍ਹ ਉੱਥੇ ਆਪਣੇ ਟੂਰ ਤੇ ਉਹ ਜਾਣ ਲੱਗਾ ਨਾ, ਆਪਣੀ ਕਾਰ 'ਚ ਬਹਿਣ ਲੱਗਾ ਤੇ ਚੱਪਲ ਜਿਹੜੀ ਸੀ ਨਾ ਉਹਦੀ, ਉਹ ਕਾਰ ਪਹਿਲਾਂ ਉਹਨੇ ਚਲਾਤੀ, ਡਰਾਈਵਰ ਨੇ ਚੱਪੜ ਉਹਦੀ ਡਿੱਗ ਪਈ। ਗਿਆਨੀ ਜੈਲ ਸਿੰਘ ਉਹਨੂੰ ਸੀ ਆਫ ਕਰਨ ਆਇਆ ਸੀ ਏਅਰਪੋਰਟ
ਤੇ ਗਿਆਨੀ ਜੈਲ ਸਿੰਘ ਨੇ ਭੱਜ ਕੇ ਜਾ ਕੇ ਉਹਦੇ ਪੈਰ ਝਾੜੇ, ਕਾਰ ਖਲੋ ਗਈ ਸੀਗੀ ਤੇ ਜਾ ਕੇ ਚੱਪਲ ਉਹਦੇ ਪੈਰੀ ਪਾ ਕੇ ਉਹ ਕਹਿੰਦਾ ਮੈਂ ਆਪਣੀ ਅੱਖੀ ਦੇਖੀ ਆ। ਤੇ ਉਹਦਾ ਨਤੀਜਾ ਇਹ ਨਿਕਲਿਆ ਪੰਜਾਬ ਦਾ ਦਿਖਾਂਤ ਜਿਹੜਾ ਦਰਬਾਰ ਸਾਹਿਬ ਤੇ ਅਟੈਕ ਹੋਇਆ, ਗਿਆਨੀ ਜੈਲ ਸਿੰਘ ਨੇ ਉੱਤੇ ਕੋਈ ਪ੍ਰਬੰਧ ਨਹੀਂ ਕੀਤਾ ਉਹਨੂੰ ਰੋਕਣ ਲਈ, ਜੋ ਕਹੀ ਗਿਆ ਤੇ ਬਣੀ ਗਿਆ। ਇਹ ਵੱਡਾ ਦੁਖਾਂਤ ਹੋਇਆ ਵਾ ਚੱਪਲ ਝਾੜਨ ਦਾ। ਹੁਣ ਚਲੋ ਦੂਰ ਦੀ ਕਰੋ ਆਪਣੇ ਜਿਹਨੂੰ ਆਪਾਂ ਬੜੇ ਫੁਖਰੇ ਕਾਮ ਕਹਿੰਦੇ ਆ, ਇਹਨੇ ਵੀ ਅਨਕੰਡੀਸ਼ਨਲੀ ਭਾਜਪਾਈ ਨੂੰ ਜਿਹੜੀ ਸੀ ਨਾ ਮਿਨਾਰਟੀ ਗੌਰਮੈਂਟ ਨੂੰ, ਦੂਜੀਆਂ ਸਾਰੇ ਸਟੇਟਾਂ ਨੇ ਉਹਨਾਂ ਨੇ ਸ਼ਰਤਾਂ ਲਾਈਆਂ ਸੀ ਤੁਹਾਨੂੰ ਸਪੋਰਟ ਦੇਣੀ ਹੈ ਤੁਹਾਡੀ ਇਹ ਮਿਨਾਰਟੀ ਗੌਰਮੈਂਟ ਦੀ, ਪਰ ਸਾਡੀਆਂ ਆਹ ਸ਼ਰਤਾਂ ਵਾ। ਇਹ ਕਹਿੰਦਾ ਮੇਰੀ ਅਨਕੰਡੀਸ਼ਨਲ ਆਈ, ਕੋਈ ਤੁਹਾਡੇ ਸ਼ਰਤ ਨਹੀਂ ਲਾਉਂਦੇ। ਇਹਨੇ ਉਹਨਾਂ ਦੇ ਕੇ ਤੇ ਉਹਨੂੰ ਕਾਇਮ ਰੱਖਿਆ ਆਪਣੇ। ਹੁਣ ਆਪਣੀ ਇੱਥੇ ਜਗਬੀਰ ਸਿੰਘ ਦੀ ਗੱਲ ਕਰ ਲਓ, $13 ਅਰਬ ਉਹਨੇ ਕੰਡੀਸ਼ਨ ਲਾ ਕੇ ਤੇ ਫਿਰ ਉਹਨੇ ਆਪਣੇ ਟਰੂਡੋ ਸਾਹਿਬ ਨੂੰ ਜਿਹੜੀ ਹੈ ਨਾ ਉਹ ਸਪੋਰਟ ਦਿੱਤੀ $13 ਅਰਬ ਦੀ। ਟਰੂਡੋ ਸਾਹਿਬ ਨੂੰ ਝਗੜਾ ਪਿਆ ਇਸ ਗੱਲ ਤੇ ਹਾਂਜੀ ਕੋਈ। ਅੱਛਾ ਫਿਰ ਆ ਜਾਓ ਤੁਸੀਂ ਇੱਥੇ, ਹੁਣ ਭਗਵੰਤ ਮਾਨ ਤੇ ਆ ਜਾਂਦੀ ਗੱਲ। ਇਹਨੇ ਗੁਰਦਰਸ਼ਨ ਸਿੰਘ ਆਪਣਾ ਵੱਡਾ ਆਪਣਾ ਪੋਲੀਟੀਕਲ ਥਿੰਕਰ ਆ, ਆਪਣਾ ਤੁਹਾਡੇ ਰੇਡੀਓ ਤੇ ਪਿਛਲੇ ਹਫ਼ਤੇ ਦੱਸ ਕੇ ਗਿਆ ਵੀ ਇਹਨੇ ਕੇਜਰੀਵਾਲ ਦੇ ਇਹ ਪੈਰ ਆਪਣੇ ਮੱਥਾ ਰੱਖਿਆ ਵਾ ਆਪਣੇ ਉਹਦੇ ਪੈਰਾਂ ਦੇ ਉੱਤੇ, ਤਲਿਆਂ ਦੇ ਉੱਤੇ, ਤੇ ਫਿਰ ਇਹਨੂੰ ਚੀਫ ਮਿਨਿਸਟਰੀ ਮਿਲੀ ਆ। ਹਾਂਜੀ ਇਹ ਇਸ ਤਰ੍ਹਾਂ ਨੁਕਸਾਨ ਕਰਦੇ। ਹੁਣ ਭਗਵੰਤ ਨੇ ਨੁਕਸਾਨ ਤੁਸੀਂ ਕਹਿੰਦੇ ਨਹੀਂ ਕੀਤਾ, ਮੈਂ ਕਹਿੰਦਾ ਉਹ ਕਰ ਦਿੱਤਾ ਆਲਰੇਡੀ। ਉਹਨੇ ਅਨਕੰਡੀਸ਼ਨਲੀ ਜਾ ਕੇ ਹੋਲੀ ਖੇਡੀ ਉੱਥੇ ਚੀਫ ਮਿਨਿਸਟਰ ਆਪਣੇ ਹਰਿਆਣੇ ਦਾ, ਤੇ ਉੱਥੇ ਉਹਦੇ ਕਈ ਗੱਲਾਂ ਉੱਥੇ ਬਣਵਾ ਲਈਆਂ ਉਹਨੇ, ਉਦੋਂ ਢਿੱਲਾ ਪੈ ਗਿਆ ਏ। ਉੱਥੇ ਜਾ ਕੇ ਹੋਲੀ ਖੇਡ ਆਇਆ। ਫਿਰ ਆ ਜਿਹੜਾ ਭਾਖੜਾ ਡੈਮ ਦਾ ਹੋਇਆ ਵਾ, ਤੇ ਜਾਂ ਜਿਹੜੇ ਆ ਬੰਦੇ ਆਪਣੇ ਰਾਜ ਸਭਾ ਲਈ ਚੁਣੇ ਗਏ, ਇੱਕ ਵੀ ਨਹੀਂ ਚੁਣਿਆ ਗਿਆ। ਬੜੇ ਵਧੀਆ ਬੰਦੇ, ਧਰਮਵੀਰ ਗਾਂਧੀ ਵਰਗੇ ਹੋਰ ਬੜੇ ਬੈਠੇ ਸੀਗੇ ਆਪਣੇ, ਇਹ ਉਹਨਾਂ ਨੂੰ ਜਵਾਬ ਦਿੱਤੀ ਜਾ ਸਕਦੀ ਸੀ, ਇਹਨੇ ਸਾਰੇ ਇਗਨੋਰ ਕੀਤਾ। ਠੀਕ ਹੈ ਜੀ। ਇਹਦੇ ਵਿੱਚ ਤੁਹਾਨੂੰ ਮੈਂ ਦੱਸ ਦੇਵਾਂ, ਇਹ ਬੰਦਾ ਜਿਹੜਾ ਵਾ ਮੇਰੇ ਸਾਹਮਣੇ ਜੁਗਨੂ ਹੌਲਦਾਰ ਤੋਂ ਇਹਦੇ ਕੋਲ ਵੱਡੀ ਕੋਈ ਕਾਬਲੀਅਤ ਨਹੀਂ ਹੈਗੀ। ਇਹ ਜੁਗਨੂ ਹੌਲਦਾਰ ਆ, ਤੇ ਸਾਰਾ ਜਿਹੜਾ ਐਡਮਿਨਿਸਟ੍ਰੇਸ਼ਨ ਉਹ ਇਸ਼ਾਰੇ ਤੇ ਦਿੱਲੀ ਤੇ ਚੱਲਣਾ ਵਾ। ਸਾਰੀ ਗੱਲ ਦਿੱਲੀ ਤੇ ਜੋ ਕਹੂਗਾ ਉਹ ਹੋਣੀ ਹੈ। ਥੈਂਕ ਯੂ। ਲੱਕੀ ਧਾਲੀਵਾਲ ਜੀ। ਖਾਲਸਾ ਵੀਰ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੈਂ ਗੱਲਾਂ ਦੋ ਹੀ ਕਰਨੀਆਂ ਕਿਉਂਕਿ ਕਾਲਰ ਹੋਰ ਵੀ ਵੇਟ ਕਰਦੇ ਹੋਣੇ ਆ ਜੀ। ਚਲੋ ਪਹਿਲਾਂ ਤੁਹਾਡਾ ਧੰਨਵਾਦ, ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਵੱਖਰੇ ਵਿਸ਼ੇ ਨੂੰ ਸੁਣਦੇ ਹੋ, ਹਰ ਇੱਕ ਨਬਜ਼ ਨੂੰ ਬੜੇ ਤਰੀਕੇ ਨਾਲ ਲੈ ਕੇ ਆਉਂਦੇ ਹੋ, ਤੁਹਾਡਾ ਧੰਨਵਾਦ। ਦੂਸਰੀ ਗੱਲ ਵੀਰ ਜੀ, ਜਿਹੜਾ ਆਪਣਾ ਪੰਜਾਬ ਦੇ ਲੋਕਾਂ ਨੇ ਇਹ ਦਿਖਾ ਦਿੱਤਾ ਕਿ ਵੀ ਕੜਮ ਚੌਧਰੀ ਜਿਹੜੇ ਬਾਹਰਲੇ ਦੇਸ਼ਾਂ ਦੇ ਉੱਤੇ ਬਹੁਤ ਭਾਰੀ ਆ, ਤੇ ਵੀ ਇੰਡੀਆ ਦੇ ਵਿੱਚ ਉਹਨਾਂ ਨੇ ਤਕਰੀਬਨ ਖਤਮ ਕਰ ਦਿੱਤੇ। ਜਿਹੜੇ ਪੰਜਾਬ ਦੇ ਲੋਕਾਂ ਨੇ ਸਬੂਤ ਦਿੱਤਾ ਕਿ ਅਸੀਂ ਬਹੁਤ ਸਿਆਣੇ ਹੋ ਚੱਲੇ ਆ। ਤੇ ਬਾਕੀ ਰਹੀ ਗੱਲ ਹੁਣ ਕੋਹ ਨਾ ਚੱਲੀ ਬਾਬਾ ਤਿਹਾਈਆਂ, ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਇੰਨੇ ਜੀਅਰਸ ਲੁੱਟ ਪੁੱਟ ਕੇ ਖਾਧਾ ਕਿ ਆਮ ਆਦਮੀ ਪਾਰਟੀ ਦੀ 6 ਮਹੀਨੇ ਨਹੀਂ ਵੇਟ ਕਰ ਸਕਦੇਗੇ। ਓਵਰਨਾਈਟ ਦਾ ਆਪਣੇ ਘਰ ਦਾ ਖਲਾਰਾ ਪਾਇਆ ਹੋਵੇ, ਉਹ ਨਹੀਂ ਠੀਕ ਹੋ ਸਕਦਾ। ਕਿ ਅਸੀਂ ਓਵਰਨਾਈਟ ਚਾਹੁੰਦੇ ਹਾਂ ਵੀ ਇਹ ਮਤਲਬ ਕਿ ਠੀਕ ਹੋ ਜਾਵੇ? ਇਹ ਜੇ ਸਾਲ ਵਿੱਚ ਹੀ ਇਹ ਮਤਲਬ ਕਿ ਮਾੜਾ ਮੋਟਾ ਮੋੜ ਕੱਟ ਲੈਣ, ਜੋ ਖਲਾਰਾ ਪਾਇਆ ਹੋਇਆ ਬਹੁਤ ਵਧੀਆ ਹੋਊਗਾ। ਤੰਤ ਨਹੀਂ ਉਲਝਿਆ ਹੋਇਆ, ਤਾਣੀ ਉਲਝੀ ਹੋਈ ਆ, ਜਿਸ ਤਰ੍ਹਾਂ ਕਹਿੰਦੇ ਹੁੰਦੇ ਆ। ਤੇ ਬਾਕੀ ਹੁਣ ਵੀਰ ਜੀ, ਹੁਣ ਜਿਹੜੀਆਂ ਸਰਕਾਰਾਂ ਹੈਗੀਆਂ ਰਾਈਟ, ਉਹਨਾਂ ਦਾ ਤੁਹਾਨੂੰ ਪਤਾ ਹੀ ਹੈ। ਇਹਦਾ ਮਤਲਬ ਕਿ ਵੀ ਬੜੇ ਪ੍ਰੋਸੀਜਰ ਹੁੰਦੇ ਆ, ਜੋ ਜਾਣ ਲੱਗੇ ਤੁਸੀਂ ਮੇਰੇ ਨਾਲੋਂ ਵੱਧ ਜਾਣਦੇ ਹੋ, ਤੇ ਵੀ ਇਹ ਬਹੁਤ ਖਲਾਰਾ ਪਾ ਕੇ ਜਾਂਦੇ ਵੀ ਆਪੇ ਇਕੱਠਾ ਕਰੀ ਜਾਣਗੇ ਜਿਹੜਾ ਆਉਣਗੇ। ਤੇ ਜਿਹਨੇ ਪਾਇਆ ਹੁੰਦਾ ਉਹਨੂੰ ਪਤਾ ਹੁੰਦਾ ਕਿ ਮੈਂ ਇੱਥੋਂ ਇਹ ਖਲਾਰਾ ਪਾਇਆ ਤੇ ਇੱਥੋਂ ਜਦੋਂ ਮੈਂ ਇਕੱਠਾ ਕਰ ਲੈਣਾ, ਇੰਨਾ ਕਿਤੇ ਬੰਦਿਆਂ ਨੇ ਅੱਖਾਂ ਚੁੰਬਲ ਦੇਣੀਆਂ ਆਪਣੇ ਲੋਕਾਂ ਦੀਆਂ। ਤੇ ਬਾਕੀ ਵੀ ਜਿਹੜੀ ਮੈਡੀਸਨ ਬਾਰੇ ਮੈਂ ਸੁਝਾਅ ਦੇਣਾ ਚਾਹੁੰਦਾ ਕਿ ਸਾਡੇ ਭੈਣ ਭਰਾਵਾਂ ਤਕਰੀਬਨ ਸਾਹਮਣੇ ਲਵਾਏ ਹੋਈ ਆ 99% ਜੀ। ਇਹਦੇ ਵਿੱਚ ਸਾਈਡ ਇਫੈਕਟ ਮੈਂ ਖੁਦ ਨਹੀਂ ਸੀ ਮੰਨਦਾ ਕਿ ਹੁੰਦੇ ਆ। ਇਹਦੇ ਵਿੱਚ ਮੈਨੂੰ ਲੱਗਦਾ ਲੇਟਰ ਆਨ ਹੁੰਦੇ ਆ। ਮੇਰੇ ਖੁਦ ਨਾਲ ਹੋਈ ਆ, ਮੇਰੇ 2 ਲੱਗੇ ਆ ਟੀਕੇ। ਜਿਹੜਾ ਮੇਰਾ ਸੈਕਿੰਡ ਲੱਗਿਆ ਸੀ ਸੱਜੀ ਬਾਂਹ 'ਚ, ਮੇਰੇ 2 ਮਹੀਨੇ ਤੋਂ ਲੱਗ ਕੇ ਹੁਣ ਮੇਰਾ ਇੰਨਾ ਮੋਢਾ ਵੀਰ ਜੀ ਦਰਦ ਕਰ ਰਿਹਾ ਵਾ। ਬਿਲਕੁਲ ਠੀਕ। ਜਿੱਥੇ ਮੈਂ ਵੇਟ ਲਿਫਟ ਨੂੰ 25 ਦਿਨ ਦੇ ਪਾਸੇ ਪਾ ਕੇ ਵਾਰਮ-ਅਪ ਹੁੰਦਾ ਸੀਗਾ, ਅੱਜ ਵੀਰ ਜੀ ਮੈਂ 20 ਪਾਉਂਡ ਨਹੀਂ ਚੱਕ ਸਕਦਾ। ਡਾਕਟਰ ਪੈਰਾਂ ਤੇ ਪਾਣੀ ਨਹੀਂ ਪੈਣ ਦੇ ਰਹੇ। ਠੀਕ ਹੈ ਜੀ। ਮੈਂ ਡਾਕਟਰ ਨੂੰ ਕਹਿ ਰਿਹਾ, 3 ਡਾਕਟਰਾਂ ਨੂੰ ਮੈਂ ਦਿਖਾ ਚੁੱਕਿਆ ਵੀ ਮੇਰੀ ਆਫਟਰ ਮੈਡੀਸਨ ਤੋਂ ਬਾਅਦ ਮੈਨੂੰ ਪ੍ਰੋਬਲਮ ਆਈ ਆ। ਮੈਨੂੰ ਡਾਕਟਰ ਦਾ ਇੱਕੋ ਹੀ ਆਨਸਰ ਆਉਂਦਾ ਵਾ, ਕਹਿੰਦਾ ਵੀ ਐਕਸਰਸਾਈਜ਼ ਬੰਦ ਕਰ ਦੇ। ਮੈਂ ਕਿਹਾ ਨੋ ਡਾਕਟਰ ਸਾਹਿਬ, ਇਹ ਸੋਲੂਸ਼ਨ ਨਹੀਂ ਹੈਗਾ। ਮੈਂ ਕੋਈ ਐਕਸਰਸਾਈਜ਼ ਮੈਂ ਅੱਜ ਨਹੀਂ ਕਰਨ ਲੱਗਿਆ। ਆਈ ਐਮ ਡੂਇੰਗ ਸਿੰਸ ਆਈ ਐਮ ਟੀਨੇਜਰ। ਕਿਉਂਕਿ ਇਹ ਮੇਰੇ ਇੱਕ ਨਹੀਂ, ਹੋਰ ਵੀ ਸਾਡੇ ਭੈਣ ਭਰਾਵਾਂ ਨਾਲ ਬਹੁਤ ਹੋਣੀ ਆ। ਜੇ ਮਾੜੀ ਮੋਟੀ ਕਿਸੇ ਟਰਬਲ ਆਉਣ ਲੱਗ ਗਈ ਨਾ, ਉਹ ਟਰਬਲ ਆਉਣ ਦੇ
ਜਦੋਂ ਜਿਵੇਂ ਸ਼ੁਰੂਆਤ ਹੁੰਦੀ ਆ ਉਸ ਮੌਕੇ ਧਿਆਨ ਕਰਨ ਮੇਰੀ ਕੇਅਰਲੈਸ ਹੋ ਗਿਆ ਵੀਰ ਜੀ। 2 ਮਹੀਨੇ ਤੋਂ ਲੱਗ ਕੇ ਮੈਨੂੰ ਪ੍ਰੋਬਲਮ ਆ ਰਹੀ ਆ। ਠੀਕ ਹੈ ਜੀ। ਮੈਂ ਇਸ ਚੀਜ਼ ਦੀ ਕੇਅਰ ਨਹੀਂ ਕੀਤੀ ਤੇ ਮੈਨੂੰ ਨਿਆਣਿਆਂ ਨੇ ਰੌਲਾ ਪਾਇਆ, ਡੈਡ ਹੁਣ ਤੂੰ ਇਸ ਚੀਜ਼ ਤੇ ਫੋਕਸ ਹੋ ਵੀ ਤੈਨੂੰ ਇਹ ਕਾਹਤੋਂ ਪ੍ਰੋਬਲਮ ਆ ਰਹੀ ਆ। ਠੀਕ ਹੈ ਵੀਰ ਜੀ। ਭੈਣ ਭਰਾ ਮੈਂ ਦਵਾਇਆ ਥੋੜੇ ਜਿਹੇ ਫੋਕਸ ਹੋ ਜਾਣ। ਠੀਕ ਹੈ, ਪ੍ਰਮਾਤਮਾ ਕਰੇ ਨਾ ਹੀ ਪ੍ਰੋਬਲਮ ਆਵੇ ਕਿਸੇ ਨੂੰ। ਥੈਂਕ ਯੂ ਧਾਲੀਵਾਲ ਸਾਹਿਬ, ਥੈਂਕ ਯੂ ਵੀਰ ਜੀ। ਖਬਰਾਂ ਤੋਂ ਪਹਿਲਾਂ 2 ਕਾਲਰਸ ਨੇ ਜੀ, ਉਹਨਾਂ ਨਾਲ ਗੱਲਬਾਤ ਕਰਨਾ। ਭਗਤ ਰਾਮ ਜੀ ਲਾਈਨ ਨੰਬਰ 1। ਭਗਤ ਰਾਮ ਜੀ, ਭਗਤ ਰਾਮ ਜੀ, ਸ਼ਮਸ਼ੇਰ ਸਿੰਘ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਵੈਲਕਮ ਜੀ। ਸਰ ਮੈਂ ਪਿਛਲੇ ਹਫਤੇ ਤੋਂ ਹੀ ਸੁਣ ਰਿਹਾ ਜੀ ਤੁਹਾਨੂੰ, ਮੈਂ ਗੱਲ ਹੀ ਅੱਜ ਕਰੀ ਹੈ। ਧੰਨਵਾਦ ਸ਼ਮਸ਼ੇਰ। ਹਾਂਜੀ ਸਰ, ਜਿੱਥੇ ਤੱਕ ਇਹਦਾ ਯੂਕਰੇਨ ਵਾਲਾ ਮਾਮਲਾ, ਇਹਦੀ ਗੱਲ ਕਰਦੇ ਆਂ ਜੀ ਆਪਾਂ। ਆਪਣਾ ਨਾ ਅਲਬਰਟ ਆਇਨਸਟਾਈਨ ਤੋਂ ਇੱਕ ਸਵਾਲ ਪੁੱਛਿਆ ਸੀਗਾ ਜੀ ਕਿਸੇ ਨੇ, ਤੇ ਉਹ ਕਹਿੰਦੇ ਵੀ ਜੇ ਤੀਜੀ ਜੰਗ ਲੱਗ ਗਈ ਵੀ ਕੀ ਹੋਊਗਾ, ਤੁਹਾਡੇ ਅਕੋਰਡਿੰਗ ਕੀ ਹੋਊਗਾ ਵੀ। ਤੇ ਫਿਰ ਉਹਨਾਂ ਨੇ ਇੱਕ ਫਿਕਰਾ ਬੋਲਿਆ ਸੀ, ਕਹਿੰਦਾ ਜੀ ਤੀਜੀ ਜੰਗ ਦਾ ਤਾਂ ਪਤਾ ਨਹੀਂ, ਕਹਿੰਦਾ ਜਦੋਂ ਚੌਥੀ ਜੰਗ ਹੋਊਗੀ ਨਾ ਉਹ ਡਾਂਗਾ ਸੋਟੀਆਂ ਨਾਲ ਹੋਊਗੀ, ਕਹਿੰਦਾ ਜੇ ਤੀਜੀ ਹੋਊਗੀ ਫਿਰ ਤਾਂ ਕੁਝ ਰਹਿਣਾ ਹੀ ਨਹੀਂ ਹੈਗਾ। ਤੇ ਕਹਿੰਦਾ ਜਦੋਂ ਚੌਥੀ ਲੱਗੂਗੀ ਨਵਾਂ ਸਮਾਜ ਸਿਰਜਿਆ ਜਾਊ, ਕਹਿੰਦਾ ਫਿਰ ਆਪਾਂ ਗੱਲ ਕਰਾਂਗੇ, ਕਹਿੰਦਾ ਤੀਜੀ ਲੱਗ ਗਈ ਤਾਂ ਰਹਿਣਾ ਕੁਝ ਨਹੀਂ ਜੀ। ਸਰ ਸੋ ਇਹੀ ਅਰਦਾਸ ਕਰਦੇ ਜੀ ਸਾਰਾ ਕੁਝ ਹੋ ਜੇ ਠੀਕ। ਤਾਂ ਮਹਿੰਗਾਈ ਵੀ ਬਹੁਤ ਹੋਈ ਜਾਂਦੀ ਉਹਦੇ ਕਰਕੇ, ਤੇਲ ਲਈ ਵੱਟ ਕੱਢੇ ਪਏ ਆ ਜੀ। ਥੈਂਕ ਯੂ ਜੀ। ਥੈਂਕ ਯੂ ਸ਼ਮਸ਼ੇਰ। ਭਗਤ ਰਾਮ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਜੀ, ਮੈਂ ਇਹੀ ਕਹਿਣਾ ਸੀ ਜੀ ਕਿ ਸਾਨੂੰ ਜਿਹੜੀ ਆਮ ਪਾਰਟੀ INA 92 ਆਦਮੀ ਲੈ ਕੇ MLA, ਸਾਨੂੰ ਬਹੁਤ ਬਹੁਤ ਖੁਸ਼ੀਆਂ ਸੀ, ਲੇਕਿਨ ਮੇਰਾ ਦਿਲ ਬੈਠ ਰਿਹਾ ਹੈ ਨਾ। ਭਗਵੰਤ ਮਾਨ ਹੁਣੀ ਹੁਣ ਕੁਝ ਖਾਸ ਕੰਮ ਨਹੀਂ ਕਰ ਰਹੇ, ਉਹ ਟਾਲੇ ਮਟੋਲੇ ਇੱਧਰ ਉੱਧਰ ਥੋੜਾ ਆਟਾ ਦਾਲ ਦੇ ਪਿੱਛੇ ਪਏ ਹੈਗੇ ਆ। ਇੰਨਾ ਕਰਪਸ਼ਨ ਦਾ ਕੰਮ ਹੈਗਾ, ਪੂਰਾ ਕਰਪਸ਼ਨ ਨਾਲ ਭਰਿਆ ਪਿਆ ਪੰਜਾਬ। ਬੜੇ ਬੜੇ ਧਨੀ ਆਦਮੀ ਲੋਕ ਹੈ, ਮੁੱਛਾਂ ਤੇ ਹੱਥ ਦੇ ਕੇ ਘੁੰਮ ਰਹੇ, ਉਹਨਾਂ ਨੂੰ ਜਿਹੜਾ ਠੇਲਾ ਪਾਉਣਾ ਚਾਹੀਦਾ, ਦਿਖਾਉਣਾ ਚਾਹੀਦਾ ਜਨਤਾ ਨੂੰ ਕਿ ਦੇਖੋ ਜਿਹਦੇ ਕਰਕੇ ਮੈਨੂੰ ਤੁਸੀਂ ਇੰਨਾ ਕੀਤਾ, ਮੈਂ ਦੇਖੋ ਉਹਨਾਂ ਨੂੰ ਇੱਕਦਮ ਗਿੱਚੀਆਂ ਫੜ ਕੇ ਜਰਾ ਸੈੱਟ ਕੀਤਾ ਹੈਗਾ, ਤਾਂ ਲੋਕ ਦਾ ਥੋੜਾ ਦਿਲ ਰਹੂਗਾ। ਨਹੀਂ ਤਾਂ ਕੁਛ ਦਿਨਾਂ ਦੇ ਬਾਅਦ ਇਹ ਡਾਂਗਾਂ ਸੁੱਟੇ ਸ਼ੁਰੂ ਹੋ ਜਾਣਗੇ। ਮੈਨੂੰ ਤਾਂ ਇਹੀ ਹੈ ਕਿ ਉਹਨਾਂ ਨੂੰ ਅਗਰ ਤੁਸੀਂ ਐਡਵਾਈਜ਼ ਕਰੋ ਭਗਵੰਤ ਮਾਨ ਉਹਨਾਂ ਨੂੰ ਸਾਹਿਬ, ਉਹ ਉਹਨਾਂ ਦੇ ਜਿਹੜੇ ਚੱਕਰ ਦਿੱਲੀ ਇੱਧਰ ਉੱਧਰ ਲੱਗਦੇ ਆਪਣਾ ਕੰਮ ਤੇ ਕੰਸਨਟਰੇਟ ਕਰਨ। ਹੁਣ ਇਹ ਕੈਨੇਡਾ ਅਮਰੀਕਾ ਦਾ ਵੀ ਜਿਹੜੇ ਚੱਕਰ ਉਹ ਵੀ ਬੰਦ ਕਰਨ। ਅੱਗੇ ਬਹੁਤ ਆ ਚੁੱਕੇ ਹੈਗੇ ਇੱਥੇ, ਤੇ ਤਾਂ ਹੀ ਕੁਛ ਕਰਨਗੇ, ਕਰਪਸ਼ਨ ਨੂੰ ਠੀਕ ਕਰਨਗੇ। ਬੜੇ ਬੜੇ ਗਜਰਾਜ ਹੋਣੀ, ਬੜੇ ਬੜੇ ਧਨੀ ਜਿਹੜੇ ਕਰਪਸ਼ਨ ਕਰ ਕਰਕੇ ਬੈਠੇ ਹੋਇਆ, ਉਹ ਉਹਨਾਂ ਦਾ ਜੋ ਕੁਛ ਨਾ ਹੋਇਆ ਫੇਰ ਤਾਂ ਕੁਛ ਦਿਨਾਂ ਦੀ ਮਹਿਮਾਨ ਹੋਵੇ। ਮੇਰਾ ਤਾਂ ਇਹੀ ਆਈਡੀਆ ਹੈ। ਠੀਕ ਹੈ ਜੀ, ਠੀਕ ਹੈ। ਹਾਂਜੀ, ਹੁਣ ਮੇਰੇ ਨਾਲ ਸਰਦਾਰ ਅਜੇਪਾਲ ਸਿੰਘ ਬਰਾੜ ਨੇ। ਸਰਦਾਰ ਅਜੇਪਾਲ ਸਿੰਘ ਬਰਾੜ ਹੋਰਾਂ ਨੂੰ ਆਲਮੀ ਸੰਸਾਰ ਦੇ ਮੁੱਦਿਆਂ ਤੇ ਤੁਸੀਂ ਬਹੁਤ ਵਾਰ ਸੁਣਿਆ। ਯੂਕਰੇਨ ਦੀ ਜੰਗ ਜਿਹੜੀ ਹੈ ਉਹਦਾ ਕਾਰਨ, ਇਹ ਸ਼ੁਰੂ ਕਿਉਂ ਹੋਈ, ਕੀਵ ਦੇ ਵਿੱਚ ਹੈ ਕੀ ਕਾਰਨ ਕੀ, ਤੇ ਇਹਨੇ ਹੁਣ ਮਹਾਂਦਰਾ ਕੀ ਬਦਲਣਾ, ਕਿੱਧਰ ਨੂੰ ਜਾਏਗੀ, ਕਦ ਨਿਬੜੇਗੀ। ਟਰਕੀ ਦੇ ਵਿੱਚ ਹੋ ਰਹੀ ਡੀਲ ਦੇ ਵਿੱਚ ਕੀ ਹੋਏਗਾ, ਜ਼ਿਆਦਾ ਐਸਕਲੇਟ ਹੋਏਗਾ, ਹੋਰ ਬੰਬਾਰੀ ਹੋਏਗੀ, ਉਸ ਤੋਂ ਬਾਅਦ ਠੰਡੀ ਗੱਲ ਹੋ ਜਾਏਗੀ, ਜਾਂ ਜਿਹੜੀਆਂ ਰਿਸਟ੍ਰਿਕਸ਼ਨਸ ਲਾਈਆਂ ਨੇ ਚੱਕ ਦੇਣਗੇ, ਕੀ ਹੋਏਗਾ। ਇਸ ਤੇ ਗੱਲਬਾਤ ਕਰਨ ਲਈ ਸਰਦਾਰ ਅਜੇਪਾਲ ਸਿੰਘ ਬਰਾੜ। ਬਰਾੜ ਸਾਹਿਬ ਸਵਾਗਤ ਜੀ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਰਾੜ ਸਾਹਿਬ, ਸਭ ਤੋਂ ਪਹਿਲਾਂ ਖੈਰ ਪਤਾ ਤਾਂ ਲੱਗ ਰਿਹਾ ਸੀ ਕ੍ਰਾਈਮੀਆ ਨੂੰ ਟੇਕ ਓਵਰ ਕੀਤਾ, ਫਿਰ ਕਰਚ ਦੀ ਖਾੜੀ ਤੇ ਅਡੇਸਾ ਤੇ ਮਾਰੋਪੋਲੀ ਨੂੰ ਦੋਨਾਂ ਨੂੰ ਜੋੜਨ ਦੇ ਲਈ ਉਹ ਖਾੜੀ ਨੂੰ ਰੋਕ ਕੇ ਬਹਿ ਗਿਆ ਰੂਸ। ਕੰਧ ਤੇ ਲਿਖਿਆ ਸੀ, ਨੈਟੋ ਵਾਲੇ ਆਪਣਾ ਰੌਲਾ ਪਾਉਂਦੇ ਰਹੇ, ਨੈਟੋ 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 ਬਿਲਡ ਕਰਦੇ ਰਹੇ। ਲੜਾਈ ਦਾ ਕਾਰਨ ਕੀ ਬਣਿਆ, ਤੇ ਇਸ ਲੜਾਈ ਨੂੰ ਤੁਸੀਂ ਤੁਹਾਡੇ ਮਨ ਦੇ ਵਿੱਚ ਸੀ ਕਿ ਲੜਾਈ ਕਦੇ ਵੀ ਸ਼ੁਰੂ ਹੋ ਸਕਦੀ ਸੀ, ਜਾਂ ਇਹ ਪਹਿਲਾਂ ਹੋ ਗਈ, ਜਾਂ ਇਹ ਹੋਣੀ ਸੀ? ਜੀ ਆਏ ਹੈ ਕਿ ਲੜਾਈ ਦਾ ਮੁੱਢ ਤਾਂ ਤਕਰੀਬਨ ਜਦੋਂ ਸਮਝ ਲਓ ਰਸ਼ੀਆ ਰੂਸ ਸੋਵੀਅਤ ਰੂਸ ਟੁੱਟਿਆ ਜਾਂ ਖਿੰਡਰਿਆ ਪੁੰਡਰਿਆ, ਉਦੋਂ ਹੀ ਵੱਜ ਗਿਆ ਸੀਗਾ ਜਦੋਂ ਯੂਕਰੇਨ ਵੱਖਰਾ ਹੋਇਆ, ਯੂਕਰੇਨ ਤੇ ਬੈਲਾਰੂਸ ਵੱਖਰੇ ਹੋਏ ਰੂਸ ਤੋਂ। ਜਦੋਂ ਜਿਹੜਾ ਰੂਸ ਹੈਗਾ ਉਹ ਜਦੋਂ ਸੋਵੀਅਤ ਰਸ਼ੀਆ ਸੀ, ਤੇ ਉਹ ਜਦੋਂ ਉਹਨੇ
ਆਪਦਾ ਗੋਰਬਾਚੇਵ ਨੇ ਉਹਨੂੰ ਡਿਸਮੈਂਟਲ ਕਰਤਾ ਜਾਂ ਉਹਦੇ 'ਚ ਸੁੱਟਿਆ, ਪਰ ਉਹਨੂੰ ਕਿਤੇ ਵੀ ਉਮੀਦ ਨਹੀਂ ਸੀ ਕਿ ਬੈਲਾਰੂਸ ਤੇ ਯੂਕਰੇਨ ਵੀ ਸਾਡੇ ਹਿੱਸਾ ਨਹੀਂ ਰਹਿਣਗੇ। ਉਹਦਾ ਇੱਕ ਹਰੇਕ ਜਿਵੇਂ ਆਪਦੇ ਦੇਸ਼ ਦਾ ਜਾਂ ਆਪਦੇ ਖਿੱਤੇ ਦਾ ਇੱਕ ਪਰਸਪੈਕਟਿਵ ਹੁੰਦਾ ਵੇਖਣ ਦਾ ਜੀ। ਤੇ ਰੂਸ ਜਿਹੜਾ ਮੌਜੂਦਾ ਰੂਸ ਆ ਉਹ ਆਪਦੀ ਜਿਹੜੀ ਹਿਸਟਰੀ ਆ ਜਾਂ ਉਹਦਾ ਇਤਿਹਾਸ ਆ ਉਹ ਯੂਕਰੇਨ ਚੋਂ ਵੇਖਦਾ। ਉੱਥੇ ਇੱਕ ਕੀਵ ਸ਼ਹਿਰ ਹੈਗਾ, ਕੀਵ ਸ਼ਹਿਰ ਚੋਂ ਸਭ ਤੋਂ ਪਹਿਲਾਂ ਰੂਸੀ ਸਲਤਨਤ ਸ਼ੁਰੂ ਹੋਈ। ਵਲਾਦੀਮੀਰ ਨਾਂ ਦਾ ਇੱਕ ਬੰਦਾ ਸੀ, ਵਲਾਦੀਮੀਰ ਪੁਤਨ ਦਾ ਨਾਂ ਵੀ ਅੱਜ ਕੱਲ੍ਹ ਵਲਾਦੀਮੀਰ ਹੀ ਹੈਗਾ। ਵਲਾਦੀਮੀਰ ਨਾਂ ਦਾ ਇੱਕ ਬੰਦਾ ਇੱਕ ਨੇ ਸਾਮਰਾਜ ਕਾਇਮ ਕੀਤਾ, ਉਹਨੂੰ ਕੀਵੀਅਨ ਰੂਸ ਕਹਿੰਦੇ ਸੀਗੇ। ਜਦੋਂ ਮੰਗੋਲਾਂ ਦੇ ਹਮਲੇ ਹੋਣੇ ਸ਼ੁਰੂ ਹੋਏ ਤਾਂ ਉਹਨਾਂ ਨੇ ਉਹ ਕੀਵੀਅਨ ਰੂਸ ਵਾਲਾ ਜਿਹੜਾ ਕੈਪੀਟਲ ਆਪਦਾ ਰਾਜਧਾਨੀ ਬਦਲ ਕੇ ਉਹ ਮਾਸਕੋ 'ਚ ਆ ਗਏ, ਕਿਉਂਕਿ ਉਹ ਪ੍ਰੋਟੈਕਟ ਹੋ ਜਾਂਦੀ ਸੀ। ਸਮੇਂ ਤੇ ਰੂਸ ਆਪਦੇ ਆਪ ਨੂੰ, ਉਹਨਾਂ ਨੇ ਮੰਗੋਲਾਂ ਤੇ ਹਮਲੇ ਤੋਂ ਬਾਅਦ ਇਹ ਸਮਝਿਆ ਕਿ ਵੀ ਰੂਸ ਨੂੰ ਜੇ ਪ੍ਰੋਟੈਕਟ ਕਰਨਾ ਹੈ, ਰੂਸ਼ੀਅਨ ਅੰਪਾਇਰ ਨੂੰ ਪ੍ਰੋਟੈਕਟ ਕਰਨਾ ਤਾਂ ਇਹਨੂੰ ਐਕਸਪੈਂਡ ਕਰਨਾ ਪਊਗਾ। ਉਹ ਪੱਛਮ 'ਚ, ਪੂਰਬ 'ਚ, ਹੇਠਾਂ ਸਭ ਪਾਸੇ ਉਹਨਾਂ ਨੇ ਐਕਸਪੈਂਸ਼ਨ ਦੀ ਪਾਲਿਸੀ ਰੱਖੀ। ਅੱਡ ਡਾਇਨੈਸਟੀਜ਼ ਆਈਆਂ। ਇਵਾਨ ਦਾ ਟੈਰੀਬਲ ਇੱਕ ਸੀਗਾ, ਉਹਨੇ ਵੀ ਬਹੁਤ ਤੇਜ਼ੀ ਨਾਲ ਐਕਸਪੈਂਡ ਕੀਤਾ, ਫਿਰ ਘਟਿਆ ਰੂਸ। ਫਿਰ ਦੁਬਾਰਾ ਜਦੋਂ ਪੀਟਰ ਦਾ ਗ੍ਰੇਟ ਰੋਮਨੋਵ ਜਿਹੜੇ ਜ਼ਾਰਜ਼ ਆਏ ਸੀ, ਉਹਨਾਂ ਨੇ ਵੀ ਰਸ਼ੀਆ ਨੂੰ ਬਹੁਤ ਐਕਸਪੈਂਡ ਕੀਤਾ। ਤੇ ਇੱਕ ਉਹਨਾਂ ਨੇ ਇੱਕ ਨੈਚੁਰਲ ਬਾਉਂਡਰੀ ਬਣਾਈ ਕਿ ਵੀ ਈਸਟ ਵੱਲ ਤਾਂ ਉਹ ਸਮੁੰਦਰ ਨੂੰ ਹੀ ਜਾ ਲੱਗੇ ਦੂਜੇ ਪਾਸੇ, ਤੇ ਹੇਠਾਂ ਉਹ ਆਪਣਾ ਟਰਕੀ ਤੇ ਜਿਹੜਾ ਅਜ਼ਰਬਾਈਜਾਨ ਇਹਨਾਂ ਇਲਾਕੇ 'ਚ ਕਾਕਸ ਮਾਊਂਟੇਨਸ ਤੱਕ ਜਾਂਦੇ ਰਹੇ, ਕੈਸਪੀਅਨ ਸੀ ਤੱਕ ਜਾਂਦੇ ਰਹੇ। ਤੇ ਪੱਛਮ ਦੇ ਵਿੱਚ ਉਹਨਾਂ ਨੂੰ ਸਭ ਤੋਂ ਵੱਡੇ ਚੈਲੰਜ ਆਉਂਦੇ ਸੀ, ਤੇ ਪੱਛਮ 'ਚ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਜਿੰਨਾ ਅਸੀਂ ਧੱਕਾ ਮਾਰ ਸਕੀਏ ਅੱਗੇ ਤੱਕ, ਪੋਲੈਂਡ ਤੱਕ ਅਸੀਂ ਪਹੁੰਚੀਏ। ਜਦੋਂ ਰੂਸ ਸੋਵੀਅਤ ਰਸ਼ੀਆ ਆਪਦੀ ਪੂਰੀ ਚਰਮ ਸੀਮਾ ਤੇ ਸੀ, ਪੂਰੀ ਤਾਕਤ ਤੇ ਸੀ, ਤਾਂ ਬੈਲਾਰੂਸ, ਯੂਕਰੇਨ, ਲਸੂਨੀਆ, ਲਟਾਵੀਆ ਇਹ ਸਾਰੇ ਉਹਦਾ ਹਿੱਸਾ ਸੀਗੇ। ਉਦੋਂ ਅਗਲੀ ਇੱਕ ਲੇਅਰ ਸੀਗੀ ਜਿਹਨਾਂ ਨੂੰ ਅਸੀਂ ਹੰਗਰੀ, ਰੋਮਾਨੀਆ, ਪੋਲੈਂਡ ਇਹ ਮੁਲਕ ਕਹਿੰਦੇ ਆ। ਇਹ ਉਹਨੂੰ ਕਰੰਪਲ ਜ਼ੋਨ ਕਹਿੰਦੇ ਸੀ ਵੀ ਜੇ ਇੱਥੇ ਹਮਲਾ ਹੋ ਗਿਆ ਤਾਂ ਸਮਝ ਲਓ ਸੋਵੀਅਤ ਰੂਸ ਤੇ ਹਮਲਾ ਹੋ ਗਿਆ। ਤੇ ਉਦੋਂ ਵੀ ਅੱਗੇ ਉਹਨੇ ਤਾਕੇ ਈਸਟ ਜਰਮਨੀ ਤੇ ਖੜਾ ਸੀਗਾ। ਜਦੋਂ ਇਹ ਸਾਰਾ ਕੁਛ ਟੁੱਟਿਆ ਤਾਂ ਸਮਝ ਲਓ ਉਹਦੇ ਤੋਂ ਪਹਿਲਾਂ ਤਾਂ ਉਹ ਗਏ, ਫਿਰ ਅਗਲਾ ਉਹ ਕਰੰਪਲ ਜ਼ੋਨ ਨਾਟੋ 'ਚ ਜਾਂਦੀ ਰਹੀ। ਫਿਰ ਲਤੂਵੀਆ, ਲਟਾਨੀਆ ਜਾਂ ਲਟਾਵੀਆ, ਲਥੂਨੀਆ ਇਹ ਚਲੇ ਗਏ। ਤਾਂ ਹੁਣ ਉਹਦੀ ਇੱਕ ਅਖੀਰਲੀ ਹੱਦ ਆ ਗਈ ਸੀ ਕਿ ਯੂਕਰੇਨ ਤੇ ਬੈਲਾਰੂਸ। ਜਦੋਂ ਯੂਕਰੇਨ ਦੇ ਵਿੱਚ ਵੀ ਜੇ ਨਾਟੋ ਆ ਜਾਂਦੀ ਹੈ ਜੀ, ਤਾਂ ਉਹਦੇ ਵਿੱਚ ਜਿਹੜਾ ਐਗਜ਼ਿਸਟਿੰਗ ਰਸ਼ੀਆ ਹੈਗਾ, ਜਿਹਨੂੰ ਹੁਣ ਰਸ਼ੀਆ ਕਹਿੰਦੇ ਆਪਾਂ, ਉਹਨੂੰ ਡਿਫੈਂਡ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ। ਉਹ ਬਹੁਤ ਵਾਸਟ ਫਰੰਟੀਅਰ ਬਣ ਜਾਂਦਾ। ਉਹ ਫਰੰਟੀਅਰ ਦੇ ਉੱਤੇ ਟੈਂਕਾਂ ਦਾ ਹਮਲਾ ਡਿਫੈਂਡ ਕਰਨ ਵਾਸਤੇ ਰਸ਼ੀਆ ਨੂੰ ਬਹੁਤ ਜ਼ਿਆਦਾ ਖਰਚਾ ਕਰਨਾ ਪੈਂਦਾ। ਠੀਕ ਹੈ ਜੀ। ਉਹ ਖਰਚਾ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਉਹ ਜ਼ੋਨ ਇਕਨੋਮਿਕਲੀ ਉਹ ਖਤਮ ਕਰਦਾ। ਸੈਕੰਡਲੀ ਉਹਦਾ ਬਲੈਕ ਸੀ ਦੇ ਉੱਤੇ ਥੋੜਾ ਬਹੁਤ ਜਿਹੜਾ ਉਹਦਾ ਵਾਰਮ ਪੋਰਟ ਹੈਗਾ, ਉਹ ਵੈਸੇ ਕੋਈ ਐਡਾ ਵੱਡਾ ਵਾਰਮ ਪੋਰਟ ਨੀਗਾ, ਉਹਦੀਆਂ ਵੀ ਦਿੱਕਤਾਂ ਉਹਨੂੰ ਬਹੁਤ ਹੈਗੀਆਂ, ਪਰ ਜਿੰਨਾ ਕੁ ਹੈ ਉਹ ਕ੍ਰੀਮੀਆ ਦੇ ਨੇੜੇ, ਉਹ ਵੀ ਉਹਨੂੰ ਪਰੇਸ਼ਾਨੀ ਉੱਥੇ ਵੀ ਆ ਜਾਂਦੀ ਆ ਜੀ। ਦੂਸਰਾ, ਜੇ ਯੂਕਰੇਨ ਚੋਂ ਜ਼ੋਰ ਮਾਰ ਕੇ ਕੋਈ ਟੈਂਕਾਂ ਦਾ ਅਟੈਕ ਹਿਟਲਰ ਨੇ ਕੋਸ਼ਿਸ਼ ਕੀਤੀ ਸੀ, ਉਹਨੂੰ ਵੋਲਗਾ-ਗਰੋਡ ਰੈਡ ਗੈਪ ਕਹਿੰਦੇ ਆ, ਕਿ ਉਹ 700 ਮੀਲ ਦਾ ਇੱਕ ਟੈਂਕ ਗੈਪ ਉਹ 2 ਜਾਂ 3 ਦਿਨਾਂ 'ਚ ਕਵਰ ਕਰਕੇ ਦੁਸ਼ਮਣ ਕੈਸਪੀਅਨ ਸੀ ਤੱਕ ਪਹੁੰਚ ਜਾਂਦਾ, ਅਸਤਰਖਾਨ ਤੱਕ। ਸੋ ਆਲਮੋਸਟ ਰਸ਼ੀਆ ਤਬਾਹ ਹੋ ਸਕਦਾ ਹੈ ਜੀ ਜੇ ਯੂਕਰੇਨ ਦੇ ਵਿੱਚ ਨਾਟੋ ਦੀ ਤਾਕਤ ਆ ਜਾਏ, ਤਾਂ ਉਹ ਹੌਲੀ ਹੌਲੀ ਇਕਨੋਮਿਕਲੀ ਖਤਮ ਹੋ ਜਾਏ। ਸੋ ਰਸ਼ੀਆ ਵਾਸਤੇ ਜਾਂ ਇਹ ਕਹਿ ਲਓ ਪੁਤਿਨ ਵਾਸਤੇ ਉਹ ਐਗਜ਼ਿਸਟੈਂਸ਼ੀਅਲ ਥ੍ਰੈਟ ਸੀ। ਉਹਨੂੰ ਲੱਗਦਾ ਸੀ ਜਦੋਂ ਕਿ ਵੀ ਇਹ ਨਾਟੋ ਵੱਲ ਜਾ ਰਿਹਾ, ਜ਼ੈਲੈਂਸਕੀ ਜਾਂ ਯੂਰਪੀਅਨ ਯੂਨੀਅਨ 'ਚ ਜਾ ਰਿਹਾ। ਯੂਰਪੀਅਨ ਯੂਨੀਅਨ ਪਹਿਲਾ ਕਦਮ ਸੀ, ਨਾਟੋ ਅਗਲਾ ਹੋ ਜਾਣਾ ਸੀ ਉਹਦਾ। ਤੇ ਇਹ ਇਸ ਕਰਕੇ ਵੀ ਇਹ ਲੜਾਈ ਉਹਨੂੰ ਇਨਐਵਿਟੇਬਲ ਸੀ, ਉਹਨੂੰ ਆਪਦੀ ਐਗਜ਼ਿਸਟੈਂਸ ਜਾਂ ਇਸ ਤਰੀਕੇ ਦਾ ਰਸ਼ੀਆ ਜਿਹਾ ਚਾਹੁੰਦੇ ਆਪਦਾ ਰਸ਼ੀਆ, ਉਹ ਜਿਹਾ ਰਸ਼ੀਆ ਰੱਖਣ ਵਾਸਤੇ ਉਹਨੂੰ ਇਹ ਲੜਨਾ ਪੈਣਾ। ਸੋਵਰਨ ਨੇਸ਼ਨ ਜਿਹੜੀ ਹੈ ਜੀ, ਸੁਤੰਤਰ ਕੋਈ ਦੇਸ਼, ਉਹ ਕਿਸੇ ਨਾਲ ਰਹਿ ਸਕਦਾ, ਕਿਸੇ ਨਾਲ ਨਹੀਂ। ਗੁਆਂਢੀ ਦਾ ਕਿੰਨਾ ਕਿਸ ਨੂੰ ਜੇ ਆਲਮੀ ਪੱਧਰ ਤੇ ਵੇਖਿਆ ਜਾਵੇ ਲਜਿਟ ਤਾਂ ਕਰ ਲੈਂਦੇ ਆ ਜੀ। ਜਦ ਲੜਾਈ ਕਰਨੀ ਹੋਵੇ, ਬੁਸ਼ ਨੇ ਹਮਲਾ ਇਰਾਕ ਤੇ ਬੋਲਿਆ ਸੀ, ਰਸਾਇਣਕ ਹਥਿਆਰ ਨੇ ਹੈ ਨਹੀਂ ਸੀ। ਉਹਦੇ ਬਾਅਦ 9/11 ਹੋਇਆ, ਜਿਹੜਾ ਅਫਗਾਨਿਸਤਾਨ ਤੇ 20 ਸਾਲ ਲਾਤੇ ਤੇ ਫਿਰ ਸਡਨ ਉਹਨੂੰ ਛੱਡ ਕੇ ਛੱਡਿਆ ਏ ਉਹਨਾਂ ਨੂੰ, ਉਹਨਾਂ ਦੇ ਹਾਲ ਤੇ। ਅਮਰੀਕਾ ਦੀ ਭੂਮਿਕਾ ਜਿਹੜੀ ਹੈ ਜੀ, ਉਸ ਨੂੰ ਕਿਵੇਂ ਵੇਖਦੇ ਹੋ ਤੁਸੀਂ? ਅੱਜ ਆਲਮੀ ਪੱਧਰ ਤੇ ਅਮਰੀਕਾ ਕਿੱਥੇ ਖੜਾ? ਪਹਿਲੀ ਗੱਲ ਤਾਂ ਸੋਵਰੈਨਿਟੀ ਜਿਹੜੀ ਆਪਾਂ ਨੇਸ਼ਨਸ ਦੀ ਕਹਿੰਦੇ ਆ ਨਾ, ਇਹ ਬਹੁਤ ਵੱਡੀ ਇੱਕ ਮਿੱਥ ਹੈਗੀ ਆ ਆਪਦੇ ਆਪ 'ਚ। ਠੀਕ ਹੈ, ਇੱਕ ਵਾਰੀ ਬਹੁਤ 10-12 ਸਾਲ ਪਹਿਲਾਂ
10 ਨਹੀਂ ਹੁਣ ਘੱਟ 5-7 ਸਾਲ ਪਹਿਲਾਂ ਦੀ ਗੱਲ 2014 ਤੋਂ ਬਾਅਦ ਪੁਤਿਨ ਦੀ ਮੀਟਿੰਗ ਹੋਈ ਸੀ ਮੋਦੀ ਨਾਲ। ਉਹਨੇ ਮੋਦੀ ਨੂੰ ਇਹ ਗੱਲ ਆਖੀ ਸੀ ਕਿ ਵੀ ਤੁਸੀਂ ਆਪਦੇ ਆਪ ਨੂੰ ਸੋਵਰਨ ਨਾ ਸਮਝਿਆ ਕਰੋ। ਇਹ ਸੋਵਰੈਨਿਟੀ ਜਿਹੜੀ ਹੈਗੀ ਹੈ ਜੀ, ਇਹ ਬਹੁਤ ਵੱਡੀ ਮਿੱਥ ਆ। ਤਾਕਤਾਂ ਜਿਹੜੀਆਂ ਹੈਗੀਆਂ, ਜਿਹੜੇ ਵੱਡੇ ਨੇਸ਼ਨ ਆ ਉਹਨਾਂ ਦੇ ਸਮਝ ਲਓ ਐਮਪਾਇਰਸ ਹੈਗੇ ਆ, ਹਾਂ ਕੰਟਰੋਲ ਵੱਧ ਘੱਟ ਆ। ਉਹ ਲਾਈਨਾਂ ਟੱਪਣ ਤੋਂ ਪਹਿਲਾਂ ਉਹ ਬੈਲੈਂਸ ਆਫ ਪਾਵਰ ਵੇਖਦੇ, ਜੇ ਬੈਲੈਂਸ ਆਫ ਪਾਵਰ ਵਿਗੜਦੀ ਹੈ ਤਾਂ ਦੂਜਾ ਦੇਸ਼ ਦੂਜੇ 'ਚ ਵੜ ਜਾਂਦਾ ਅੱਜ ਵੀ। ਠੀਕ ਹੈ ਜੀ, ਆਪਾਂ ਬਹੁਤ ਇੰਸਟੈਂਸਸ ਵੇਖੇ ਪਿੱਛੇ। ਅਮਰੀਕਾ ਉਹਨੂੰ ਲਿਬਰੇਸ਼ਨ ਦਾ ਨਾਂ ਲੈ ਕੇ ਵੜ ਜਾਂਦਾ, ਜਦੋਂ ਕੋਈ ਹੋਰ ਉਸ ਦੇ ਦੇਸ਼ 'ਚ ਆਉਂਦਾ ਤਾਂ ਉਹਨੂੰ ਹਮਲਾ ਕਹਿ ਦਿੰਦਾ ਅਮਰੀਕਾ। ਸੋ ਅਮਰੀਕਾ ਇੱਕ ਸਾਮਰਾਜ ਆਪਦਾ ਸਿਰਜ ਰਿਹਾ, ਉਹ ਦੁਨੀਆ 'ਚ ਹੀ ਉਹ ਤਾਕਤ ਨੂੰ ਸਿਰਜਦਾ। ਤੇ ਉਹ ਉੱਥੇ ਜਿਹੜਾ ਅਮਰੀਕਨ ਸਾਮਰਾਜ ਹੈਗਾ ਜਿਹੜਾ, ਉਹਦੀ ਐਗਜ਼ਿਸਟੈਂਸ ਹੀ ਇਹ ਦੇਖ ਕੇ ਉਹਨੇ ਇੰਪੀਰੀਅਲਿਸਟਿਕ ਰਹਿਣਾ। ਉਹਦੀ ਕੈਪੀਟਲਿਜ਼ਮ ਦੀ ਇਹ ਜ਼ਰੂਰਤ ਆ ਉਹਦੀ ਕਿ ਉਹਨੇ ਇੰਪੀਰੀਅਲਿਜ਼ਮ ਨੂੰ ਇੰਪੋਜ਼ ਕਰਨਾ, ਉਹਨੇ ਅੱਗੇ ਵੱਧਦੇ ਜਾਣਾ। ਦੂਸਰੀ ਜਿਹੜੀ ਸਭ ਤੋਂ ਵੱਡੀ ਕੰਪਲਸ਼ਨ ਆ ਅਮਰੀਕਾ ਤੇ ਉਹ ਆ ਕਿ ਮੈਕਿੰਡਰਸ ਦੀ ਜਿਹੜੀ ਥਿਓਰੀ ਹੈਗੀ ਆ, ਉਹ ਇਹ ਕਹਿੰਦੀ ਹੈਗੀ ਆ, ਜਿਹੜੀ ਜੀਓਪੋਲਿਟਿਕਲ ਪਾਲਿਸੀ ਥਿਓਰੀ ਹੈ, ਕਿ ਵੀ ਜੇ ਹਾਰਟਲੈਂਡ ਜਿੱਥੇ ਰਸ਼ੀਆ ਹੈਗਾ, ਜੇ ਉੱਥੋਂ ਕੋਈ ਵੱਡੀ ਤਾਕਤ ਉੱਠਦੀ ਆ ਤੇ ਉਹ ਤਾਕਤ ਅਮਰੀਕਾ ਵਾਸਤੇ ਕਦੀ ਵੀ ਖਤਰਾ ਬਣੂਗੀ। ਹੁਣ ਉਹਨੂੰ ਉਹ 2-3 ਪਾਸਿਓਂ ਬੰਨ ਲਾਉਂਦਾ। ਇੱਕ ਪਾਸੇ ਤਾਂ ਉਹ ਬੰਨ ਲਾਉਂਦਾ ਉਹਨੂੰ ਪੱਛਮ ਵੱਲੋਂ ਕਿ ਉਹਨੂੰ ਰੋਕਦਾ, ਦੂਜੇ ਪਾਸੇ ਨੀਚੇ ਅਫਰੀਕਾ ਆਪਣਾ ਅਰਬ ਮੁਲਕਾਂ ਤੋਂ ਤੇ ਮੁਸਲਮਾਨ ਦੇਸ਼ਾਂ ਤੋਂ ਉਹਨੂੰ ਉਹਦੀ ਅਗਾਂਹ ਨੂੰ ਵਧਣ ਤੋਂ ਰੋਕਦਾ ਹੈਗਾ। ਜਿਵੇਂ ਅਫਗਾਨਿਸਤਾਨ ਚੋਂ ਵੱਧ ਚੱਲਿਆ ਸੀ ਤਾਂ ਉਹਨੂੰ ਉੱਥੇ ਲੜਾਈ ਲੜੀ, ਉਹਨੂੰ ਪੂਰਾ ਰੋਕਿਆ ਪਾਕਿਸਤਾਨ ਦੀ ਮਦਦ ਕਰਕੇ। ਤੇ ਤੀਜਾ ਪਾਸਾ ਹੈਗਾ ਜਿੱਧਰ ਉਹਨੂੰ ਪੂਰਬ ਵੱਲੋਂ ਰੋਕਦਾ। ਪਰ ਹੁਣ ਹਾਲਾਤ ਐਸੇ ਬਦਲੇ ਸੀਗੇ ਕਿ ਰੂਸ ਇਹ ਹਰ ਪਾਸੇ ਵੱਧਦਾ ਜਾ ਰਿਹਾ ਸੀਗਾ। ਉਹਨੇ ਅਫਗਾਨਿਸਤਾਨ 'ਚ ਵੀ ਆਪਦਾ ਇਨਫਲੂਐਂਸ ਵਧਾ ਲਿਆ ਸੀ, ਪਾਕਿਸਤਾਨ ਨਾਲ ਆਪਦਾ ਇਨਫਲੂਐਂਸ ਵਧਾ ਲਿਆ ਸੀ, ਟਰਕੀ ਨਾਲ ਵੀ ਉਹ ਥੋੜਾ ਬਹੁਤ ਕਰ ਰਿਹਾ ਸੀ, ਈਰਾਨ ਨਾਲ ਤਾਂ ਪੂਰਾ ਹੀ ਉਹਦਾ ਇਨਫਲੂਐਂਸ ਬਣ ਗਿਆ ਸੀ, ਤੇ ਚੀਨ ਨਾਲ ਵੀ ਚੀਨ ਵੀ ਬੜੀ ਵੱਡੀ ਤਾਕਤ ਹੈ ਮੌਜੂਦ ਸੀ। ਜੇ ਚੀਨ ਤੇ ਰੂਸ ਮਿਲ ਕੇ ਕਿਸੇ ਢੰਗ ਨਾਲ, ਉਹ ਅਮਰੀਕਾ ਨੂੰ ਬਹੁਤ ਵੱਡਾ ਚੈਲੰਜ ਬਣ ਸਕਦੇ ਸੀ ਆਉਣ ਵਾਲੇ ਟਾਈਮ 'ਚ। ਸੋ ਅਮਰੀਕਾ ਦੀ ਪਾਲਿਸੀ ਵੀ ਇਹ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਉਕਸਾ ਕੇ ਰੂਸ ਨੂੰ ਯੂਕਰੇਨ ਵਾਲੀ ਜੰਗ ਦੇ ਵਿੱਚ ਜੇ ਫਸਾ ਲਿਆ ਜਾਵੇ ਤਾਂ ਸ਼ਾਇਦ ਗਲੋਬਲ ਸ਼ਿਫਟ ਜਿਹੜੀ ਆ ਰਹੀ ਆ ਪਾਵਰ ਦੀ, ਉਹਨੂੰ ਕਿਵੇਂ ਨਾ ਕਿਵੇਂ ਰੋਕਿਆ ਜਾ ਸਕੇ। ਅੱਛਾ ਬਰਾੜ ਸਾਹਿਬ, ਹੁਣ ਸਮਝ ਨਹੀਂ ਆਉਂਦੀ, ਬਹੁਤ ਵਾਰ ਜਦ ਇਸ ਤੇ ਆਪਾਂ ਗੱਲ ਕਰਦੇ ਹਾਂ, ਹੁਣ ਅਸਾਦ ਦੀ ਮੈਂ ਗੱਲ ਕਰਦਾ ਸੀ ਇੱਕ ਦਿਨ, ਯਾਰ ਦੇਸ਼ ਤੂੰ ਕਿਹੜਾ ਬਚਾ ਲਿਆ, ਦੇਸ਼ ਤਾਂ ਤੇਰਾ ਲੈਵਲ ਹੋ ਗਿਆ, ਕਾਹਦੇ ਤੇ ਰਾਜ ਕਰੇਗਾ ਤੂੰ। ਜਿਵੇਂ ਪੰਜਾਬ ਦੇ ਮੈਂ ਕਹਿਣਾ ਹੁੰਦਾ ਵੀ ਜੇ ਰਾਜ ਕਰਨ ਵਾਲੇ ਹੀ ਨਾ ਰਹੇ ਹੋ, ਤੁਸੀਂ ਕਿਹਦੇ ਤੇ ਰਾਜ ਕਰੋਗੇ। ਹੁਣ ਕੀ ਕੁਛ ਨਹੀਂ ਹੋਇਆ, ਸੀਰੀਆ ਜਿਹੜਾ ਇੱਕ ਪ੍ਰਯੋਗਸ਼ਾਲਾ ਬਣ ਗਿਆ, ਰੂਸ ਵਿੱਚ ਬੈਠ ਗਿਆ ਆ ਕੇ, ਇੱਕੋ ਇੱਕ ਨੈਵਲ ਪੋਰਟ ਉਹਨੇ ਦੱਬ ਲਈ, ਉਹਦੇ ਸਖੋਈ ਜਹਾਜ਼ ਉੱਥੇ ਉਤਰ ਗਏ ਤੇ ਲੈਟਿਕਾ 에ਅਰ ਬੇਸ ਉਹਦੇ ਕੋਲ ਸੀ। ਅੱਛਾ, ਉੱਥੇ ਈਰਾਨ ਵੀ ਨਾਲ ਮਦਦ ਕਰ ਰਿਹਾ ਸੀ, ਈਰਾਨ ਦੇ ਨਾਲ ਰੂਸ ਸੀ। ਹੁਣ ਇੱਥੇ ਇਜ਼ਰਾਈਲ ਵੀ ਭੂਮਿਕਾ ਨਿਭਾ ਰਿਹਾ, ਜ਼ੈਲੈਂਸਕੀ ਯਹੂਦੀ ਹੈ ਇੱਕ, ਉਹ ਸਾਰਿਆਂ ਨੂੰ ਕਹਿ ਰਿਹਾ ਇੱਥੇ ਨੋ ਫਲਾਈ ਜ਼ੋਨ ਕਰੋ, ਨੋ ਫਲਾਈ ਜ਼ੋਨ ਕਰੋ। ਅਸਾਦ ਦੇ ਅਗੇਂਸਟ ਆਈਸਿਸ ਵੀ ਸੀ, ਕੁਰਦ ਵੀ ਸੀ, ਤੇ ਹੁਣ ਉਹ ਲੈਵਲ ਹੋ ਗਿਆ। ਇਸ ਤਰ੍ਹਾਂ ਹੀ ਯੂਕਰੇਨ ਜਿਹੜਾ ਹੈ ਇਹ ਢਹਿ ਗਿਆ ਜੀ ਸਾਰਾ ਕੁਛ, ਕੀਵ ਥੋੜ੍ਹਾ ਜਿਹਾ ਰਹਿੰਦਾ ਹੈ ਤੇ ਬਾਕੀ ਤਾਂ ਰਿਹਾ ਕੱਖ ਨਹੀਂ ਜੀ। ਇਹ ਲੜਾਈਆਂ ਬਰਾੜ ਸਾਹਿਬ ਜਦ ਲਾਉਣ ਵਾਲੇ ਤੇ ਜਿਨ੍ਹਾਂ ਤੇ ਚੜ੍ਹਦੇ ਆ ਫੌਜਾਂ, ਉਹਨਾਂ ਨੂੰ ਪਤਾ ਹੁੰਦਾ ਵੀ ਕੱਖ ਨਹੀਂ ਰਹਿਣਾ ਦੇਸ਼ 'ਚ, ਉਹਦੇ ਬਾਅਦ ਵੀ ਲੜਾਈਆਂ ਲੱਗੀ ਜਾਂਦੀਆਂ ਜੀ। ਨਾਲੇ UNO, ਨੈਟੋ, ਯੂਰਪੀਅਨ ਯੂਨੀਅਨ, ਬਹੁਤ ਕੁਛ ਹੈ। ਫਿਰ ਇਹਦਾ ਮਤਲਬ ਡਾਇਲੋਗ ਲਈ ਤਾਂ ਇਹ ਹੈ ਨਹੀਂ ਬੋਡੀਜ਼ ਜੀ। ਜੀ ਇਹਦੇ ਵਿੱਚ ਨਾ ਥੋੜਾ ਜਿਹਾ ਵੇਖੋ, ਆਪਾਂ ਨੂੰ ਯੂਕਰੇਨ ਦੀ ਲੀਡਰਸ਼ਿਪ ਨੂੰ ਵੇਖਣਾ ਪਊਗਾ। ਯੂਕਰੇਨ ਕਈ ਜਗ੍ਹਾ ਸਮਝਦਾ ਹੁੰਦਾ ਕਿ ਯੂਕਰੇਨ ਦੀ ਤਰਾਸਦੀ ਤਕਰੀਬਨ ਆਪਾਂ ਪੰਜਾਬੀ ਸਮਝ ਸਕਦੇ ਹਾਂ ਕਿ ਯੂਕਰੇਨ ਦੇ ਵਿੱਚ ਤਰ੍ਹਾਂ ਦੇ ਲੀਡਰ ਹੈਗੇ ਆ, ਤਰ੍ਹਾਂ ਦੀਆਂ ਗਰੁੱਪਸ ਹੈਗੇ ਆ। ਕੋਈ ਰੂਸੀ ਪੱਖੀ ਆ, ਕੋਈ ਅਮਰੀਕੀ ਪੱਖੀ ਆ, ਕੋਈ ਜਰਮਨ ਪੱਖੀ ਆ, ਪਰ ਕੋਈ ਯੂਕਰੇਨ ਪੱਖੀ ਤੇ ਰਿਹਾ ਨਹੀਂ ਜੀ ਹਾਲੇ ਤੱਕ। ਠੀਕ ਹੈ ਨਾ, ਜਿਹੜੀ ਯੂਕਰੇਨ ਦੀ ਸੋਚੇ। ਤੇ ਉਹਦੇ ਵਿੱਚ ਜ਼ੈਲੈਂਸਕੀ ਨੇ ਜਿਹੜਾ ਇਹ ਪੈਂਤੜਾ ਅਖਤਿਆਰ ਕੀਤਾ ਕਿ ਵੀ ਮੈਨੂੰ ਨਾਟੋ ਜਾਂ ਮੈਨੂੰ ਯੂਰਪੀਅਨ ਯੂਨੀਅਨ ਜਾਂ ਮੈਂ ਵੈਸਟ ਦੇ ਨਾਲ ਅਲਾਈਨ ਹੋ ਜਾ, ਜਿੱਥੇ ਹਾਲਾਂਕਿ ਜਰਮਨੀ ਵੀ ਨਹੀਂ ਚਾਹੁੰਦਾ ਕਿ ਵੀ ਉਹ ਵੈਸਟ ਨਾਲ ਅਲਾਈਨ ਹੋਵੇ, ਉਹ ਵੀ ਸ਼ਾਂਤੀ ਚਾਹੁੰਦੇ ਆ, ਯੂਰਪ ਵੀ ਸ਼ਾਂਤੀ ਚਾਹੁੰਦਾ, ਪਰ ਉਹ ਅਮਰੀਕਾ ਨਾਲ ਅਲਾਈਨ ਹੋਇਆ। ਕੁਛ ਕੌਨਸਪੀਰੇਸੀ ਥਿਓਰੀਜ਼ ਵੀ ਕਹਿੰਦੇ ਆ ਕਿ ਵੀ ਕੁਛ ਲੋਕ ਉਹਦੇ ਰਿਸ਼ਤੇਦਾਰ ਹੈਗੇ ਆ ਜਿਹੜੇ ਦਾਦਿਆਂ ਤੋਂ ਯਹੂਦੀ, ਜਿਹੜੇ ਅਮਰੀਕਾ ਦੇ ਐਡਮਿਨਿਸਟ੍ਰੇਸ਼ਨ 'ਚ ਹੈਗੇ। ਪਰ ਚਲੋ ਇਹ ਤਾਂ ਕੌਨਸਪੀਰੇਸੀ ਥਿਓਰੀਜ਼ ਹੈਗੀਆਂ, ਬਟ ਮੋਟੇ ਤੌਰ ਤੇ ਜਿਹੜਾ ਆਈਡੀਅਲ ਅਪਰੋਚ ਬਣਦੀ ਸੀਗੀ ਜ਼ੈਲੈਂਸਕੀ ਵਰਗੇ ਬੰਦੇ ਦੀ, ਉਹ ਇਹ ਬਣਦੀ ਸੀਗੀ ਕਿ ਯੂਕਰੇਨ ਨੂੰ ਨਿਊਟਰਲ ਰੱਖਿਆ ਜਾਂਦਾ। ਇੱਕ ਉਹ ਜਗ੍ਹਾ ਰੱਖੀ ਜਾਂਦੀ ਜਿਹਦੇ ਵਿੱਚ ਉਹ ਗਰੰਟੀ ਦਿੰਦੇ ਕਿ ਅਸੀਂ ਨਾ ਅਮਰੀਕਾ ਨਾਲ ਜਾਵਾਂਗੇ ਤੇ ਨਾ ਜਾਵਾਂਗੇ ਅਸੀਂ ਰੂਸ ਦੇ ਨਾਲ, ਤੇ ਉਹਦੇ ਨਾਲ ਉਹ ਬੈਸਟ ਪ੍ਰੋਗਰੈਸ ਕਰ ਸਕਦਾ ਸੀ। ਤੇ ਵੈਸਟ ਦੇ ਵਿੱਚ ਉਹਦਾ ਇੱਕ ਉਦਾਹਰਣ ਵੀ ਆ ਜਿਹੜਾ ਸਵਿਟਜ਼ਰਲੈਂਡ। ਦੇਖੋ ਸਵਿਟਜ਼ਰਲੈਂਡ ਇੱਕ ਐਸਾ ਮੁਲਕ ਆ ਜਿਹਨੇ ਉਹ
ਸਾਰਾ ਯੂਰਪ ਇੱਕ ਦੂਜੇ ਨਾਲ ਲੜਦਾ ਰਿਹਾ, ਪਰ ਸਵਿਟਜ਼ਰਲੈਂਡ ਆਪਦੇ ਆਪ ਨੂੰ ਸੇਫ ਕਰਕੇ ਬੈਠਾ ਰਿਹਾ, ਪ੍ਰੋਗਰੈਸ ਕਰਦਾ ਰਿਹਾ, ਸਟੈਂਡਰਡ ਆਫ ਲਿਵਿੰਗ ਆਪਦੇ ਲੋਕਾਂ ਦੀ ਚੱਕਦਾ ਰਿਹਾ। ਅੱਜ ਇੱਕ ਰਿਚ ਕੰਟਰੀ ਹੈਗਾ। ਯੂਕਰੇਨ ਕੋਲ ਸਾਰਾ ਕੁਝ ਸੀਗਾ, ਬਟ ਉਹਨੂੰ ਇਸ ਲੜਾਈ ਦੇ ਵਿੱਚ ਆਪਦਾ ਨੈਸ਼ਨਲਿਜ਼ਮ, ਅੱਜ ਉਹ ਲੜ ਰਹੇ ਆ, ਰੂਸ ਨਾਲ ਲੜ ਰਹੇ ਆ, ਤਾਂ ਲੜ ਕਿਸ ਗੱਲ ਦਾ ਰਹੇ ਆ? ਅਖੀਰ ਗੱਲ ਤਾਂ ਜ਼ੈਲੈਂਸਕੀ ਬੈਠ ਕੇ ਹੀ ਕਰਦਾ ਨਾ ਵੀ ਅਸੀਂ ਨਿਊਟਰਲ ਰਹਿਣ ਨੂੰ ਤਿਆਰ ਹੈਗੇ ਆ, ਪ੍ਰੋਵਾਈਡਡ ਸਾਡੀ ਇੰਟੈਗਰਿਟੀ ਰਵੇ। ਉਹ ਇੰਟੈਗਰਿਟੀ ਰਹਿ ਜਾਣੀ ਸੀ ਮਤਲਬ ਦੇਸ਼ ਦੀ, ਜੇ ਉਹ ਕਿਤੇ ਨਿਊਟਰੈਲਿਟੀ ਦੀ ਗਰੰਟੀ ਦਿੰਦਾ। ਦੇਖੋ ਕਿਸੇ ਜਦੋਂ ਐ ਸੈਂਟਰ 'ਚ ਬੈਠੇ ਹੋਵੋ ਤੇ ਕਮਜ਼ੋਰ ਹੋਵੋ ਤਾਂ ਤੁਸੀਂ ਕਿਸੇ ਧਿਰ ਵਾਸਤੇ ਖੇਡੋਗੇ ਤਾਂ ਨੁਕਸਾਨ ਹੋਊਗਾ ਹੀ ਹੋਊਗਾ ਤੁਹਾਡਾ, ਜਾਂ ਉਧਰੋਂ ਹੋ ਜੂ ਜਾਂ ਉਧਰੋਂ ਹੋ ਜੂਗਾ। ਤਾਂ ਯੂਕਰੇਨ ਜਿਹੜਾ ਹੈਗਾ ਉਹਦੇ 'ਚੋਂ એનર્ਜੀ ਪਾਈਪਲਾਈਨਸ ਜਾਂਦੀਆਂ ਸੀ, ਉਹਦੇ ਵਿੱਚੋਂ ਫੂਡ ਜਾ ਸਕਦਾ ਸੀ, ਉਹ ਟ੍ਰੇਡਿੰਗ ਸੈਂਟਰ ਬਣ ਸਕਦਾ ਸੀ, ਪਰ ਉਹਨੂੰ ਨਿਊਟਰਲ ਰਹਿਣਾ ਬਹੁਤ ਜ਼ਰੂਰੀ ਸੀਗਾ। ਉਹ ਨਿਊਟਰੈਲਿਟੀ ਨੂੰ ਜਦੋਂ ਉਹਨੇ ਨਹੀਂ ਮੰਨਿਆ ਤਾਂ ਇਹ ਸਮਝ ਲਓ ਕਿ ਉਹ ਦੋਸਤਾਨਾਂ ਦੇ ਭੇੜ 'ਚ ਆ ਗਿਆ। ਤੇ ਨੈਟੋ ਨੇ ਜਿਹੜੇ ਮੈਂਬਰ ਬਣਾਉਣ ਲਈ ਸਾਰੀ ਤਿਆਰੀ ਦੇ ਵਿੱਚ ਸੀ, ਕੁਛ ਨਹੀਂ ਕੀਤਾ ਜੀ। ਹੁਣ ਬਸ ਹਥਿਆਰ ਦੇ ਰਹੇ ਨੇ, 300 ਬਿਲੀਅਨ ਜੀ, 400 ਬਿਲੀਅਨ, 500 ਬਿਲੀਅਨ। ਹਥਿਆਰਾਂ ਨਾਲ ਕੀ ਹੋਏਗਾ ਜੀ? ਖਤਮ ਹੋ ਜਾਏਗਾ ਇਹ ਤਾਂ। ਇਹ ਇੱਕ ਸੈੱਟ ਜੀ ਚੀਜ਼ ਕੀਤੀ ਹੋਈ ਹੈ। ਜਿਹੜੇ ਵੱਡੇ ਦੇਸ਼ ਨੇ ਸਿੱਧੇ ਤਾਂ ਹੁਣ ਨੋ ਫਲਾਈ ਜ਼ੋਨ 'ਤੇ ਮੰਨਿਆ ਨਹੀਂ ਅਮਰੀਕਾ। ਉਹ ਕਹਿੰਦਾ ਨਾ ਅਸੀਂ ਨੋ ਫਲਾਈ ਜ਼ੋਨ ਤੇਰੇ ਲਈ ਕਿਵੇਂ ਕਰ ਲਈਏ, ਤੂੰ ਕਿਹੜਾ ਸਾਡਾ ਮੈਂਬਰ ਹੈ। ਹਾਂ, ਪਿੱਛੇ ਪੋਲੈਂਡ ਦੇ ਵਿੱਚ, ਰੋਮਾਨੀਆ ਦੇ ਵਿੱਚ, ਹੰਗਰੀ ਦੇ ਵਿੱਚ ਉਹ ਸਾਰੇ ਉਹਨਾਂ ਨੇ ਜੰਗੀ ਮਸ਼ਕਾਂ ਕਰ ਲਈਆਂ ਅਤੇ ਆਪਣੇ ਜਹਾਜ਼ 'ਤੇ ਸਾਰਾ ਕੁਛ ਉੱਥੇ ਬਿਠਾ ਕੇ ਬਹਿ ਗਏ ਵੀ ਗਾਹ ਨੂੰ ਨਾ ਰੂਸ ਆਵੇ ਜੀ। ਸੋ ਫਿਰ ਇਹਦੇ ਵਿੱਚ ਲੀਡਰਸ਼ਿਪ ਦੀ ਘਾਟ ਰਹੇਗੀ ਜ਼ੈਲੈਂਸਕੀ ਦੀ ਜੀ। ਫਿਰ ਬਿਲਕੁਲ ਜੀ, ਜ਼ੈਲੈਂਸਕੀ ਦੇਖੋ, ਜ਼ੈਲੈਂਸਕੀ ਇਹ ਐਸਟੀਮੇਟ ਕਰ ਗਿਆ ਕਿ ਜੇ ਮੈਂ ਇਹ ਲੜੂੰਗਾ ਤਾਂ ਮੈਨੂੰ ਯੂਰਪੀਅਨ ਯੂਨੀਅਨ 'ਚ ਲੈ ਲੈਣਗੇ, ਮੈਂ ਟੱਕਰ ਲਈ ਰੱਖੂੰਗਾ ਤਾਂ ਨਾਟੋ 'ਚ ਲੈ ਲੈਣਗੇ। ਵੇਅਰ ਤੁਸੀਂ ਵੇਖੋ ਅਮਰੀਕਾ ਦੀ ਸਟ੍ਰੈਟਜੀ ਕੀ ਹੈ। ਅਮਰੀਕਾ ਇਜ਼ ਨਾਟ ਇੰਟਰਸਟਡ ਕਿ ਉਹ ਯੂਕਰੇਨ ਨੂੰ ਸੇਵ ਕਰੇ ਜਾਂ ਯੂਕਰੇਨ ਨੂੰ ਬਚਾਵੇ ਨਾਟੋ ਬਣਾ ਕੇ। ਉਹਦਾ ਇੰਟਰਸਟ ਹੈ ਕਿ ਮੈਂ ਰਸ਼ੀਆ ਨੂੰ ਇੰਨਾ ਕਮਜ਼ੋਰ ਕਰਦਾ ਜਾਂ ਇੰਨਾ ਕ੍ਰਿਪਲ ਕਰਦਾ ਜਾਂ ਐਸੇ ਮੇਰੇ ਕੋਲ ਬਹਾਨੇ ਆ ਜਾਣ ਜਿਹਦੇ ਨਾਲ ਮੈਂ ਉਹਨੂੰ ਇਕਨੋਮਿਕਲੀ ਟਾਈਟ ਕਰਦਾ ਕਿ ਜਿਹੜਾ ਲਿਬਰਲ ਡੈਮੋਕ੍ਰੈਟਿਕ ਰਿਫਾਰਮਸ ਹੈਗੇ ਆ ਜਾਂ ਛੋਟਾ ਰਸ਼ੀਆ ਬਣਾ ਕੇ ਉਹਨੂੰ ਹਮੇਸ਼ਾ ਵਾਸਤੇ ਇੱਕ ਉਸ ਤਰੀਕੇ ਦੀ ਉੱਥੇ ਸਰਕਾਰ ਲਿਆਵਾਂ ਜਿਹੜੀ ਅਖੌਤੀ ਡੈਮੋਕ੍ਰੈਟਿਕ ਜਾਂ ਲਿਬਰਲ ਟਾਈਪ ਆਫ ਸਿਸਟਮ ਲੈ ਆਵਾਂ, ਜਿਹੜਾ ਕਿ ਰਸ਼ੀਅਨ ਥਾਟ ਜਿਹੜੀ ਹੈਗੀ ਆ ਉਹ ਖਤਮ ਹੋ ਕੇ ਇੱਥੇ ਅਮਰੀਕਨ ਕਲਚਰ ਆ ਜੇ। ਤੇ ਇਹ ਚੀਜ਼ ਉਹਦੀ ਸਾਰੀ ਕੋਸ਼ਿਸ਼ ਹੈਗੀ ਆ। ਤੇ ਉਹਦੇ ਵਾਸਤੇ ਉਹ ਯੂਕਰੇਨ ਨੂੰ ਇੱਕ ਤਰ੍ਹਾਂ ਅਫਗਾਨਿਸਤਾਨ ਵਾਂਗੂ ਵਰਤਣਾ ਚਾਹੁੰਦਾ। ਜਿਵੇਂ ਕਿਸੇ ਸਮੇਂ ਅਫਗਾਨਿਸਤਾਨ 'ਚ ਉਹਨਾਂ ਨੇ ਰੂਸ ਨੂੰ ਫਸਾ ਲਿਆ ਸੀ, ਉਵੇਂ ਹੀ ਉਹਨੂੰ ਫਸਾਤਾ। ਉਹ ਉਹਨਾਂ ਕੋ ਉਹਨਾਂ ਨੂੰ ਹਥਿਆਰ ਦਿੰਦੇ ਰਹਿਣਗੇ ਜਿੱਥੇ ਉਹ ਲੜਾਈ ਲੰਬੀ ਚੱਲਦੀ ਰਹੇ। ਮਤਲਬ ਅਮਰੀਕਾ ਦੀ ਇਹ ਕੋਸ਼ਿਸ਼ ਹੋਊਗੀ ਕਿ ਇਹ ਲੜਾਈ ਤਕਰੀਬਨ ਕੋਈ 7-8 ਸਾਲ 9 ਸਾਲ ਚੱਲੇ। ਉਸ ਬਹਾਨੇ ਸੈਂਕਸ਼ਨਸ ਵੀ ਲੱਗੀਆਂ ਰਹਿਣਗੀਆਂ, ਉਸ ਬਹਾਨੇ ਹੋਰ ਟਾਈਟਨਿੰਗ ਹੁੰਦੀ ਰਹੂਗੀ। ਉਹ ਹੋ ਸਕਦਾ ਉਹਨਾਂ ਦਾ ਟਾਰਗੇਟ ਯੂਕਰੇਨ ਨਹੀਂ, ਉਹਨਾਂ ਦਾ ਟਾਰਗੇਟ ਹੈ ਯੂਕਰੇਨ ਦੇ ਵਿੱਚ ਦਬਾਅ ਵਧਾ ਕੇ ਕਰਕੇ ਤੇ ਅਸੀਂ ਪੁਤਿਨ ਦੀ ਸਰਕਾਰ ਨੂੰ ਦੇਖਦੀ ਹੈ ਕਿ ਉੱਥੇ ਆਪਦੀ ਮਰਜ਼ੀ ਦੇ ਹੁਕਮਰਾਨ ਲਈਏ ਜਾਂ ਆਪਦੀ ਮਰਜ਼ੀ ਦਾ ਸਿਸਟਮ ਲੈ ਕੇ ਆਈਏ। ਜਿਹੜੀ ਗੱਲ ਨੂੰ ਜ਼ੈਲੈਂਸਕੀ ਇਹ ਕਹਿ ਲਓ ਕਿ ਵੀ ਆਪਦੇ ਦੇਸ਼ ਬਾਰੇ ਜਾਂ ਆਪਦੇ ਲੋਕਾਂ ਬਾਰੇ ਜਾਂ ਤਾਂ ਸੋਚ ਨਹੀਂ ਸਕਿਆ, ਜਾਂ ਉਹਦੀ ਥਾਟ ਇੰਨੀ ਲੰਬੀ ਹੈ ਨਹੀਂ ਸੀ, ਜਾਂ ਉਹ ਇਸ ਗੱਲਾਂ ਨੂੰ ਸਮਝ ਨਹੀਂ ਸਕਿਆ, ਜਾਂ ਉਹਦਾ ਕੋਈ ਆਪਦਾ ਹਿੱਤ ਸੀਗਾ ਤੇ ਉਹ ਸਮਝ ਲਓ ਉਹਦੇ ਹੱਥੀਂ ਚੜ ਗਿਆ ਜੀ ਤੇ ਉਹਨੇ ਉਹ ਲੜਾਈ ਛੇੜ ਲਈ। ਅੱਛਾ ਬਰਾੜ ਸਾਹਿਬ, ਆਰਥਿਕ ਪਾਬੰਦੀਆਂ ਕਿਊਬਾ ਤੇ ਲੱਗੀਆਂ ਰਹੀਆਂ, 40 ਵਰ੍ਹੇ ਹੋ ਗਏ, 50 ਲੋਕਾਂ ਦਾ ਵਾਤਾਵਰਨ ਵਧੀਆ ਹੋ ਗਿਆ ਤੇ ਰੋਟੀ ਖਾਂਦੇ ਨੇ, ਹੱਸਦੇ ਨੇ, ਸਭ ਤੋਂ ਖੁਸ਼ ਨੇ। ਆਰਥਿਕ ਪਾਬੰਦੀਆਂ ਰੂਸ ਨੂੰ ਕੀ ਕਰ ਸਕਦੀਆਂ ਨੇ ਜੀ? ਦੇਖੋ ਜੀ, ਕਿਊਬਾ ਤੇ ਰੂਸ 'ਚ ਬਹੁਤ ਅੰਤਰ ਹੈਗੇ ਆ। ਹਾਲੇ ਤੱਕ ਵੈਸੇ ਰੂਸ ਦੇ ਉੱਤੇ ਉਸ ਤਰੀਕੇ ਦੀਆਂ ਆਰਥਿਕ ਪਾਬੰਦੀਆਂ ਵੀ ਨਹੀਂ ਰੱਖੀਆਂ ਕਿ ਵੀ ਰੂਸ ਨੂੰ ਬਿਲਕੁਲ ਕ੍ਰਿਪਲ ਕਰ ਦਿੱਤਾ ਜਾਵੇ। ਤੇ ਪਰ ਜਿਹੜੀ ਉਹਦੀ ਇਕਨੋਮਿਕ ਗਰੋਥ ਸੀਗੀ ਜਾਂ ਉਹਦੀ ਜਿਹੜੀ ਇਨਫਰਾਸਟਰਕਚਰ ਬਿਲਡਿੰਗ ਕੈਪੇਬਿਲਿਟੀ ਸੀ ਜਾਂ ਉਹਦੇ ਹਥਿਆਰਾਂ ਦੀ ਬਿਲਡਿੰਗ ਕੈਪੇਬਿਲਿਟੀ ਸੀ, ਉਹਦੇ ਉੱਤੇ ਡੈਫੀਨੇਟਲੀ ਰੁਕਾਵਟ ਰੱਖਿਆ। ਇੱਕ ਪਿੱਛੇ ਜੇ ਪ੍ਰਿੰਸਟਨ ਯੂਨੀਵਰਸਿਟੀ ਦੇ ਤੁਹਾਡੇ ਇੱਧਰ ਇੱਕ ਸੋਸ਼ਲ ਸਾਇੰਟਿਸਟ ਹੈਗੇ ਆ ਮਾਲਡਰ, ਉਹਨਾਂ ਦੀ ਬਹੁਤ ਸੋਹਣੀ ਇੱਕ ਰਿਸਰਚ ਆਈ ਆ ਇਹ ਸੈਂਕਸ਼ਨਸ ਦੇ ਉੱਤੇ। ਉਹ ਕਹਿੰਦੇ ਸੈਂਕਸ਼ਨਸ ਇੰਨੀਆਂ ਸਟਰੋਂਗ ਵੀ ਨਹੀਂ ਲਾਉਣੀਆਂ ਚਾਹੀਦੀਆਂ ਕਿ ਵੀ ਦੂਜਾ ਜਿਹੜਾ ਮੁਲਕ ਆ ਉਹ ਕੋਈ ਹੋਰ ਰਾਹ ਲੱਭ ਲੇ। ਐਕਚੁਅਲੀ ਸੈਂਕਸ਼ਨਸ ਹੁੰਦੀਆਂ ਕੀ, ਸੈਂਕਸ਼ਨਸ ਸ਼ੁਰੂ ਤੋਂ ਲੱਗਦੀਆਂ ਹੀ ਹੈ ਜੀ। ਜਦੋਂ ਵੱਡੇ ਹਮਲੇ ਹੁੰਦੇ ਸੀ, ਸ਼ਹਿਰਾਂ ਨੂੰ ਘੇਰ ਲਿਆ ਜਾਂਦਾ ਸੀਗਾ ਜਾਂ ਕਿਲਿਆਂ ਨੂੰ ਘੇਰ ਲਿਆ ਜਾਂਦਾ ਸੀ, ਉਹ ਇੱਕ ਤਰ੍ਹਾਂ ਦੀ ਸੈਂਕਸ਼ਨ ਹੀ ਹੁੰਦੀ ਸੀ ਨਾ ਕਿ ਵੀ ਰਸਦ ਅੰਦਰ ਨਹੀਂ ਜਾ ਸਕਦੀ, ਕੋਈ ਚੀਜ਼ ਬਾਹਰ ਨਹੀਂ ਜਾ ਸਕਦੀ। ਤੁਹਾਨੂੰ ਘੇਰਾਬੰਦੀ ਕਰੀ ਰੱਖਾਂਗੇ, ਹੌਲੀ ਹੌਲੀ ਤੁਹਾਨੂੰ ਅੰਦਰ ਦਿੱਕਤਾਂ ਵਧਣ ਲੱਗ ਜਾਂਦੀਆਂ। ਜਦੋਂ ਵਧਣ ਲੱਗ ਜਾਂਦੀਆਂ ਤੁਹਾਡੀ ਵਿਲ ਟੂ ਫਾਈਟ ਖਤਮ ਹੋ ਜੂਗੀ, ਤੁਸੀਂ ਹਥਿਆਰ ਸਿੱਟ ਦੋ। ਤੇ ਇਹ ਹੁਣ ਦੇਸ਼ਾਂ ਦੇ ਆਸੇ ਪਾਸੇ ਉਸ ਤਰੀਕੇ ਤੇ ਲਾਈ ਜਾਂਦੀ ਆ। ਪਰ ਰੂਸ ਦੇ ਕੋਲੇ ਐਨਰਜੀ ਆ, ਉਹ ਐਨਰਜੀ ਉਹਨੂੰ ਵੇਚਣੀ ਹੈਗੀ ਆ ਤੇ ਐਨਰਜੀ ਉਹਨੂੰ ਚਾਹੀਦੀ ਆ, ਤੇਲ ਦੇ ਫਾਰਮ 'ਚ ਵੀ ਚਾਹੀਦੀ ਆ ਤੇ ਗੈਸ ਦੇ ਵਿੱਚ ਵੀ ਯੂਰਪ ਨੂੰ ਚਾਹੀਦੀ ਆ। ਤੇ ਯੂਰਪ ਉਹਨੂੰ ਓਨਾ ਸਾਹ ਦਵਾਉਂਦਾ ਰਹੂਗਾ। ਹਲੇ ਉਸ ਲੈਵਲ ਦੀਆਂ ਸੈਂਕਸ਼ਨ ਨਹੀਂ ਲਾਈਆਂ ਜਿਹੜੀਆਂ ਈਰਾਨ ਤੇ ਲੱਗੀਆਂ ਵੀ, ਹਲੇ ਵੀ ਉਹਦਾ ਫਲੋ ਜਾਰੀ ਆ।
ਪਰ ਇਸ ਟਾਈਮ ਜਿਹੜੀ ਰਸ਼ੀਅਨ ਬ੍ਰੈਂਟ ਆਇਲ ਦਾ ਜਿਹੜਾ ਆਪਣਾ ਹੈਗਾ ਰਸ਼ੀਅਨ ਉਰਾਲ ਮਾਊਂਟਨਸ ਤੋਂ ਜਿਹੜਾ ਆਇਲ ਆ ਰਿਹਾ ਉਹਦਾ ਜਿਹੜਾ ਉਰਾਲ ਆਇਲ ਦਾ ਜਿਹੜੀ ਬੈਰਲ ਦੀ ਕੀਮਤ ਆ ਉਹ ਤਕਰੀਬਨ $30 ਤੇ ਆ ਡਿੱਗੀ ਹੈ, ਅਗਰ ਦੂਜੇ ਬੈਰਲ ਦੀ ਕੀਮਤ $120 ਹੋ ਗਈ ਹੈ। ਉੱਥੇ ਗਲਤ ਖੜਾ ਹੋ ਰਿਹਾ। ਸੋ ਉਹ ਜਿਹੜਾ ਡਿਸਕਾਊਂਟਡ ਪ੍ਰਾਈਸ ਦੇ ਉੱਤੇ ਹੁਣ ਉਹਦੇ ਬਾਇਰ ਖੜੇ ਹੋ ਗਏ ਆ। ਈਰਾਨ ਦੇ ਤੇਲ ਦੇ ਵੀ ਬਹੁਤ ਬਾਇਰ ਹੁੰਦੇ ਆ, ਪਰ ਈਰਾਨ ਦਾ ਤੇਲ ਜਿਹੜਾ ਹੈਗਾ ਉਹ ਟ੍ਰੇਡ ਨਹੀਂ ਹੁੰਦਾ, ਉਹ ਸਮਗਲਿੰਗ ਨਾਲ ਵਿਕਦਾ। ਕਿਤੇ ਸੋਨੇ ਦੇ ਬਦਲੇ ਵਿਕ ਜਾਂਦਾ ਹੈ, ਕਿਤੇ ਉਹ ਰਾਤ ਨੂੰ ਸ਼ਿਪਸ ਇੱਕ ਦੂਜੇ ਨੂੰ ਟਰਾਂਸਫਰ ਕਰ ਲੈਂਦੀਆਂ ਟੈਂਕਰਸ, ਜਾਂ ਮਤਲਬ ਬੜਾ ਤਰੀਕਿਆਂ ਨਾਲ ਸਮਗਲ ਹੋ ਜਾਂਦਾ ਹੈ। ਪਰ ਜਿਹੜਾ ਰੂਸ ਦਾ ਤੇਲ ਆ ਉਹ ਚੀਨ ਤੇ ਭਾਰਤ ਉਹ ਇੰਨਾ ਨਹੀਂ ਲੈ ਸਕੂਗਾ, ਬਟ ਚੀਨ ਬਹੁਤ ਵੱਡਾ ਉਹਦਾ ਫਾਇਦਾ ਲਊਗਾ। ਚੀਨ ਉਸ ਆਇਲ ਨੂੰ ਲੈ ਸਕੂਗਾ ਤੇ ਉਹ ਇੰਨੀ ਜਲਦੀ ਆਪਾਂ ਕਹਿ ਦਈਏ ਕਿ ਰੂਸ ਗੋਡੇ ਟੇਕ ਨੂੰ ਇਸ ਗੱਲ ਦੇ ਉੱਤੇ ਆ ਕੇ ਨਹੀਂ, ਕਿਉਂਕਿ ਰੂਸ ਕੋਲੇ ਬਹੁਤ ਕੁਛ ਅੰਦਰ ਵੀ ਹੈ ਤੇ ਉਹ ਸਰਵਾਈਵ ਕਰ ਸਕਦਾ ਹੈ, ਮਤਲਬ ਜੇ ਉਹਨੇ ਸੋਚਿਆ ਹੋਊਗਾ। ਸੋ ਸੈਂਕਸ਼ਨ ਦਾ ਅਸਰ ਜ਼ਰੂਰ ਪਊਗਾ, ਸੈਂਕਸ਼ਨ ਦਾ ਅਸਰ ਉਹਨਾਂ ਦੇ ਲਾਈਫ ਸਟਾਈਲ ਦੇ ਉੱਤੇ, ਉਹਨਾਂ ਦੇ ਰਹਿਣੀ ਸਹਿਣੀ ਤੇ ਪਊਗਾ। ਤੇ ਇੰਟਰਸਟਿੰਗਲੀ ਇਹ ਕੀ ਹੋਇਆ ਕਿ 91 ਤੋਂ ਲੈ ਕੇ ਹੁਣ ਤੱਕ ਰੂਸ ਕਿਤੇ ਨਾ ਕਿਤੇ ਵੈਸਟਰਨ ਲਿਬਰਲਿਜ਼ਮ ਤੇ ਵੈਸਟਰਨ ਕੈਪੀਟਲ ਵਰਲਡ ਦੀ ਜਿਹੜੀ ਚੱਕਾ ਚੌਂਦ ਕਹਿ ਲਓ ਜਾਂ ਜੋ ਆਰਾਮ ਹੈਗਾ ਜਾਂ ਉਹ ਸਿਸਟਮ ਆ ਉਸ ਦੇ ਵਿੱਚ ਪੈ ਗਿਆ। ਅੱਜ ਦੀ ਡੇਟ 'ਚ ਤਕਰੀਬਨ 42% ਕਹਿੰਦੇ ਰੂਸੀ ਨੌਜਵਾਨ ਜਿਹੜਾ ਹੈਗਾ ਉਹ ਚਾਹੁੰਦਾ ਹੈ ਕਿ ਵੀ ਮੈਂ ਅਮਰੀਕਾ 'ਚ ਜਾਂ ਵੈਸਟਰਨ ਯੂਰਪ 'ਚ ਜਾਂ ਕੈਨੇਡਾ ਜਾਂ ਆਸਟ੍ਰੇਲੀਆ ਇੱਧਰ ਕਿਤੇ ਨਿਕਲ ਜਾ, ਰੂਸ ਛੱਡਣ ਨੂੰ ਫਿਰਦਾ। ਉਹਨਾਂ ਦੀ ਆਬਾਦੀ ਪਹਿਲਾਂ ਹੀ ਬਹੁਤ ਘੱਟ ਆ, ਛੱਡਣ ਨੂੰ ਫਿਰਦਾ। ਤੇ ਇਹ ਇਸ ਕਰਕੇ ਆ ਕਿਉਂਕਿ ਉਹ ਬ੍ਰਜ਼ੈਂਸਕੀ ਗੱਲ ਕਹਿੰਦੇ ਹੁੰਦੇ ਵੀ ਸਾਡੇ ਕੋਲ ਜਿਹੜਾ ਸਭ ਤੋਂ ਵੱਡਾ ਹਥਿਆਰ ਆ ਉਹ ਸਾਡੀ ਲਿਬਰਲ ਡੈਮੋਕ੍ਰੇਸੀ ਤੇ ਓਪਨ ਫ੍ਰੀ ਮਾਰਕੀਟ ਹੈਗੀ ਆ, ਤੇ ਉਹਦਾ ਅਸਰ ਨਜ਼ਰ ਆਉਂਦਾ। ਆਪਾਂ ਪੰਜਾਬ 'ਚੋਂ ਵੀ ਵੇਖਦੇ ਹਾਂ ਕਿਵੇਂ ਮਾਈਗ੍ਰੇਸ਼ਨ ਇੱਕ ਬਿਹਤਰ ਸਿਸਟਮ ਕਹਿ ਲਓ ਜਾਂ ਇੱਕ ਸੰਪੰਨ ਸਿਸਟਮ ਵੱਲ ਜਾਂ ਇੱਕ ਜ਼ਿਆਦਾ ਆਰਥਿਕ ਤੌਰ ਤੇ ਬਿਹਤਰ ਫਿਊਚਰ ਵੱਲ ਲੋਕ ਜਾ ਹੀ ਰਹੇ ਆ ਜੀ, ਉਵੇਂ ਰੂਸ ਚੋਂ ਨਿਕਲ। ਅੱਛਾ ਬਰਾੜ ਸਾਹਿਬ, ਹੁਣ ਚੀਨ ਤੇ ਭਾਰਤ ਦਾ ਦੱਸੀਏ, ਦੋਨੇ ਦੇਸ਼ਾਂ ਦੇ ਜਿਹੜੇ ਮੰਤਰੀ ਨੇ ਮਿਲੇ ਨੇ ਦਿੱਲੀ ਦੇ ਵਿੱਚ, ਕੀ ਇੱਥੋਂ ਸੁਨੇਹਾ ਇਸ ਜੰਗ ਤੋਂ ਰੂਸ ਦੇ ਖਿਲਾਫ ਇਹਨਾਂ ਵੱਡਿਆਂ ਦੇਸ਼ਾਂ ਦਾ, ਖਾਸ ਤੌਰ 'ਤੇ ਅਮਰੀਕਾ ਦਾ ਜ਼ੋਰ ਇਹ ਗੱਲ ਤੈਅ ਕਰੂਗਾ ਵੀ ਚੀਨ ਕਦੇ ਤਾਇਵਾਨ 'ਤੇ ਹਮਲਾ ਨਹੀਂ ਕਰਦਾ? ਨਹੀਂ, ਤਾਇਵਾਨ ਤੇ ਹਮਲੇ ਤੋਂ ਤਾਂ ਆਏ ਆ ਜੀ ਕਿ ਹਲੇ ਵੇਖੋ ਚੀਨ ਜਿਹੜਾ ਹੈ ਉਹ ਚੀਨ ਦੇ ਤੇ ਰੂਸ 'ਚ ਇੱਕ ਅੰਤਰ ਆ ਜੀ। ਚੀਨ ਚੱਲਦਾ ਕਛੂਏ ਦੀ ਚਾਲ ਤੇ ਬੜਾ ਫਰਮ ਫੁਟਿੰਗ ਤੇ ਚੱਲਦਾ ਹੈ। ਰੂਸ ਜਿਹੜਾ ਉਹ ਖਰਗੋਸ਼ ਨੂੰ ਕਾਲ ਕਰ ਗਿਆ ਕਿ ਵੀ ਕਿਵੇਂ ਨਾ ਕਿਵੇਂ ਮੈਂ ਕਰਾਂ, ਹੌਲੀ ਹੌਲੀ ਵੀ ਚੱਲ ਸਕਦਾ ਸੀ ਸਪੀਡ ਦੇ ਵਿੱਚ। ਤੇ ਰਸ਼ੀਆ ਜਿਹੜਾ ਚੀਨ ਆ ਉਹ ਮੇਰਾ ਖਿਆਲ ਨਹੀਂ ਇਸ ਉਹਦੇ 'ਚ ਹਲੇ ਪਊਗਾ, ਪਰ ਉਹ ਉਹਦੀ ਸ਼ੋਅ ਆਫ ਸਟਰੈਂਥ ਜ਼ਰੂਰ ਕਰਦਾ ਪਿਆ। ਤੁਸੀਂ ਵੇਖੋ ਨਾਰਥ ਕੋਰੀਆ ਜਿਹੜਾ ਹੈਗਾ ਉਹ ਚੀਨ ਦਾ ਹੀ ਇੱਕ ਪ੍ਰੋਕਸੀ ਹੈਗਾ, ਤੇ ਉਹਨੇ ਹੁਣ ਪਿੱਛੇ ਹਵਾਂਗ ਸੌਂਗ 17 ਜਿਹੜੀ ਮਿਜ਼ਾਈਲਸ ਉਹਨੇ ਫਾਇਰ ਕੀਤੀਆਂ ICBMs, ਤੇ ਉਹ ICBM ਦੀ ਜਿਹੜੀ ਰੇਂਜ ਹੈਗੀ ਆ ਉਹ USA ਦੀ ਮੇਨਲੈਂਡ ਤੇ ਉਹਦੇ ਬਿਯੋਂਡ ਤੱਕ ਵੀ ਇੱਕ ਪਰਟੀਕੁਲਰ ਟ੍ਰੈਜੈਕਟਰੀ ਤੇ ਫਾਇਰ ਕਰੇ ਤਾਂ ਉਹਦੇ ਬਿਯੋਂਡ ਵੀ ਜਾ ਸਕਦੀਆਂ। ਸੋ ਉਹਨੇ ਇੱਕ ਤਰ੍ਹਾਂ ਸੁਨੇਹਾ ਦਿੱਤਾ ਹੈ ਉਹਦੇ ਥਰੂ। ਦੂਸਰਾ, ਉਹਨੇ ਤਾਇਵਾਨ ਦੇ ਉੱਤੋਂ ਵੀ ਬਹੁਤ ਆਪਦੀਆਂ ਸੌਰਟੀਜ਼ ਫਲਾਈ ਕੀਤੀਆਂ ਤੇ ਉਹਨੇ ਆਪਦਾ ਅਸਰਟ ਕੀਤਾ ਕਿ ਵੀ ਤੁਸੀਂ ਤਾਇਵਾਨ ਨੂੰ ਯੂਕਰੇਨ ਨਾਲ ਸਮਝ ਲਿਓ, ਅਮਰੀਕਾ ਨੂੰ ਉਹਨੇ ਇੱਕ ਤਰ੍ਹਾਂ ਸੁਨੇਹਾ ਦਿੱਤਾ ਹੈ। ਦੂਸਰੇ ਪਾਸੇ ਹਿੰਦੁਸਤਾਨ ਨੇ ਵੀ 2-3 ਐਕਸ਼ਨਸ ਕੀਤੇ ਆ, ਜਿਹਦੇ ਵਿੱਚੋਂ ਇੱਕ ਇਹ ਸੀਗਾ ਕਿ ਅੰਡਮਾਨ ਦੇ ਵਿੱਚ ਇਹਨਾਂ ਨੇ ਹਾਈਪਰਸੋਨਿਕ ਬ੍ਰਹਮੋਸ ਮਿਜ਼ਾਈਲ ਫਾਇਰ ਕੀਤੀ ਆ, ਜਿਹੜਾ ਮੇਨ ਤੌਰ ਤੇ ਉਹਨਾਂ ਨੇ ਵਿਖਾਇਆ ਚੀਨ ਨੂੰ ਕਿ ਵੀ ਤੇਰੀਆਂ ਜਿਹੜੀਆਂ એનર્ਜੀ ਪਾਈਪਲਾਈਨਸ ਆ ਸਟ੍ਰੇਟਸ ਆਫ ਮਲੱਕਾ 'ਚ ਉਹ ਸਾਡੇ ਮਾਰ ਦੇ ਵਿੱਚ ਹੈਗੀਆਂ, ਤੈਨੂੰ ਇੱਥੋਂ ਤੇਲ ਦੇ ਟੈਂਕਰ ਜਿਹੜੇ ਟੱਪਣੇ ਮੁਸ਼ਕਿਲ ਹੋ ਸਕਦੇ ਆ। ਦੂਸਰਾ, ਉਹਨਾਂ ਨੇ ਇੱਕ ਹੁਣ ਪਿੱਛੇ ਜੇ ਇੱਕ ਮਿਜ਼ਾਈਲ, ਵੈਸੇ ਉਹਨੂੰ ਕਿਹਾ ਤਾਂ ਐਕਸੀਡੈਂਟ ਜਾਂਦਾ, ਬਟ ਉਹਦੇ ਤੇ ਕੋਈ ਵਾਰਹੈਡ ਨਹੀਂ ਲੱਗਿਆ ਸੀ, ਪੰਜਾਬ ਸਰਸੇ ਤੋਂ ਫਾਇਰ ਹੋਈ ਕਹਿੰਦੀ ਹੈਗੇ ਆ ਤੇ ਪਾਕਿਸਤਾਨ ਦੇ ਪੰਜਾਬ ਬਹਾਲਪੁਰ ਕੋਲੇ ਡਿੱਗੀ ਆ। ਤੇ ਉਹ ਵੀ ਇੱਕ ਤਰ੍ਹਾਂ ਦਾ ਸੁਨੇਹਾ ਹੀ ਆ ਕਿ ਵੀ ਜਿਹੜਾ CPEC ਆ ਉਹ ਸਾਡੀ ਮਾਰਚ ਹੈਗਾ। ਸੋ ਇਹ ਤਰੀਕੇ ਦੀ ਇੱਕ ਮਤਲਬ ਇਹ ਨਹੀਂ ਕਹਿ ਸਕਦੇ ਕੋਈ ਲੜਾਈ ਲੱਗਣ ਦਾ ਚਾਂਸ ਆ, ਬਟ ਆਪਦੀ ਤਾਕਤ ਜਾਂ ਆਪਦਾ ਸੁਨੇਹਾ ਦਿੱਤਾ ਜਾ ਰਿਹਾ ਜੀ। ਜਿਹੜਾ ਇੱਥੇ ਉਹਨਾਂ ਦਾ ਜਿਹੜੀ ਚੀਨ ਨਾਲ ਗੱਲਬਾਤ ਹੋਈ ਆ, ਉਹ ਮੇਰਾ ਅੰਦਾਜ਼ਾ ਇਹ ਹੈ ਕਿ ਉਹ ਇਹ ਹੈ ਕਿ ਵੀ ਕਿਤੇ ਨਾ ਕਿਤੇ ਕੋਈ ਮਿਸਟੇਕ ਨਾਲ ਕੋਈ ਜ਼ਿਆਦਾ ਕੁਛ ਨਾ ਹੋ ਜੇ। ਤੇ ਹਲੇ ਵੀ ਚੀਨ ਕੋਈ ਖੁਸ਼ ਨਹੀਂ, ਕਿਉਂਕਿ ਚੀਨ ਨੂੰ ਇਹ ਹੈਗਾ ਕਿ ਵੀ ਭਾਰਤ ਜਿੰਨੀ ਦੇਰ ਕੁਆਡ ਦਾ ਹਿੱਸਾ ਰਹੂ ਤਾਂ ਚੀਨ ਵਾਸਤੇ ਤਾਂ ਭਾਰਤ ਦਾ ਤੇ ਚੀਨ ਦਾ ਤਾਂ ਇੱਕ ਮਤਲਬ ਫਸਿਆ ਰਹੂਗਾ ਕਹਾਣੀ। ਤੇ ਬਰਾੜ ਸਾਹਿਬ, ਇਸ ਨੂੰ ਫਿਰ ਲੋਕ ਬਹੁਤ ਕ੍ਰਿਟਿਕ ਨੇ ਜਿਹੜੇ ਅਮਰੀਕਾ ਦੇ ਖਿਲਾਫ ਨੇ, ਕਹਿੰਦੇ ਯਾਰ ਇਹ ਪੰਗਾ ਖੜਾ ਕਰਦਾ। ਦੂਜੇ ਬੰਨੇ ਹੱਕ 'ਚ ਨੇ, ਉਹ ਕਹਿੰਦੇ ਜੇ ਨਾ ਹੋਵੇ ਤਾਂ ਮਾੜੇ ਮੋਟੇ ਨੇ ਜਿਹੜੇ ਉਹ ਟਿਕਣੇ ਨਾ ਦੇਣ। ਭਵਿੱਖ ਕੀ ਹੈ ਜੰਗ ਦਾ? ਤੇ ਫਿਰ ਨੈਟੋ ਤੇ ਯੂਰਪੀਅਨ ਯੂਨੀਅਨ ਤੇ ਰੂਸ
ਇਹ ਕਿੱਧਰ ਨੂੰ ਜਾਏਗੀ ਗੱਲ ਜੀ? ਇਹ ਨਿਬੜ ਜੂ ਜਾਂ ਲੰਬੀ ਜਾਊਗੀ? ਮੈਨੂੰ ਇਹ ਜਲਦੀ ਨਿਬੜਦੀ ਨਹੀਂ ਲੱਗਦੀ। ਜੇ ਕੋਈ ਬਾਈ ਚਾਂਸ ਛੋਟੀ ਮੋਟੀ ਟਰੀਟੀ ਹੋ ਵੀ ਜਾਂਦੀ ਆ ਤਾਂ ਉਹ ਟਰੀਟੀ ਦੁਬਾਰਾ ਕਿਤੇ ਨਾ ਕਿਤੇ ਫੇਰ ਉਹ ਉੱਠੂਗੀ, ਕਿਉਂਕਿ ਵੇਖੋ ਜਿਹੜਾ ਅਮਰੀਕਾ ਦਾ ਟਾਰਗੇਟ ਆ ਉਹ ਆ ਇੱਕ ਕਮਜ਼ੋਰ ਤੇ ਅਮਰੀਕਨ ਸਿਸਟਮ ਦੇ ਉੱਤੇ ਚੱਲਦਾ ਹੋਇਆ ਰੂਸ। ਠੀਕ ਹੈ ਜੀ, ਉਹ ਉਸ ਚੀਜ਼ ਨੂੰ ਉਹ ਪੁਸ਼ ਕਰਨਗੇ। ਹੋ ਸਕਦਾ ਇੱਕ ਸਮਝੌਤਾ ਹੋ ਜੇ, ਹੁਣ ਟਰਕੀ 'ਚ ਵੈਸੇ ਸਮਝੌਤਾ ਹੋ ਨਹੀਂ ਸਕਦਾ ਬਿਕੋਜ਼ ਜ਼ੈਲੈਂਸਕੀ ਨੇ ਬਹੁਤ ਹਾਰਡ ਲਾਈਨ ਲੈ ਲਈ ਆ, ਉਹਨੇ ਕ੍ਰੀਮੀਆ ਨੂੰ ਵੀ ਵਿੱਚ ਸਮਝੌਤੇ ਦੇ ਪਾਤਾ ਆ ਮਸਲੇ ਨੂੰ, ਤੇ ਜਿਹੜਾ ਕਿ ਨਹੀਂ ਹੋਣ ਲੱਗਿਆ। ਪਰ ਚਲੋ ਜੇ ਕਿਸੇ ਰੀਜ਼ਨ ਕਰਕੇ ਹੋ ਵੀ ਜਾਊਗਾ ਤਾਂ ਇਹ ਲੰਬਾ ਨਹੀਂ ਚੱਲੂਗਾ। ਉਹ ਰੂਸ ਨੂੰ ਕਿਸੇ ਵੀ ਹਾਲਤ 'ਚ, ਅਮਰੀਕਾ ਜੇ ਆਪਦੀ ਡੋਮੀਨੈਂਸ ਰੱਖਣਾ ਚਾਹੁੰਦਾ ਤਾਂ ਰੂਸ ਨੂੰ ਕਮਜ਼ੋਰ ਕਰੂਗਾ। ਹੁਣ ਇਹ ਵੇਖਣ ਵਾਲੀ ਗੱਲ ਆ ਕਿ ਵੇਖੋ ਲੜਾਈਆਂ ਦੇ ਜਿਹੜੇ ਬੈਲੈਂਸ ਹੁੰਦੇ, ਦੋ ਧਿਰਾਂ ਲੜਦੀਆਂ ਉਦੋਂ ਹੀ ਆ ਜਦੋਂ ਦੋਨਾਂ ਨੂੰ ਪੱਕਾ ਹੁੰਦਾ ਕਿ ਅਸੀਂ ਜਿੱਤਾਂਗੇ। ਜ਼ਿਆਦਾਤਰ ਕਿਤੇ ਖੈਰ ਮਜਬੂਰੀ ਵਾਲੀ ਲੜਾਈ ਵੀ ਲੜਨੀ ਪੈ ਜਾਂਦੀ, ਪਰ ਆਮ ਤੌਰ ਤੇ ਲੜਾਈ ਉਹ ਲੜੀ ਜਾਂਦੀ ਹੈ। ਜੇ ਉਸ ਤਰ੍ਹਾਂ ਦੀ ਲੜਾਈ ਦੇ ਵਿੱਚ ਵੇਖੀਏ ਤਾਂ ਜੇ ਰੂਸ ਧੱਕ ਜਾਂਦਾ ਤੇ ਯੂਕਰੇਨ ਤੇ ਕਾਬਜ਼ ਹੋ ਜਾਂਦਾ ਤਾਂ ਫਿਰ ਦੁਨੀਆ ਦਾ ਜਿਹੜਾ ਗਲੋਬਲ ਪਾਵਰ ਆ ਉਹ ਸ਼ਿਫਟ ਹੋਊਗੀ। ਉਹਦੇ ਵਿੱਚ ਭਾਰਤ ਵੀ ਨਵਾਂ ਰੁਖ ਕਰੂਗਾ, ਭਾਰਤ ਦੀ ਵੀ ਡਿਪਲੋਮੈਸੀ। ਭਾਰਤ ਵੇਖੋ ਹੁਣ ਦੋਨੇ ਪਾਸੇ ਚੱਲ ਰਿਹਾ, ਉਹਨੂੰ ਰੂਸ ਦੀ ਵੀ ਲੋੜ ਹੈ ਕਿਉਂਕਿ 70% ਹਥਿਆਰ ਉਹਦਾ ਰੂਸ ਤੋਂ ਆ ਤੇ ਉਹਨੂੰ ਸਪੇਅਰਸ ਚਾਹੀਦੇ ਆ, ਉਹਦੀ ਫੌਜਾਂ ਉਸ ਹਥਿਆਰਾਂ ਨਾਲ ਟ੍ਰੇਨਡ ਆ। ਫਿਰ ਉਹ S-400 ਵੀ ਲੈ ਰਿਹਾ, ਹੁਣ S-550 ਵੀ ਆਰਡਰ ਕਰ ਰਿਹਾ। ਪਰ ਬਾਈਡਨ ਗਵਰਨਮੈਂਟ ਜਿਹੜੀ ਆ ਉਹ ਨਾ ਤਾਂ ਕੈਟਸਾ ਦੀਆਂ ਸੈਂਕਸ਼ਨ ਲਾ ਰਹੀ ਆ ਭਾਰਤ ਤੇ ਨਾ ਹੀ ਆਪਣਾ ਇਹ ਕਹਿ ਰਹੀ ਹੈ ਕਿ ਅਸੀਂ ਨਹੀਂ ਲਾਵਾਂਗੇ, ਉਹ ਚੁੱਪ ਬੈਠੇ ਹੈਗੇ ਆ। ਸੋ ਇਹ ਜਿਹੜੀ ਯੂਕਰੇਨ ਜੰਗ ਆ ਇਹਦਾ ਆਊਟਕਮ ਦੱਸੂਗਾ ਕਿ ਗਾਂ ਵਰਲਡ ਕਿਵੇਂ ਹੋਊ, ਤੇ ਇਹਦਾ ਬਹੁਤ ਸਟਰੋਂਗ ਇਨਫਲੂਐਂਸ ਗਿੱਲ ਸਾਹਿਬ ਆਪਣੀਆਂ ਲਾਈਫ ਤੇ ਪੈਣ ਵਾਲਾ, ਆਪਣੀ ਜੀਵਨ ਤੇ ਬਹੁਤ ਪਊਗਾ, ਕਿਉਂਕਿ ਉਹਨੇ ਹੀ ਦੱਸਣਾ ਕਿ ਅਗਾਂਹ ਦੁਨੀਆ ਦਾ ਜਿਹੜਾ ਸੱਭਿਆਚਾਰ ਹੋਊਗਾ ਜਾਂ ਉਹ ਤਰੀਕਾ ਹੋਊਗਾ, ਘੱਟੋ ਘੱਟ ਭਾਰਤ ਵਰਗੇ ਮੁਲਕਾਂ 'ਚ ਜਾਂ ਏਸ਼ੀਆ 'ਚ ਕਿਸ ਤਰੀਕੇ ਦੇ ਰਾਜ ਆਉਣਗੇ ਜਾਂ ਕਿਸ ਤਰੀਕੇ ਦੀਆਂ ਸਰਕਾਰਾਂ ਆਉਣਗੀਆਂ, ਜੀਵਨ ਦੇ ਵਿੱਚ ਕਿਹੜੀਆਂ ਵੈਲਿਊਜ਼ ਇੰਪੋਰਟੈਂਟ ਹੋਣਗੀਆਂ। ਕੀ ਇਫੈਕਟ ਹੋਏਗਾ ਜੀ ਜੇ ਆਪਾਂ ਬੀਇੰਗ ਏ ਨੇਸ਼ਨ ਦੀ ਗੱਲ ਕਰੀਏ? ਜਦ ਆਪਾਂ ਗੱਲ ਪੰਜਾਬ ਦੀ ਕਰਦੇ ਹਾਂ, ਜਦ ਦੇਸ਼ ਦੇ ਨਾਲ ਪਾਕਿਸਤਾਨ ਦਾ ਅਤੇ ਪਾਕਿਸਤਾਨ ਅਤੇ ਚੀਨ ਦਾ CPEC ਦੀ ਤੁਸੀਂ ਗੱਲ ਕਰਦੇ ਹੋ, ਤੁਸੀਂ ਅਕਸਰ ਇਹ ਗੱਲ ਸਦਾ ਕਹਿੰਦੇ ਹੋ ਬਹੁਤ ਜ਼ੋਰ ਦੇ ਨਾਲ ਵੀ ਪੰਜਾਬ ਨੂੰ, ਦਿੱਲੀ ਨੂੰ ਖੁਸ਼ ਰੱਖਣਾ ਪਊਗਾ। ਪੰਜਾਬ ਦੇ ਕਿਉਂਕਿ ਬਫਰ ਜ਼ੋਨ ਹੈ ਅਤੇ ਇੱਕ ਸੋਵਰਨ ਨੇਸ਼ਨ, ਸੋਵਰਨ ਰਾਜ ਸੀ ਉੱਥੇ, ਅਤੇ ਫਿਰ ਕਿਹੋ ਜਿਹਾ ਤੁਸੀਂ ਵੇਖ ਰਹੇ ਹੋ? ਆਪਾਂ 60ਵਿਆਂ ਦੇ ਨੇੜੇ ਆ, ਤੁਸੀਂ ਥੋੜ੍ਹੇ ਜਿਹੇ ਛੋਟੇ ਹੋ, ਕੀ ਦੇਖਦੇ ਹੋ ਬਦਲਾਅ? ਕੀ ਦੇਖਾਂਗੇ ਅਸੀਂ ਜਾਂਦੇ ਜਾਂਦੇ? ਦੇਖੋ ਜੀ, ਦੇਖੋ ਦੋ ਸਿਨੈਰੀਓਜ਼ ਬਣਦੇ ਆ। ਇੱਕ ਆ ਵੀ ਸਟਰੋਂਗ ਚੀਨ, ਸਟਰੋਂਗ ਰੂਸ ਤੇ ਪਾਕਿਸਤਾਨ ਦੀ ਸਹਾਇਤਾ ਤੇ ਆਉਂਦੇ ਆ, ਹਨਾ, ਤਾਂ ਨੈਚੁਰਲ ਆ ਕਿ ਵੀ ਚੀਨ ਪੁਸ਼ ਥਰੂ ਕਰਨ ਦੀ ਕੋਸ਼ਿਸ਼ ਕਰੂਗਾ ਲਦਾਖ ਵਾਲੇ ਮਾਊਂਟਨਸ 'ਚ, ਉੱਤਰਾਖੰਡ, ਉੱਤਰਾਂਚਲ ਵਾਲੇ ਏਰੀਏ 'ਚ, ਉਧਰੋਂ ਅਰੁਣਾਚਲ ਦੇ ਵਿੱਚ, ਕਿਉਂਕਿ ਉਹ ਆਪਦੇ ਆਪ ਨੂੰ ਸੇਫ ਹੀ ਉਦੋਂ ਮਹਿਸੂਸ ਕਰਦਾ ਜਦੋਂ ਤੁਹਾਡੇ ਤੋਂ ਪਹਾੜੀ ਰੇਂਜਸ ਨੂੰ, ਉਤਲੀਆਂ ਨੂੰ ਲੈ ਲੇ ਪੂਰੀ ਤਰ੍ਹਾਂ। ਤਾਂ ਸਮਝ ਲਓ ਫਿਰ ਤੁਹਾਡਾ ਜਿਹੜਾ ਫਰੰਟਲ ਸੂਬਾ ਬਣ ਜਾਂਦਾ, ਜਿਹੜਾ ਸਭ ਤੋਂ ਪਹਿਲੀਆਂ ਪਲੇਨਸ ਆਉਂਦੀਆਂ ਚੀਨ ਤੋਂ ਬਾਅਦ, ਉਹ ਪਹਾੜਾਂ ਤੋਂ ਬਾਅਦ ਉਹ ਪੰਜਾਬ ਬਣ ਜਾਂਦਾ। ਦੂਜੇ ਪਾਸੇ ਪਾਕਿਸਤਾਨ ਵਾਲੇ ਪਾਸਿਓਂ ਆਪਾਂ ਪਹਿਲਾਂ ਹੀ ਹੈਗੇ ਆ। ਪਾਕਿਸਤਾਨ ਵੀ ਜੇ ਤਾਕਤਵਰ ਜਾਂ ਮਜ਼ਬੂਤ ਹੁੰਦਾ ਜਾਂ ਰੂਸ ਉਹਦੀ ਮਦਦ ਕਰਦਾ ਜਾਂ ਕੋਈ ਸੈਟਲਮੈਂਟ ਕਰਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਆਜ਼ਾਦ ਕਸ਼ਮੀਰ ਜਾਂ ਕਸ਼ਮੀਰ ਉਹ ਜਿਹੜਾ ਪਾਕਿਸਤਾਨ ਨੂੰ ਜਾਵੇ ਉਧਰਲੀ ਗੱਲ ਕਰੂਗਾ। ਤਾਂ ਉਸ ਕੇਸ ਦੇ ਵਿੱਚ ਤੁਹਾਡਾ ਜਿਹੜਾ ਪੰਜਾਬ ਜਿਹੜਾ ਸੂਬਾ ਉਹ ਤਕਰੀਬਨ 3 ਵੱਡੀਆਂ ਤਾਕਤਾਂ ਦੇ ਵਿਚਾਲੇ ਰਹਿ ਜਾਊਗਾ। ਉਹ ਆਪਣੀ ਲੀਡਰਸ਼ਿਪ ਦੀ ਕੁਆਲਿਟੀ ਹੋਊਗੀ ਇੱਥੋਂ ਦੀ ਕਿ ਉਹਨੂੰ ਸਵਿਟਜ਼ਰਲੈਂਡ ਬਣਾਉਣਾ ਚਾਹੁੰਦੇ ਆ ਕਿ ਦੂਜਾ ਯੂਕਰੇਨ ਬਣਾਉਣਾ ਚਾਹੁੰਦੇ, ਦੂਜਾ ਅਫਗਾਨਿਸਤਾਨ ਬਣਾਉਣਾ ਚਾਹੁੰਦੇ ਆ। ਠੀਕ ਹੈ ਜੀ, ਉਹ ਸਾਡੀ ਲੀਡਰਸ਼ਿਪ ਦੀ ਕੁਆਲਿਟੀ ਹੈ ਕਿ ਉਹਨੂੰ ਕੀ ਰੰਗ ਰੂਪ ਦੇਣਾ ਚਾਹੁੰਦੇ। ਦੂਸਰੀ ਗੱਲ ਇਹ ਹੈ ਕਿ ਜੇ ਇਨ ਕੇਸ ਅਮਰੀਕਾ ਤਾਕਤਵਰ ਹੋ ਜਾਂਦਾ, ਤਾਂ ਫਿਰ ਵੀ ਪੰਜਾਬ ਦੀ ਜਿਹੜੀ ਅਹਿਮੀਅਤ ਆ ਉਹ ਹੋਰ ਵੀ ਸਟਰੋਂਗ ਹੋਊਗੀ, ਕਿਉਂਕਿ ਚੀਨ ਤੇ ਪਾਕਿਸਤਾਨ ਦਾ ਜਿਹੜਾ ਬਾਰਡਰ ਆ ਉਹ ਬਹੁਤ ਹੋਰ ਸਟਰੋਂਗ ਹੋਊਗਾ। ਇੱਥੇ ਗਹਿ ਵਿੱਚ ਧੱਕਾ ਮੁੱਕੀ ਹੋਊਗੀ, ਹਿੰਦੁਸਤਾਨ ਡੈਫੀਨੇਟਲੀ ਅਮਰੀਕਾ ਵੱਲ ਝੁਕਾਅ ਰੱਖੂਗਾ। ਤੇ ਜੇ ਉਹ ਜਿਹਾ ਸਿਨੈਰੀਓ ਵੀ ਬਣਦਾ ਤਾਂ ਪੰਜਾਬ ਦੀ ਅਹਿਮੀਅਤ ਕੋਈ ਘਟਦੀ ਨਹੀਂ। ਪੰਜਾਬ ਦੀ ਅਹਿਮੀਅਤ ਹੋਰ ਵੀ ਜ਼ਰੂਰੀ ਹੋਊਗੀ। ਆਪਣਾ ਸਿੱਖਾਂ ਦੀ ਅਹਿਮੀਅਤ ਵੀ ਜ਼ਰੂਰੀ ਹੋਊਗੀ, ਬਿਕੋਜ਼ ਦੋ ਵੱਡੀਆਂ ਕਾਰਨ, ਇੱਕ ਤਾਂ ਲੋਕੇਸ਼ਨ ਬੜੀ ਇੰਪੋਰਟੈਂਟ ਆ, ਦੂਜੀ ਤੁਹਾਡੀ ਕੰਟਰੀਬਿਊਸ਼ਨ ਖਾਣੇ ਦੇ ਵਾਸਤੇ ਤੇ ਫੌਜ ਦੇ ਵਿੱਚ। ਦੋਵਾਂ ਚੀਜ਼ਾਂ ਵੇਖੋ, ਰੋਟੀ ਵੀ ਸਭ ਤੋਂ ਇੰਪੋਰਟੈਂਟ ਆ ਤੇ ਫੌਜ ਵੀ ਇੰਪੋਰਟੈਂਟ ਆ। ਬਾਕੀ ਗੱਲਾਂ ਤਾਂ ਸੈਕੰਡਰੀ ਹੋ ਜਾਂਦੀਆਂ। ਬਾਕੀ ਸਾਰਾ ਤੇਲ ਵੀ ਬਾਹਰੋਂ ਮਿਲ ਜਾਂਦਾ, ਹਥਿਆਰ ਵੀ ਬਾਹਰੋਂ ਮਿਲ ਜੂਗਾ, ਹੋਰ ਚੀਜ਼ਾਂ ਵੀ ਮਿਲ ਜਾਏ। ਰੋਟੀ ਤੇ
ਲੜਨ ਵਾਲੇ ਬੰਦੇ, ਇਹ ਬਾਹਰੋਂ ਕੋਈ ਨਹੀਂ ਕਿਸੇ ਨੂੰ ਦਿੰਦਾ। ਠੀਕ ਹੈ, ਤੇ ਇਹ ਪੰਜਾਬ ਤੇ ਹਰਿਆਣਾ ਬਹੁਤ ਜ਼ਿਆਦਾ ਵੱਡੀ ਤਾਦਾਦ ਚ ਦਿੰਦੇ ਆ, ਤੇ ਹਿੰਦੁਸਤਾਨ ਵਾਸਤੇ ਸੂਬਾ ਇੰਪੋਰਟੈਂਟ। ਇੱਥੇ ਫੇਰ ਉਹੀ ਮੈਂ ਗੱਲ ਕਰਦਾ ਕਿ ਇੱਥੇ ਤੁਹਾਡੀ ਕੁਆਲਿਟੀ ਆਫ ਲੀਡਰਸ਼ਿਪ ਡਿਟਰਮਿਨ ਕਰਦੀ ਹੈ ਕਿ ਤੁਸੀਂ ਕਿੰਨਾ ਕੁ ਕਨਵਿੰਸ ਕਰਕੇ ਕਿੱਥੋਂ ਤੱਕ ਲੈ ਸਕਦੇ ਹੋ ਨਾ, ਕੀ ਹਾਲਾਤਾਂ ਨੂੰ ਜੱਜ ਕਰ ਸਕਦੇ ਹੋ। ਮਤਲਬ ਮੈਂ ਵਾਰੀ ਕਿਉਂ ਇੱਕ ਮਤਲਬ ਮੇਰਾ ਇੱਕ ਆਮ ਹੀ ਕੋਟੇਸ਼ਨ ਹੁੰਦੀ ਹੈ ਕਿ ਆਪਾਂ ਮਿਸਲ ਕਾਲ ਨੂੰ ਆਪਣੇ ਨੂੰ ਵੇਖੀਏ ਕਿ ਆਪਣੇ ਜਿਹੜੇ ਬਜ਼ੁਰਗ ਸੀ ਉਹ ਇੰਨੇ ਸਿਆਣੇ ਸੀ ਕਿ ਜਦੋਂ ਸਮਾਂ ਆਇਆ ਤਾਂ ਉਹਨਾਂ ਨੇ ਨਵਾਬੀ ਵੀ ਅਸੈਪਟ ਕਰ ਲਈ, ਹੈ ਨਾ। ਚਾਹੇ ਆਪ ਨਹੀਂ ਉਹ ਆਪਦਾ ਕਲੇਮ ਨਹੀਂ ਛੱਡਿਆ ਪਾਤਸ਼ਾਹੀ ਦਾ ਹੋਵੇ, ਤੇ ਪਰ ਫਿਰ ਵੀ ਨਵਾਬੀ ਹੱਥ 'ਚ ਫੜ ਲਈ। ਠੀਕ ਆ, ਤੇ ਜਦੋਂ ਇੱਕ ਸਮਾਂ ਆਇਆ ਜਦੋਂ ਉਹਨਾਂ ਨੂੰ ਪਤਾ ਸੀ ਤਾਂ ਉਹਨਾਂ ਨੇ ਨਵਾਬੀ ਤਾਂ ਕੀ ਉਹਨਾਂ ਨੇ ਸੂਬੇਦਾਰੀ ਵੀ ਪੰਜਾਬ ਦੀ ਠਕਰਾਤੀ ਕਿ ਨਹੀਂ ਅਸੀਂ ਤਾਂ ਪਾਤਸ਼ਾਹੀ ਦਾ ਵਾ ਸਾਡਾ। ਉਹ ਸਮਝਦੇ ਸੀਗੇ ਕਿ ਕਿਹੜੇ ਸਮੇਂ ਕਿਹੜਾ ਸਟੈਪ ਲੈਣਾ। ਬਾਕੀ ਅਸੀਂ ਉਹਨੇ ਸਿਆਣੇ, ਉਹਦਾ ਸੁਚੱਜੀ, ਸਾਡੀ ਉਨੀ ਡੂੰਘੀ ਸੋਚ ਵਾਲੀ ਲੀਡਰਸ਼ਿਪ ਸਾਡੇ ਕੋਲੇ ਹੋਊਗੀ, ਉਨੀ ਡੂੰਘੀ ਸੋਚ ਵਾਲੇ ਸਾਡੇ ਲੋਕ ਹੋਣਗੇ, ਉਨੀ ਸੁਹਿਰਦਤਾ ਨਾਲ ਅਸੀਂ ਪੰਜਾਬ ਬਾਰੇ ਸੋਚ ਸਕਾਂਗੇ ਕਿ ਨਹੀਂ, ਉਹ ਅਗਲੇ ਆਉਣ ਵਾਲੇ ਵਰਲਡ ਆਰਡਰ 'ਚ ਡਿਟਰਮਿਨ ਹੋਊਗਾ ਜੀ। ਪਰ ਇਹ ਹੈ ਕਿ ਪੰਜਾਬ ਦੀ ਇੰਪੋਰਟੈਂਸ ਬਹੁਤ ਜ਼ਿਆਦਾ ਹੋਊਗੀ। ਜਦੋਂ ਹਿਲਜੁਲ ਹੋਊਗੀ ਇਹ ਖਿੱਤਾ ਬਹੁਤ ਇੰਪੋਰਟੈਂਟ ਹੋ ਜੂ। ਇਹ ਤਬਾਹ ਵੀ ਹੋ ਸਕਦਾ ਹੈ, ਇਹ ਬਹੁਤ ਪ੍ਰਫੁੱਲਿਤ ਵੀ ਹੋ ਸਕਦਾ ਹੈ, ਇਹਦੀਆਂ ਉਨੀਆਂ ਹੀ ਚੁਣੌਤੀਆਂ ਤੇ ਉਨੀਆਂ ਹੀ ਸੰਭਾਵਨਾ। ਤੇ ਬਰਾੜ ਸਾਹਿਬ, ਅਖੀਰ ਦੇ ਵਿੱਚ ਇੱਕ ਥਾਟ ਇਹ ਆਉਂਦਾ, ਮੈਂ ਵੀ ਡਿਸਕਸ ਕੀਤਾ ਸੀ, ਵੀ ਅਮਰੀਕਾ ਬਿਲੀਅਨਸ ਆਫ ਡਾਲਰ ਲਾ ਦਿੰਦਾ ਅਫਗਾਨਿਸਤਾਨ 'ਚ, ਇਰਾਕ 'ਚ, ਸੀਰੀਆ 'ਚ। ਹੁਣ ਇਹਦੇ 'ਚ ਯੂਕਰੇਨ ਦੇ ਵਿੱਚ ਹੁਣੇ ਮੈਂ ਪੜ੍ਹ ਰਿਹਾ ਸੀ ਵੀ 6.7 ਬਿਲੀਅਨ ਡਾਲਰ ਤੱਕ ਪ੍ਰਪੋਜ਼ ਕਰ ਰਿਹਾ। ਇਹਦਾ ਫਿਰ ਵਸੂਲਿਆ ਕਿੱਥੋਂ ਜਾਂਦਾ ਜੀ ਇੰਨਾ ਪੈਸਾ ਦੇਸ਼ ਲਾ ਕੇ, ਬਿਲੀਅਨਸ ਆਫ ਡਾਲਰ? ਇਹਦੇ ਇਵਜ਼ ਦੇ ਵਿੱਚ ਅਮਰੀਕਾ ਲੈਂਦਾ ਕੀ ਹੈ ਜੀ ਫਿਰ? ਗਿਲ ਸਾਹਿਬ, ਇੰਟਰਸਟਿੰਗਲੀ ਕੀ ਹੈ ਕਿ ਇਹ ਨਾ ਇਹਦੇ ਤੇ ਬਹੁਤ ਵੱਡੀ ਰਿਸਰਚ ਹੋਈ ਹੈ। ਇੱਕ ਪੌਲ ਕੈਨੇਡੀ ਨਾਂ ਦੇ ਇੱਕ ਸੋਸ਼ਲ ਸਾਇੰਟਿਸਟ ਹੈਗੇ ਆ, ਉਹਨਾਂ ਨੇ ਇੱਕ ਬੁੱਕ ਲਿਖੀ ਹੈ ਰਾਈਜ਼ ਐਂਡ ਫਾਲ ਆਫ ਗ੍ਰੇਟ ਐਮਪਾਇਰਸ। ਠੀਕ ਹੈ ਜੀ, ਉਹਦੇ ਤੇ ਬੜੀ ਸੋਹਣੀ ਉਹਨਾਂ ਨੇ ਰਿਸਰਚ ਕੀਤੀ। 91 ਦੀ ਇਰਾਕ ਵਾਰ ਵੇਲੇ ਉਹਨਾਂ ਨੇ ਕੀਤੀ ਸੀ। ਉਹ ਕਹਿੰਦੇ ਵੀ ਜਦੋਂ ਪਹਿਲਾਂ ਕੀ ਹੁੰਦਾ ਸੀਗਾ ਕਿ ਰਾਜੇ ਕਰਜ਼ਾ ਚੱਕਦੇ ਹੁੰਦੇ ਸੀਗੇ ਯੂਰਪੀ ਬੈਂਕਰਾਂ ਤੋਂ ਤੇ ਲੜਦੇ ਹੁੰਦੇ ਸੀ। ਪਹਿਲਾਂ ਸਵੀਡਨ ਦੇ ਰਾਜੇ ਚੱਕਣ ਲੱਗੇ, ਸਵੀਡਨ ਤੋਂ ਬਾਅਦ ਇੰਗਲੈਂਡ ਨੂੰ ਕਰਜ਼ਾ ਸੌਖਾ ਮਿਲਣ ਲੱਗਿਆ। ਮੇਰੇ ਨਾਨਾ ਜੀ ਵੀ ਦੱਸਦੇ ਹੁੰਦੇ ਸੀ ਕਿ ਅੱਜ ਕੱਲ੍ਹ ਕਿ ਇੰਗਲੈਂਡ ਨੂੰ ਕਰਜ਼ਾ ਬਹੁਤ ਸਸਤਾ ਮਿਲਦਾ ਸੀ, ਆਪਣੇ ਲੋਕ ਇੱਥੋਂ ਵੀ ਦਿੰਦੇ ਸੀ। ਜੰਗ ਵੇਲੇ ਉਹਨਾਂ ਨੇ ਕਰਜ਼ਾ ਚੱਕਣਾ, ਤੇ ਜਰਮਨੀ ਨੂੰ ਕਰਜ਼ਾ ਮਹਿੰਗਾ ਮਿਲਦਾ ਸੀ। ਅਮਰੀਕਾ ਇੰਗਲੈਂਡ ਦੀ ਖਾਸੀਅਤ ਸੀ ਕਿ ਉਹ ਜਿੰਨਾ ਕਰਜ਼ਾ ਲੈਂਦੇ ਸੀ ਵਿਆਜ ਸਮੇਤ ਜੰਗ ਤੋਂ ਬਾਅਦ ਵਾਪਸ ਕਰਦੇ। ਇਹੀ ਵਾਟਰਲੂ ਦੀ ਜੰਗ ਬਾਰੇ ਕਿਹਾ ਜਾਂਦਾ। ਪਰ ਇੰਟਰਸਟਿੰਗ ਗੱਲ ਇਹ ਹੈ ਕਿ ਹਰੇਕ ਸਬਸੀਕੁਐਂਟ ਜੰਗ ਜਿਹੜੀ ਆ ਉਹ ਆਪਦੇ ਮੁਲਕਾਂ ਵਾਸਤੇ ਸਸਤੀ ਹੁੰਦੀ ਜਾ ਰਹੀ ਹੈ। ਹੁਣ ਜਿਹੜਾ ਯੂਕਰੇਨ ਨੂੰ ਪੈਸਾ ਦੇ ਰਿਹਾ ਹਥਿਆਰ, ਜਾਂ ਜਦੋਂ ਪਹਿਲਾਂ ਉਹਨੇ ਵੀਅਤਨਾਮ ਨੂੰ ਕੋਰੀਆ ਨੂੰ ਦਿੱਤੇ ਜਾਂ ਕਿਤੇ ਵੀ ਦਿੱਤੇ ਅਮਰੀਕਾ ਨੇ, ਉਹ ਹਥਿਆਰਾਂ ਦੀ ਜਿਹੜੀ ਉਹ ਇਮਦਾਦ, ਪੈਸੇ ਦੀ ਇਮਦਾਦ ਨਹੀਂ, ਉਹ ਲੈਂਡ ਲੀਜ਼ ਵਾਲੇ ਐਗਰੀਮੈਂਟਸ ਚਾਹੁੰਦੇ ਆ। ਤੇ ਉਹ ਜਦੋਂ ਉੱਥੇ ਖਤਮ ਹੋ ਜਾਂਦਾ ਕੰਮ ਤਾਂ ਉਦੋਂ ਬਾਅਦ ਉਹ ਬੜੇ ਸਾਲ ਉਹਦਾ ਵਾਪਸ ਆਪਦਾ ਪ੍ਰੋਫਿਟ ਖਿੱਚਦੇ ਰਹਿੰਦੇ ਆ ਉਹਦੇ ਥਰੂ। ਜਿਵੇਂ ਜਦੋਂ ਯੂਰਪ ਸਾਰਾ ਢਹਿ ਗਿਆ ਸੀ ਦੂਜੀ ਵਰਲਡ ਵਾਰ ਤੋਂ ਬਾਅਦ, ਤਾਂ ਜਦੋਂ ਅਮਰੀਕਾ ਨੇ ਉਹਨੂੰ ਰੀਬਿਲਡ ਕੀਤਾ ਤਾਂ ਉਹ ਕਰਜ਼ਾ ਬੜੇ ਸਾਲਾਂ ਬਾਅਦ ਚ ਉਹਨੂੰ ਵਾਪਸ ਖਿੱਚਿਆ ਆਪਦੇ ਪੈਸੇ। ਸੋ ਇਹ ਆ ਕਿ ਵੀ ਉਹ ਪਿਓਰ ਕੈਪੀਟਲਿਸਟ ਐਕਸਪੈਂਸ਼ਨ ਦਾ ਪੁਰਾਣੇ ਰਾਜੇ ਉਦੋਂ ਲੁੱਟ ਕੇ ਲੈ ਜਾਂਦੇ ਹੁੰਦੇ ਸੀ, ਇਹ ਹੌਲੀ ਹੌਲੀ ਲੁੱਟਦੇ ਆ। ਤੇ ਹਰ ਜੰਗ ਜਿਹੜੀ ਆ ਉਹ ਹੁਣ ਤਾਂ ਇਹ ਆ ਕਿ ਜੰਗਾਂ ਸਰਪਲਸ ਚ ਜਾਣ ਲੱਗ ਗਈਆਂ। ਮਤਲਬ ਜੰਗ ਲੜਨ ਦੀ ਕੀਮਤ ਨਹੀਂ ਪੈ ਰਹੀ ਪਾਪੂਲੇਸ਼ਨ ਨੂੰ। ਜੰਗਾਂ ਚ ਇਰਾਕ ਦੀ ਜੰਗ ਨੇ ਵਿਖਾਤਾ ਕਿ ਅਮਰੀਕਾ ਨੂੰ ਕਮਾਈਆਂ ਹੋਣ ਲੱਗ ਗਈਆਂ ਜੰਗਾਂ ਚ। ਤੇ ਜਦੋਂ ਕਮਾਈਆਂ ਹੋਣ ਲੱਗ ਜਾਣ ਜੰਗ ਚ ਜੀ, ਤਾਂ ਫਿਰ ਜੰਗ ਲੜਨ ਦਾ ਜਿਹੜਾ ਮਾਦਾ ਹੈ ਮੁਲਕਾਂ ਦਾ ਹੋਰ ਵੱਧ ਜਾਂਦਾ, ਉਹਨੂੰ ਉੱਚਾ ਹੋਰ ਹੋ ਜਾਂਦੀ ਕਿ ਲੜਾ। ਕਮਿਊਨਿਟੀ ਦੇ ਤੌਰ 'ਤੇ ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਰੂਸ ਦੇ ਖਿਲਾਫ ਬਹੁਤ ਗੁੱਸਾ ਕੌਮ ਨੇ ਕੀਤਾ ਵੀ ਇਹ 84 ਦੇ ਸਾਡੇ ਸਾਕੇ ਦੇ ਵਿੱਚ ਰੂਸ ਦੀ KGB ਤੇ ਰੂਸ ਦਾ ਬਹੁਤ ਕੰਮ ਸੀ, ਅਤੇ ਜਿੰਨੀ ਕਮਿਊਨਿਸਟ ਪੰਜਾਬ ਦੇ ਵਿੱਚ ਬੈਠੇ ਸੀ ਲੀਡਰਸ਼ਿਪ, ਉਹਨਾਂ ਨੇ ਰੂਸ ਦੇ ਰਾਹੀਂ ਇੰਦਰਾ ਗਾਂਧੀ ਦੀ ਮਦਦ ਕੀਤੀ। ਉਸ ਸਮੇਂ ਨੂੰ, ਉਸ 38 ਵਰ੍ਹਿਆਂ ਦੇ ਸਮੇਂ ਨੂੰ, ਉਹਦਾ ਮੁਲਾਂਕਣ ਤੇ ਕਮਿਊਨਿਟੀ ਦਾ ਸਟੈਂਡ, ਸਾਡੇ ਨੀਤੀ ਘਾੜਿਆਂ ਦਾ ਸਟੈਂਡ, ਸਾਡੇ ਤੁਹਾਡੇ ਵਰਗੇ ਰੌਸ਼ਨ ਦਿਮਾਗਾਂ ਦਾ ਸਟੈਂਡ ਕਿਹੋ ਜਿਹਾ ਹੋਣਾ ਚਾਹੀਦਾ ਜੀ ਇਸ ਸਮੇਂ? ਵੈਸੇ ਤਾਂ ਜੀ ਵੇਖੋ, ਆਪਾਂ ਮਤਲਬ ਜੇ ਆਪਾਂ ਸਿੱਖਾਂ ਦੇ ਐਂਗਲ ਤੋਂ ਲਈਏ ਤਾਂ ਆਪਾਂ ਯੂਕਰੇਨ ਤੋਂ ਕੁਛ ਲੈਸਨ ਸਿੱਖ ਸਕਦੇ ਹਾਂ, ਤੇ ਉਹਦੀਆਂ ਕੋਈ ਇੰਪਲੀਕੇਸ਼ਨ ਜੇ ਵਰਲਡ ਆਰਡਰ ਤੇ ਹੋਈਆਂ ਤਾਂ ਉਹ ਆਪਾਂ ਨੂੰ ਸਹਿਣੀਆਂ ਪੈ ਸਕਦੀਆਂ। ਡਾਇਰੈਕਟ ਇੰਪੈਕਟ ਤਾਂ ਸਾਡਾ ਕੋਈ ਨਹੀਂ ਗਾ ਉਹਦੇ। ਪਰ ਜਿੱਥੋਂ ਤੱਕ ਮੈਂ ਫੀਲ ਕਰਦਾ ਕਿ ਸਾਨੂੰ ਜਦੋਂ ਕੋਈ ਅਸੀਂ ਸਟੇਟਮੈਂਟ ਦੇਣੀ ਹੈਗੀ ਆ ਨਾ ਕਿ ਵੀ
ਕਿ ਅਸੀਂ ਰੂਸ ਪੱਖੀ ਹੋਣਾ ਹੈ, ਕਿ ਯੂਕਰੇਨ ਪੱਖੀ ਹੋਣਾ ਹੈ, ਕਿ ਅਮਰੀਕਾ ਪੱਖੀ ਗੱਲ ਕਰਨੀ ਹੈ, ਕਿ ਯੂਰਪ ਪੱਖੀ ਗੱਲ ਕਰਨੀ ਹੈ, ਤਾਂ ਉਹ ਉਦੋਂ ਜੇ ਅਸੀਂ ਆਪਦੇ ਆਪ ਨੂੰ ਇੱਕ ਨੇਸ਼ਨ ਦੇ ਤੌਰ ਤੇ ਸਮਝਦੇ ਹਾਂ, ਜੇ ਅਸੀਂ ਆਪਦੇ ਆਪ ਨੂੰ ਕੌਮੀਅਤ ਦੇ ਤੌਰ ਤੇ ਸਮਝਦੇ ਹਾਂ, ਤੇ ਕੌਮੀਅਤਾਂ ਦੇ ਗਿੱਲ ਸਾਹਿਬ ਨਾ ਕੋਈ ਦੁਸ਼ਮਣ ਹੁੰਦੇ ਆ, ਨਾ ਕੋਈ ਦੋਸਤ ਹੁੰਦੇ ਆ, ਠੀਕ ਹੈ ਜੀ। ਉਹਨਾਂ ਦੇ ਮੁਫਾਦ ਹੁੰਦੇ ਆ, ਉਹਨਾਂ ਦੇ ਇੰਟਰਸਟਸ ਹੁੰਦੇ ਆ ਉਸ ਸਮੇਂ। ਸੋ ਜਿਹੜਾ ਵੀ ਇਹ ਮੁਲਾਂਕਣ ਕਰਨਾ ਚਾਹੀਦਾ ਸੀ ਆਪਾਂ ਨੂੰ, ਜਾਂ ਸੋਚਣਾ ਚਾਹੀਦਾ ਸੀ, ਜਾਂ ਜੋ ਵੀ ਸਟੇਟਮੈਂਟਸ ਦੇਣੀਆਂ ਚਾਹੀਦੀਆਂ ਸੀਗੀਆਂ, ਉਹ ਉਸ ਮੁਲਾਂਕਣ ਚੋਂ ਨਿਕਲੀਆਂ ਹੋਣੀਆਂ ਚਾਹੀਦੀਆਂ ਸੀ, ਜਾਂ ਸਾਡੀ ਆਈਡੀਓਲੋਜੀ ਚੋਂ ਨਿਕਲੀਆਂ ਹੁੰਦੀਆਂ। ਉਹ ਆਈਡੀਓਲੋਜੀ 'ਚ ਵੀ ਕੋਈ ਹਰਜ ਨਹੀਂ ਹੁੰਦਾ। ਆਈਡੀਓਲੋਜੀ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਵੀ ਅੱਜ ਰੂਸ ਜਰਵਾਣਾ ਬਣ ਕੇ ਆਇਆ ਹੋਇਆ ਤੇ ਯੂਕਰੇਨ ਮਜ਼ਲੂਮ ਆ, ਤੇ ਸਾਡਾ ਮਜ਼ਲੂਮ ਨਾਲ ਖੜਨਾ ਬਣਦਾ ਹੈ। ਤੇ ਜੇ ਅਸੀਂ ਕਹਿ ਸਕਦੇ ਹਾਂ ਕਿ ਵੀ ਹਾਂ ਸਾਡਾ, ਜੇ ਅਸੀਂ ਕਹਿੰਦੇ ਹਾਂ ਵੀ ਸਾਡੇ ਹਿੱਤ ਕਿੱਥੇ ਆ, ਤਾਂ ਮੇਰਾ ਖਿਆਲ ਉਹ ਕੌਮ ਦੇ ਤੌਰ ਤੇ ਪੂਰਾ ਉਹਦਾ ਇੱਕ ਐਨਾਲਿਸਿਸ ਕਰਕੇ ਸਾਨੂੰ ਇਹ ਕਹਿਣਾ ਚਾਹੀਦਾ ਸੀ ਕਿ ਹਾਂ ਵੀ ਸਾਡਾ ਹਿੱਤ ਇਸ ਸਮੇਂ ਇਸ ਪਰਟੀਕੂਲਰ ਨੂੰ ਅਮਰੀਕਾ ਦਾ ਸਾਥ ਦੇਣਾ ਬਣਦਾ ਹੈ, ਕਿ ਯੂਕਰੇਨ ਦੇ ਹੱਕ 'ਚ ਹਾਂ ਦਾ ਨਾਰਾ ਮਾਰਨਾ ਬਣਦਾ ਹੈ, ਕਿ ਰੂਸ 'ਚ ਜਿੱਤਦਾ ਤਾਂ ਵੀ ਉਹ ਸਾਡੇ ਵਾਸਤੇ ਜ਼ਿਆਦਾ ਬਿਹਤਰ ਸਾਬਤ ਹੋ ਸਕਦੀ ਹੈ ਸਾਡੇ ਆਪ ਦੇ ਹਾਲਾਤ ਵਾਸਤੇ। ਉਸ ਹਿਸਾਬ ਨਾਲ ਹੋਣਾ ਚਾਹੀਦਾ। ਪਰ ਜਿਹੜੀ ਦੁੱਖ ਦੀ ਗੱਲ ਆ ਕਿ ਅਸੀਂ ਰਿਐਕਸ਼ਨ ਦਿੱਤੇ ਆ ਸਾਰੇ, ਠੀਕ ਹੈ ਨਾ, ਕਿ ਵੀ ਰੂਸ ਨੇ ਉਦੋਂ ਮਦਦ ਕੀਤੀ। ਦੇਖੋ ਉਹ ਤਾਂ ਸਲਾਹ ਤਾਂ ਅਮਰੀਕਾ ਹੁਣ ਤਾਂ ਕਲੀਅਰ ਹੋ ਗਿਆ, ਬ੍ਰਿਟੇਨ ਤੋਂ ਵੀ ਮਿਲੀ ਆ, ਉਹਨਾਂ ਨੇ ਵੀ ਸੌਦੇ ਕੀਤੇ ਸਾਡੀ ਗੱਲਾਂ ਦੇ। ਸੋ ਇਹ ਹੈ ਕਿ ਉਹ ਸਾਰਾ ਕੁਛ ਪਾਸੇ ਰੱਖ ਕੇ ਸਾਨੂੰ ਇੱਕ ਮੁਲਾਂਕਣ ਕਰਕੇ ਇੱਕ ਜੁਆਇੰਟ ਸਟੇਟਮੈਂਟ ਹੋਣੀ ਚਾਹੀਦੀ ਸੀ, ਜਾਂ ਚੁੱਪ ਰਹਿ ਸਕਦੇ ਸੀ, ਜਾਂ ਜੇ ਸਟੇਟਮੈਂਟ ਦੇਣੀ ਸੀ ਤਾਂ ਉਹ ਇੱਕ ਮੁਲਾਂਕਣ ਤੋਂ ਬਾਅਦ ਜਾਂ ਕਿਸੇ ਸਿਧਾਂਤ ਚੋਂ ਨਿਕਲੀ ਦੀ, ਦੋਵਾਂ ਚੋਂ ਇੱਕ ਸਟੇਟਮੈਂਟ ਸਾਡੀ ਹੋਣੀ ਚਾਹੀਦੀ ਸੀ। ਸੋ ਸੈਡਲੀ ਬਹੁਤ ਦੁੱਖ ਦੀ ਗੱਲ ਆ ਕਿ ਨਾ ਤਾਂ ਪੰਜਾਬ ਦੇ ਵਿੱਚ ਦੇ ਲੀਡਰਾਂ ਦੀ ਉਂਝ ਕੋਈ ਕਿਸੇ ਦੀ ਸਟੇਟਮੈਂਟ ਆਈ, ਤੇ ਨਾ ਹੀ ਕਿਤੇ ਡਾਇਸਪੋਰਾ 'ਚ ਜਿਹੜਾ ਕਿ ਬਹੁਤ ਇੰਡੀਪੈਂਡੈਂਟ ਹੈ ਸਟੇਟਮੈਂਟ ਦੇਣ ਨੂੰ, ਉਹਨਾਂ ਦੀਆਂ ਬੋਡੀਜ਼ ਹੈਗੀਆਂ USA ਦੇ ਵਿੱਚ ਤਾਂ ਬਹੁਤ ਸਾਡੀਆਂ ਸਿੱਖਾਂ ਦੀਆਂ ਸਟਰੋਂਗ, ਤੇ ਉਹਨਾਂ ਤੋਂ ਵੀ ਕੋਈ ਇਸ ਬਾਰੇ ਕੋਈ ਆਪਣਾ ਕਹਿ ਲਓ ਪੋਲਿਸੀ ਸਟੇਟਮੈਂਟ ਨਹੀਂ ਕਿਸੇ ਦੀ। ਧੰਨਵਾਦ ਬਾਈ ਜੀ। ਲੋਕਾਂ ਦਾ ਬਦਲਾਅ ਤੇ ਮੁਲਾਂਕਣ ਅਗਲੇ ਹਫ਼ਤੇ ਆਪਾਂ ਕਰਨਾ, ਕਿ ਲੋਕਾਂ ਨੇ ਫਤਵਾ ਜਿਹੜਾ ਆਮ ਆਦਮੀ ਪਾਰਟੀ ਨੂੰ ਦਿੱਤਾ ਉਹਦੇ ਬਾਰੇ ਵੀ ਆਪਾਂ ਇੱਕ ਦਿਨ ਮੁਲਾਂਕਣ ਕਰਨਾ। ਤੁਹਾਡੇ ਸਮੇਂ ਲਈ ਸਰਦਾਰ ਸਾਹਿਬ ਸਦਾ ਹੀ ਧੰਨਵਾਦ ਹੈ। ਧੰਨਵਾਦ ਬਹੁਤ ਬਹੁਤ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਪਾਲ ਸਿੰਘ ਬਰਾੜ ਗੱਲਬਾਤ ਕਰ ਰਹੇ ਸੀ, ਚੰਡੀਗੜ੍ਹੋਂ ਮੁਲਾਂਕਣ ਕਰ ਰਹੇ ਸੀ ਯੂਕਰੇਨ ਦਾ, ਤੇ ਅਗਲੇ ਹਫ਼ਤੇ ਇੱਕ ਦਿਨ ਲੈ ਕੇ ਗੱਲਬਾਤ ਕਰਾਂਗੇ ਕਿ ਲੋਕਾਂ ਨੇ ਜਿਹੜਾ ਸ਼ਿਫਟ ਕੀਤਾ ਹੈ 92 ਸੀਟਾਂ ਦਾ ਮਤਲਬ ਕੀ ਹੈ। ਖਬਰਾਂ ਤੋਂ ਪਹਿਲਾਂ ਜੇ ਕੋਈ ਕਾਲ ਇਸ ਵਿਸ਼ੇ ਬਾਰੇ ਗੱਲਬਾਤ ਜਿਹੜੀ ਕਰਕੇ ਗਏ ਨੇ ਬਰਾੜ ਸਾਹਿਬ, ਜਸਵਿੰਦਰ ਰਾਏ ਜੀ ਲਾਈਨ ਨੰਬਰ 1 ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੈਂ ਆਫਲਾਈਨ ਸੌਰੀ ਜੀ, ਸੌਰੀ, ਹੋਲਡ ਕਰਿਓ ਜੀ, ਹੋਲਡ ਕਰਿਓ। ਤੇ ਗੱਲਬਾਤ ਸੜਾ ਕੇ ਗਏ ਨੇ ਬਰਾੜ ਸਾਹਿਬ, ਮੁਲਾਂਕਣ ਉਹਨਾਂ ਦਾ ਬੜਾ ਵਧੀਆ ਹੁੰਦਾ ਹੈ। ਸੰਧੂ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਅਮਰਜੀਤ ਸੰਧੂ ਜੀ। ਵਧੀਆ ਹੁੰਦਾ ਹੈ। ਹਾਂਜੀ ਸਾਹਿਬ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਕਹਿਣਾ ਚਾਹੁੰਦਾ ਜੀ, ਬਹੁਤ ਵਧੀਆ ਗੱਲ ਕਰਦੇ ਨੇ ਤੇ ਬੜੇ ਅੱਛੇ ਤਰੀਕੇ ਨਾਲ ਦੱਸ ਕੇ ਜਾਂਦੇ ਨੇ, ਜਿਹੜੀ ਕਿ ਗੱਲਾਂ ਸਮਝ ਚ ਆਉਂਦੀਆਂ ਨੇ। ਤੇ ਦੂਜੀ ਗੱਲ ਇਹ ਵੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਹੁਣ ਉੱਥੇ ਗਏ ਸੀ ਤੇ ਮਿਲ ਕੇ ਆਏ ਸੀ ਉਹਨਾਂ ਨੂੰ? ਅਸੀਂ ਇੱਧਰ ਉੱਧਰ ਹੋ ਗਏ ਜੀ, ਮਿਲ ਨਹੀਂ ਸਕੇ, ਪਰ ਮਿਲਣਾ ਚਾਹੀਦਾ ਸੀ। ਹਾਂ ਚਲੋ, ਮੇਰੇ ਉਹ ਵੀ ਬਿਜ਼ੀ ਰਹੇ ਜੀ, ਬਹੁਤ ਕੁਛ ਉਹਨਾਂ ਦੇ ਰਜੇਵੇਂ ਸੀ। ਬਹੁਤ ਵਧੀਆ ਤਰੀਕੇ ਨਾਲ ਦੱਸਦੇ ਆ ਜੀ, ਬੜਾ ਉਹਨਾਂ ਨੂੰ ਨੌਲੇਜ ਹੈਗਾ, ਤੇ ਬੜੇ ਇੱਕ ਇੱਕ ਗੱਲ ਨੂੰ ਖਾਰ ਕੇ ਦੱਸਦੇ ਨੇ, ਕਿੱਥੇ ਕਿੱਥੇ ਕੀ ਕਿਸ ਤਰ੍ਹਾਂ। ਚਲੋ ਉਹ ਤੇ ਥੋੜਾ ਬਹੁਤਾ ਤੇ ਹੋ ਸਕਦਾ ਇੱਧਰ ਉੱਧਰ, ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਜੀ, ਇਹਨਾਂ ਕਹਿਣਾ ਮੈਂ ਤਾਂ ਜੀ। ਧੰਨਵਾਦ ਸੰਧੂ ਸਾਹਿਬ, ਧੰਨਵਾਦ। ਰਜੇਵੇਂ ਉੱਥੇ ਬਹੁਤ ਨੇ ਜੀ, ਲੋਕਾਂ ਦੇ ਆਪਣੇ ਵੀ ਬਣ ਜਾਂਦੇ ਨੇ। ਜਦ ਆਪਾਂ ਜਾਂਦੇ ਹਾਂ ਨਾ, ਆਪਣੇ 5-4 ਦਿਨ ਪਹਿਲੇ ਹੀ ਆਪਾਂ ਆਰਾਮ 'ਚ ਰਹਿੰਦੇ ਹਾਂ, ਫੇਰ ਆਪਾਂ ਜੇ ਚਲੋ ਚਾਲ। ਤੇ ਉੱਥੇ ਜਿਹੜੇ ਖਾਸ ਤੌਰ 'ਤੇ ਬਰਾੜ ਸਾਹਿਬ ਵਰਗੇ ਸ਼ਖਸੀਅਤਾਂ ਨੇ, ਹਰ ਰੋਜ਼ ਕਿਤੇ ਨਾ ਕਿਤੇ ਸੈਮੀਨਾਰ, ਹਰ ਰੋਜ਼ ਕਿਤੇ ਕੋਈ ਬਿਜ਼ਨਸ ਦਾ, ਕਿਤੇ ਨਾ ਕਿਤੇ ਹਰ ਰੋਜ਼ ਇਹ ਭੱਜ ਨੱਠ ਹੈ। ਸੌਖਾ ਨਹੀਂ ਜੀ ਉੱਥੇ। ਹੁਣ ਉਹੋ ਜਿਹਾ ਪੰਜਾਬ ਨਹੀਂ ਹੈ ਵੀ ਵਿਹਲੇ ਨੇ ਲੋਕ, ਤੇ ਕੁਛ ਬਸ ਰਜੇਵੇਂ ਮੇਰੇ ਲਾ ਲਓ, ਇਹਨਾਂ ਦੇ ਲਾ ਲਓ ਬਸ। ਸੁਨੀਲ ਜੀ ਲਾਈਨ ਨੰਬਰ 1। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸੁਨੀਲ ਜੀ। ਮੈਂ ਭਾਈ ਸਾਹਿਬ ਦੀ ਗੱਲ ਸੁਣੀ ਤੁਹਾਡੇ ਨਾਲ, ਤੇ ਇੱਕ ਗੱਲ ਕਮੈਂਟ ਕਰਨਾ ਚਾਹੁੰਦਾ। ਕਾਫੀ ਗੱਲਾਂ ਉਹਨਾਂ ਦੀਆਂ ਵਧੀਆ ਸੀਗੀਆਂ ਤੇ ਹੈਗੀਆਂ ਵੀ ਰੈਲੇਵੈਂਟਸ ਹੈਗੀਆਂ, ਪਰ ਇੱਕ ਗੱਲ ਉਹਨਾਂ ਨੇ ਕਹੀ ਸੀ, ਕਹਿੰਦੇ ਵੀ ਜਿਹੜੇ
ਸਿੱਖਾਂ ਦੇ ਵੱਲੋਂ ਜਿਹੜੀ ਇਹਦੇ ਵਾਸਤੇ ਕੋਈ ਸਿਧਾਂਤਕ ਫੈਸਲਾ ਨਾ ਲੈਣਾ, ਇਹ ਗੱਲ ਸੀ। ਦੇ ਵਿੱਚ ਇੱਕ ਚੀਜ਼ ਮਿਸ ਹੋ ਜਾਂਦੀ ਆ ਕਿਤੇ ਕਿਤੇ, ਸ਼ਾਇਦ ਇਹਨਾਂ ਦੇ ਵੀ ਧਿਆਨ 'ਚ ਹੋਵੇ। ਉਹ ਇਹ ਕਿ ਉਹਨਾਂ ਨੇ ਇੱਕ ਡਾਇਸਪੋਰਾ ਤੇ ਕਮੈਂਟ ਕੀਤਾ ਸੀਗਾ ਵੀ ਡਾਇਸਪੋਰਾ ਦੇ ਸਿੱਖਾਂ ਨੇ ਵੀ ਕੋਈ ਸਟੇਟਮੈਂਟ ਨਹੀਂ ਜਾਰੀ ਕੀਤੀ, ਹਨਾ। ਹੁਣ ਡਾਇਸਪੋਰਾ ਜਦੋਂ ਆਪਾਂ ਗੱਲ ਕਰਦੇ ਆ, ਡਾਇਸਪੋਰਾ ਕਿੱਥੇ ਬੈਠਾ ਜ਼ਿਆਦਾ? ਡਾਇਸਪੋਰਾ ਵੈਸਟਰਨ ਤੇ ਨਾਰਥ ਅਮਰੀਕਾ 'ਚ ਹੀ ਬੈਠਾ ਨਾ। ਬਿਲਕੁਲ। ਉਹ ਏਦਾਂ ਦੀ ਕੋਈ ਵੀ ਸਟੇਟਮੈਂਟ ਦੇਣੋਂ ਤਾਂ ਝਿਜਕਦੇ ਆ, ਕਿਉਂਕਿ ਪਹਿਲੀ ਗੱਲ ਤਾਂ ਉਹਨਾਂ 'ਚ ਇਕਸਾਰਤਾ ਹੈ ਨਹੀਂ ਸਾਰੇ ਗਰੁੱਪਾਂ 'ਚ। ਦੂਜਾ, ਕਈ ਵਾਰੀ ਕਹਿੰਦੇ ਵੇਟ ਐਂਡ ਵਾਚ ਦੀ ਪਾਲਿਸੀ ਆਪਾਂ ਕਰਦੇ ਆ, ਉਹ ਦੇਖਦੇ ਆ ਯਾਰ ਜਲਦੀ ਮੁੱਕ ਜੂਗੀ, ਅਜੇ ਮਹੀਨਾ ਤਾਂ ਆਇਆ, ਅਜੇ ਰੁਕ ਜੀ, ਹਨਾ। ਸੋ ਜਦੋਂ ਨੇਸ਼ਨ ਅੰਡਰ ਸੀਜ਼ ਹੁੰਦੇ ਆ ਤੇ ਜਦੋਂ ਡਾਇਸਪੋਰਾ 'ਚ ਰਹਿੰਦੇ ਤਾਂ ਆਜ਼ਾਦੀ ਦੇ ਵਿੱਚ ਹੁੰਦੇ ਆ, ਪਰ ਹੁੰਦੇ ਅੰਡਰ ਸੀਜ਼ ਆ, ਮਾਨਸਿਕਤਾ ਦੀ ਵੀ ਉਹਨਾਂ ਦੇ ਉੱਤੇ ਇੱਕ ਬੋਝ ਹੁੰਦਾ ਆ ਵੀ ਕੋਈ ਅਜਿਹੀ ਗੱਲ ਨਾ ਕਰਦੀ ਹੈ ਜਿਹਦੇ ਨਾਲ ਕੋਈ ਉਲਟਾ ਪੈ ਜਾਵੇ। ਸੋ ਮੈਨੂੰ ਉਹਦੇ ਵਿੱਚ ਉਹ ਵੇਟ ਐਂਡ ਵਾਚ ਡਿਲੇ ਪਾਲਿਸੀ ਦੇ ਵਿੱਚ ਆਪਣੀ ਜਿਹੜੀ ਲੱਗਦੀ ਹੈ ਕਿ ਇੱਕ ਸਿਧਾਂਤਕ ਤੌਰ ਤੇ ਆਪਣੀ ਉਹ ਹੈਗੀ ਆ ਕਿ ਯੂਕਰੇਨ ਦੇ ਉੱਤੇ ਇਹ ਹਮਲਾ ਨਹੀਂ ਹੋਣਾ ਚਾਹੀਦਾ ਸੀ, ਆਪਾਂ ਯੂਕਰੇਨ ਨਾਲ ਖੜੇ ਆ। ਇਹ ਮੈਨੂੰ ਲੱਗਦਾ ਸਿਧਾਂਤਕ ਤੌਰ ਤੇ ਸਾਡਾ ਇਹ ਸਟੈਂਡ ਆ। ਪਰ ਜੇਕਰ ਆਪਾਂ ਕਹੀਏ ਕਿ ਕਿਸੇ ਜਿਹੜੀ ਡਾਇਸਪੋਰਾ 'ਚ ਵਸਦੇ ਸਿੱਖਾਂ ਦੇ ਜਿਹੜੇ ਵੀ ਗਰੁੱਪ ਨੇ, ਪੋਲੀਟੀਕਲੀ ਐਕਟਿਵ ਨੇ, ਐਡਵੋਕੇਸੀ ਗਰੁੱਪਸ ਨੇ, ਮੈਨੂੰ ਲੱਗਦਾ ਉਹ ਵੇਟ ਐਂਡ ਵਾਚ ਵਾਲੇ ਦੇ ਵਿੱਚ ਪਏ ਨੇ। ਪਰ ਉਹਨਾਂ ਦਾ ਇੰਨਾ ਕੋਈ ਮੈਟਰ ਵੀ ਨਹੀਂ ਕਰਦਾ, ਮੈਂ ਇਹ ਵੀ ਕਹਿ ਰਿਹਾ। ਧੰਨਵਾਦ ਜੀ। ਡਾਕਟਰ ਜੰਡੀ, ਲਾਈਨ ਨੰਬਰ 2। ਗਿੱਲ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਡਾਕਟਰ ਸਾਹਿਬ। ਗਿੱਲ ਸਾਹਿਬ, ਉਹਨਾਂ ਦੀ ਇੱਕ ਲਾਈਨ ਦੇ ਉੱਤੇ ਮੈਂ ਕਮੈਂਟ ਕਰੂੰਗਾ, ਜਿਹੜਾ ਉਹਨੇ ਕਿਹਾ ਸੀ ਸਿੱਖਾਂ ਨੇ ਨਵਾਬੀਆਂ ਵੀ ਲਈਆਂ ਤਾਂ ਸੂਬੇਦਾਰੀਆਂ ਵੀ ਚੌਂਕੀਆਂ, ਪਰ ਉਹਦੇ ਵਿੱਚ ਇੱਕੋ ਹੀ ਚੀਜ਼ ਆ, ਜਦੋਂ ਸਿੱਖ ਆਪਣੇ ਬੇਸਿਕ ਫਿਲਾਸਫੀ ਦੇ ਅਗੇਂਸਟ ਹੋ ਕੇ ਹੋਇਆ, ਉਹਦਾ ਅਖੀਰ 'ਚ ਘਾਟਾ ਪਿਆ। ਸਿੱਖਾਂ ਨੂੰ ਇੱਕੋ ਹੀ ਇੱਕ ਚੀਜ਼ ਤੇ, ਜੇ ਤੁਸੀਂ ਉਹ ਤੋਂ ਅਗਲੀ ਲਾਈਨ ਉਹ ਲਾਈਨ ਕਹਿ ਗਏ, ਪਰ ਉਹ ਤੋਂ ਅੱਗੇ ਸਿੱਖਾਂ ਦਾ ਕੀ ਹਾਲ ਹੋਇਆ ਉਹ ਐਕਸਪਲੋਰ ਕਰਨ ਵਾਲੀ ਚੀਜ਼ ਆ। ਉਹ ਕਿਉਂ ਹੋਇਆ ਉਹ ਐਕਸਪਲੋਰ ਕਰਨ ਵਾਲੀ ਚੀਜ਼ ਆ। ਬਈ ਜਦੋਂ ਆਪਾਂ ਸਿਧਾਂਤਾਂ ਤੋਂ ਪਿੱਛੇ ਹਟ ਕੇ ਇੱਕ ਮਫਾਦ ਦੇ ਤੌਰ ਤੇ ਲਵਾਂਗੇ, ਫਿਰ ਉਹਦਾ ਐਂਡ ਜਿਹੜਾ ਉਹ ਬੜਾ ਵਧੀਆ ਨਹੀਂ ਹੁੰਦਾ। ਉਹਦੇ ਵਿੱਚ ਉਹ ਨਹੀਂ ਇੱਕ ਲਾਈਨ ਕਹਿ ਗਿਆ, ਉਹ ਤੋਂ ਅਗਲੀ ਜਦੋਂ ਨੈਕਸਟ ਟਾਈਮ ਉਹ ਤੋਂ ਅਗਲੇ ਇਹਨੂੰ ਅੱਗੇ ਐਕਸਪਲੋਰ ਕਰਿਓਗੇ। ਜਦੋਂ ਆਪਾਂ ਸਿਧਾਂਤਾਂ ਦੇ ਵਿਰੁੱਧ ਹੋ ਕੇ, ਆਪਣੇ ਸਿੱਖੀ ਦੇ ਜਿਹੜੇ ਸਿਧਾਂਤ ਸੀ ਉਹਨਾਂ ਦੇ ਵਿਰੁੱਧ ਹੋ ਕੇ ਆਪਾਂ ਜੋ ਕੁਛ ਕੀਤਾ, ਉਹਦਾ ਐਂਡ ਪੁਆਇੰਟ ਕੀ ਹੋਇਆ ਉਹ ਐਕਸਪਲੋਰ ਕਰਨ ਵਾਲੀ। ਐਂਡ ਪੁਆਇੰਟ ਇਮੀਡੀਏਟ ਐਂਡ ਪੁਆਇੰਟ ਨਹੀਂ, ਜਿਹੜਾ ਲੌਂਗ ਟਰਮ ਕੰਸੀਕੁਐਂਸ ਕੀ ਨਿਕਲਿਆ। ਥੈਂਕ ਯੂ। ਥੈਂਕ ਯੂ। ਨਵਾਬੀਆਂ ਜਦ ਮਿਲੀਆਂ ਤਾਂ ਦਰਬਾਰ ਸਾਹਿਬ ਦੇ ਵਿੱਚ ਵੱਡੇ ਸਿੱਖ ਸਰਦਾਰ ਜੱਸਾ ਸਿੰਘ ਰਾਮਗੜੀਆ ਤੇ ਉਸ ਤੋਂ ਬਾਅਦ ਬਾਬਾ ਬੁੱਢਾ ਸਿੰਘ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਪੜਦਾਦਾ ਜੀ, ਤੇ ਬਹੁਤ ਯੋਧੇ ਬੈਠੇ ਸੀ। ਲਈ ਨਹੀਂ ਪਹਿਲਾਂ, ਤੇ ਕਪੂਰ ਸਿੰਘ ਉਹਨਾਂ ਨੂੰ ਫਿਰ ਹੁਕਮ ਕੀਤਾ, ਉਹਨਾਂ ਨੇ ਲਈ, ਤੇ ਫਿਰ ਸੂਬੇਦਾਰੀਆਂ ਵੀ ਛੱਡੀਆਂ। ਉਹਨਾਂ ਦਾ ਕਹਿਣ ਦਾ ਇਹ ਸੀ, ਪਰ ਉਹਦਾ ਲੌਂਗ ਟਰਮ ਇਫੈਕਟ ਕੀ ਹੋਇਆ, ਤੇ ਉਹ ਜ਼ਕਰੀਆ ਨੇ ਕਿਉਂ ਨਵਾਬੀ ਭੇਜੀ? ਜ਼ੁਲਮ ਕਰਕੇ ਜਦੋਂ ਥੱਕ ਗਿਆ ਤਾਂ ਉਹਨੇ ਭੇਜੀ। ਖਬਰਾਂ ਸੁਣਾ ਦਿਆਂ ਜੀ। ਖਬਰਾਂ ਤੋਂ ਬਾਅਦ ਆ ਕੇ ਫਿਰ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ, ਕੀ ਕਾਰਨ ਹੈ ਕਿ ਸਾਡੀਆਂ ਜਿਹੜੀਆਂ ਫਲਾਈਟਸ ਨੇ ਏਅਰ ਕੈਨੇਡਾ ਟੋਰਾਂਟੋ ਤੋਂ ਤੇ ਵੈਨਕੂਵਰ ਤੋਂ ਉੱਪਰ ਦੀ ਲੰਘ ਕੇ ਜਾਂਦੀਆਂ ਤੇ ਕਿਉਂ ਨਹੀਂ ਅੰਮ੍ਰਿਤਸਰ ਉਤਰਦੀਆਂ? ਵਿਚਲੀ ਗੱਲ ਕੀ ਹੈ? ਇਸ ਵਾਰ ਜਦ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਗੁਰੂ ਰਾਮਦਾਸ ਸਾਹਿਬ ਜੀ ਦੇ ਉਸ ਪਹਿਲੀ ਵਾਰ ਹਵਾਈ ਅੱਡੇ ਤੋਂ ਜਹਾਜ਼ ਚੜ੍ਹਨ ਦਾ ਮੌਕਾ ਮਿਲਿਆ ਹਜ਼ੂਰ ਸਾਹਿਬ ਨੂੰ, ਤਾਂ ਉੱਥੇ ਵੇਖਿਆ ਜਹਾਜ਼ ਖੜ੍ਹੇ ਸੀ, ਕੋਈ ਸ਼ਾਰਜਾ ਦਾ, ਕੋਈ ਕਿਤੇ ਦਾ, ਕੋਈ ਕਿਤੇ ਦਾ, ਅਤੇ ਮਨ ਦੇ ਵਿੱਚ ਆਇਆ ਯਾਰ ਬਈ ਕਿਉਂ ਨਹੀਂ ਕੈਨੇਡਾ ਤੋਂ ਇਹਦੇ 'ਤੇ ਸਾਡਾ ਜਿਹੜਾ ਨੈਸ਼ਨਲ ਕੈਰੀਅਰ ਆ ਕਿਉਂ ਨਹੀਂ ਜਾ ਸਕਦਾ? ਅਤੇ ਉਸ 'ਤੇ ਜਾਣਕਾਰੀ ਜਦ ਉੱਧਰੋਂ ਇੱਧਰ ਜਿਹੜੀ ਨਾਲ ਹੀ ਇੱਕ ਪਟੀਸ਼ਨ ਸ਼ੁਰੂ ਹੋ ਗਈ, ਜਿਹੜੀ ਬ੍ਰੈਡ ਵਿਸ ਸਾਡੇ MP ਨੇ ਉਹਨੇ ਸ਼ੁਰੂ ਕੀਤੀ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਕੁਛ ਕਾਗਜ਼ ਪੱਤਰ ਵੀ ਭੇਜੇ ਗਏ ਨੇ। ਸਰਦਾਰ ਸਮੀਪ ਸਿੰਘ ਉਹਨਾਂ ਨੇ ਰਾਈਟ ਟੂ ਇਨਫੋਰਮੇਸ਼ਨ ਦੇ ਥੱਲੇ ਜਨਵਰੀ 2018 ਦੇ ਵਿੱਚ ਮਿਨਿਸਟਰੀ ਆਫ ਸਿਵਲ ਐਵੀਏਸ਼ਨ ਨੂੰ ਪਤਾ ਕਰਨ ਦੇ ਲਈ ਵੀ ਦੱਸੋ ਸਾਡੇ ਦੇਸ਼ ਹੈਗੇ ਇਹਦੇ ਵਿੱਚ, ਅੰਮ੍ਰਿਤਸਰ ਵਾਲਿਆਂ ਦੇ ਕਿਹੜੇ ਦੇਸ਼ ਸੀ ਉਹਦੇ 'ਚ।
ਜਿਹੜੀ ਕਾਲ ਕੰਟਰੀਆਂ ਨੇ ਕੀਤੀ ਹੋਈ ਹੈ, US, UK, ਅਰਮੀਨੀਆ, ਆਸਟਰੀਆ, ईरान, जॉर्डन, किर्गिस्तान, कतर, रशिया, स्लोवाक रिपब्लिक, तुर्कमेनिस्तान, यूक्रेन, उज़बेकिस्तान ते सार्क कंट्रीज़। अच्छा, कनेडा दा जेड़ा अमृतसर दे लई अवेलेबल होना ते पता करना भी की कैनेडा दी एयर कैनेडा ने परमिशन उन्होंने है अमृतसर उतरन लई, तां उहदे विच मिनिस्टर ऑफ सिविल एविएशन का कहना कि बाईलैटरल जिहड़े अरेंजमेंट्स ने इंडिया ते कैनेडा दे, अमृतसर ग्रांटेड एज ए पॉइंट ऑफ कॉल टू डेजिग्नेटेड कैरियर्स ऑफ कैनेडा। सब तो बड़ी दुख की कहानी ये कि हुण तक इन्ने वरियां दे सिर्फ तो सिर्फ भारत वल नूं ही उंगल करी गया जी, भारत परमिशन नहीं दिंदा, भारत नहीं, भारत ने परमिशन दित्ती हुई है। इस दे बारे गलबात करने लई सरदार अनंतवीर सिंह ढिल्लों फ्लाई अमृतसर इनीशिएटिव तो ते माइकल रॉल जिहड़ा बहुत वधिया लिखते ने, ब्लॉगर है मुंडा अमृतसर साहब तो, जिहड़ा अमृतसर साहब की दिख, अमृतसर साहब की विरासत, अमृतसर साहब की धर्म दे नाल नेड़ता उहदे ते अक्सर लिखदा रहा। सरदार अनंतदीप सिंह जी सत्कार, सत श्री अकाल। सत श्री अकाल जी गिल साहब, और सुन रहे सारे श्रोतियां नूं मेरी प्यार भरी सत श्री अकाल ते गुरु फतेह प्रवान होए जी। अच्छा ढिल्लों साहब, हुण जानकारी होर जिहड़ी आ रही है, उस जानकारी के तहत ये दस्सिओ कि जिहड़ी राइट टू इनफॉर्मेशन जिहड़ी एक्ट दे थल्ले समीप सिंह गमटाला उन्होंने जानकारी लई है, भारत वालों तो परमिशन दित्ती हुई है जी बई साडे इत्थे नैशनल कैरियर आ सकदा थोड़ा कैनेडा दा? हाँ जी, ये भारत तो सूचना अधिकार अधीन इनफॉर्मेशन लई गई सी 2018 च भी ते उहदे तो बाद भी ते रीसेंटली भी। उहदे विच भारत यही कहंदा है कि उत्थों भी उड़ाना इधर नूं आ सकदियां ते कनेडियन कैरियर उत्थों उड़ भी सकदे हन। ते हुण जानकारी दे विच इहो गल आई है जो पिछले दिनां दे विच साडे बहुत ही सुहिरद MP साहब सुख धालीवाल जी ने भी मन्नी है कि कनेडा वालों ये जिहड़ी है परमिशन ये नहीं दित्ती गई, ते जिवें कि वो कह रहे हैं कि एयरलाइन साडे कोल या सरकार कोल पहुंच करन ते परमिशन तां मिलदी है। पर यह गल कोई ज्यादा वाजिब नहीं लगती, क्योंकि जो दुवल्ले हवाई समझौते ने उन्हां दे विच कनेडा वालों 5 शहरां नूं परमिशन दी गई है, जिहदे च कि दिल्ली, बंबई, चेन्नई, बंगलौर ते हैदराबाद। इन्हां विच जिहड़े पहले हवाई समझौते सी जिहड़े 1982-83 विच किते साइन होए सन, उहदे विच बंबई ते दिल्ली ही चलदा हुंदा सी। हुण ये हवाई समझौतियां दी जिहड़ी विस्तार है, इहदी जिहड़ी अपडेशन वो 2011-12 दे विच होई, जिहदे च शायद 3 शहर नवे ऐड कीते गए। पर यह गल समझ तो बाहर है कि किहड़ी एयरलाइन ने 3 शहर मंगे ते अमृतसर विच मंगिया ही नहीं। कमाल हो गई, बड़ी कमाल दी गल है। और सारे MP साहबान पिछले 3-4 सालों तो अपने सारे जिहड़े कॉन्स्टिट्यूएंट्स ने उन्होंने ये कह रहे हैं जी असीं इहदे ते काम कर रहे हैं, इस ते काम कर रहे हैं, पर वो काम ते कुछ दिस नहीं रहा। ते ये भी प्रभाव दिता भी इंडिया नहीं परमिशन दे रहा। बिल्कुल जी, ये प्रभाव देंदे रहे, जिहड़ा कि असीं सूचना के अधिकार तो अगे भी उन्होंने शेयर किया कि इंडिया आ गल कह रहा। फिर एक गल चंगी जरूर हुई सी कि MP रूबी सहोता जी ने एक पटीशन जिहड़ी हैगी आ जो उन्होंने ध्यान दिवाऊ मता उन्होंने जिहड़े कॉन्स्टिट्यूएंट सी उन्होंने उन्होंने साइन करके दिता ते उन्होंने वो चुक्या पार्लीमेंट। पर उहदे तो बाद इहदे ते MP साहबान ये जरूर कह रहे हैं, रणदीप सराय होरां ने भी ऑन रिकॉर्ड किया कि मैं एयर कैनेडा नाल गल कर रहा, पर एयर कैनेडा नाल गल करन दा की फायदा जे इस हवाई समझौता जिहड़ा इधरों है कनेडा तो इंडिया जाण लई जे उहदे विच अमृतसर ही मौजूद नहीं है, ते वेलियां गल्लां करन दा मेरे हिसाब नाल ते टाइम दी व्यर्थ जिहड़ी है ਉਹ कोई सही वरतों नहीं हो रही कि ਆਪਾਂ जो मसला असली हैगा ਉਹਦੇ ਤੇ ਕੰਮ ਨਹੀਂ ਕਰ ਰਹੇ ਤੇ ਅਸੀਂ 에ਅਰਲਾਈਨ ਨਾਲ ਗੱਲ ਕਰਕੇ ਉਹਦੇ ਚੋਂ ਕੀ ਮੁੱਦਾ ਜਿਹੜਾ ਹੈ ਉਹ ਢਿੱਲੋਂ ਸਾਹਿਬ ਦੁੱਖ ਦੀ ਕਹਾਣੀ ਇਹ ਹੈ ਜਿਹੜੀ ਮੈਂ ਮਹਿਸੂਸ ਕਰ ਰਿਹਾ। ਦੇਖੋ ਇਨਫੋਰਮੇਸ਼ਨ ਤੁਸੀਂ ਦਿਓ, ਸਹੀ ਕੰਮ ਕਰਨਾ, ਘੱਟ ਵੱਧ ਕੁਛ ਕਰੋ। ਤੁਸੀਂ ਇਨਫੋਰਮੇਸ਼ਨ ਗਲਤ ਦੇ ਰਹੇ ਹੋ ਲੋਕਾਂ ਨੂੰ। ਤੁਸੀਂ ਉਹ ਦੇਸ਼ ਦੇ ਵਿੱਚ ਜਿੱਥੇ ਅਸੀਂ ਜਿੱਥੋਂ ਜੰਮੇ ਪਲੇ, ਜਿੱਥੇ ਅਸੀਂ ਜਾਣਾ ਚਾਹੁੰਦੇ ਹਾਂ,
ਜਿੱਥੇ ਅਸੀਂ ਅੰਮ੍ਰਿਤਸਰ ਸਾਹਿਬ ਉਤਰਨਾ ਚਾਹੁੰਦੇ ਹੋ, ਤੁਸੀਂ ਉਹਦੇ ਲਈ ਗਲਤ ਇਨਫੋਰਮੇਸ਼ਨ ਦੇ ਰਹੇ ਹੋ ਵੀ ਉਹ ਦੇਸ਼ ਨਹੀਂ ਪਰਮਿਸ਼ਨ ਦੇ ਰਿਹਾ। ਦੇਸ਼ ਨੇ, ਮੇਰੇ ਕੋਲ ਪੇਪਰ ਨੇ, ਸਮੀਪ ਸਿੰਘ ਗਮਟਾਲਾ ਨੇ ਭੇਜੇ ਹੋਏ ਵੀ ਉਹਨਾਂ ਨੇ ਪਰਮਿਸ਼ਨ ਦਿੱਤੀ ਹੋਈ ਆ। ਉਹ ਕਹਿੰਦੇ ਸਾਡੇ ਵੱਲੋਂ ਕੋਈ ਪ੍ਰੋਬਲਮ ਨਹੀਂ ਹੈ। ਬਿਲਕੁਲ ਤੇ ਅਕਿਊਜ਼ ਕਰ ਰਹੇ ਹੋ ਤੁਸੀਂ ਉਹਨਾਂ ਨੂੰ। ਇਹ ਬਿਲਕੁਲ ਠੀਕ ਗੱਲ ਆ। ਹੁਣੇ ਕੁਝ ਦਿਨ ਪਹਿਲਾਂ ਗੁਰਜੀਤ ਔਜਲਾ ਜੀ ਉਹਨਾਂ ਨੇ ਫਿਰ ਇਹ ਮਸਲਾ ਜਿਹੜਾ ਇੰਡੀਅਨ ਪਾਰਲੀਮੈਂਟ 'ਚ ਚੁੱਕਿਆ ਕਿ ਸਰਕਾਰ ਵੱਲੋਂ ਜੇ ਕੋਈ ਖੁੰਝ ਹੈ ਤੇ ਇਸ ਗੱਲ ਨੂੰ ਜਿਹੜਾ ਹੈ ਸਾਨੂੰ ਇਸ ਦੀ ਪਰਮਿਸ਼ਨ ਦਿੱਤੀ ਜਾਵੇ। ਔਰ ਅੰਮ੍ਰਿਤਸਰ ਸਿਰਫ ਆਪਾਂ ਜੇ ਵੇਖਦੇ ਹਾਂ ਕਿ ਆਪਣੇ ਸਿੱਖ ਭਾਈਚਾਰੇ ਲਈ ਇੱਕ ਬੜਾ ਅਹਿਮ ਸਥਾਨ ਹੈ, ਉਹਦੇ ਨਾਲ ਨਾਲ ਅਸੀਂ ਇਹ ਚੀਜ਼ਾਂ ਕਦੇ ਹਮੇਸ਼ਾ ਹੀ ਭੁੱਲ ਜਾਂਦੇ ਹਾਂ ਕਿ ਦੇਸ਼ਾਂ ਦੇ ਵਿੱਚ ਦੁਵੱਲੇ ਸੰਬੰਧ ਚੰਗੇ ਕਰਨ ਲਈ, ਵਪਾਰ ਤੇ ਐਕਸਪੋਰਟ ਇੰਪੋਰਟ ਨੂੰ ਵਧਾਉਣ ਲਈ ਵੀ ਏਅਰਪੋਰਟ ਬਹੁਤ ਵੱਡਾ ਯੋਗਦਾਨ ਪਾ ਸਕਦੇ ਹਨ। ਸਿਰਫ ਇਹੋ ਗੱਲ ਨਹੀਂ ਹੈ ਕਿ ਆਮ ਬੰਦਿਆਂ ਨੇ ਇੱਥੋਂ ਜਾਣਾ ਹੈ। ਇਹ ਚੀਜ਼ ਬਾਕੀ ਜਿਹੜੀ ਚੀਜ਼ ਹੈ ਉਹ MP ਸਾਹਿਬਾਨ, ਹੁਣ ਸਾਡੇ ਮੰਤਰੀ ਨੇ ਪੈਸੀਫਿਕ ਕੈਨੇਡੀਅਨ ਡਿਵੈਲਪਮੈਂਟ ਦੇ ਮਿਨਿਸਟਰ ਨੇ ਹਰਜੀਤ ਸੱਜਣ ਜੀ, ਇਹ ਜਦੋਂ ਦਾ ਮੁੱਦਾ ਹੁਣ ਫਿਰ ਤੋਂ ਉੱਠਿਆ ਉਹਨਾਂ ਨੇ ਇਹਦੇ ਬਾਰੇ ਕੁਝ ਵੀ ਇੱਕ ਵੀ ਗੱਲ ਨਹੀਂ ਕਹੀ ਹੈਗੀ। ਮੈਂ ਬਾਕੀ ਕਾਲਰਸ, ਇਹ ਪੰਜਾਬੀਆਂ ਦਾ ਮਸਲਾ ਹੈ ਜਾਂ ਪੈਸੀਫਿਕ ਇਕਨੋਮਿਕ ਡਿਵੈਲਪਮੈਂਟ ਦਾ ਮੁੱਦਾ ਹੈ? ਨਵਦੀਪ ਸਿੰਘ ਜੀ ਤੁਸੀਂ ਹੋਲਡ ਕਰਿਓ, ਮੈਂ ਨਾਲ ਹੀ ਦੂਸਰੇ ਜਿਹੜੇ ਮੇਰੇ ਗੈਸਟ ਨੇ ਉਹਨਾਂ ਨਾਲ ਵੀ ਗੱਲ ਕਰਦਾ। ਮਨਵੀਰ ਗਰੇਵਾਲ ਹੋਣੀ ਜਿਨ੍ਹਾਂ ਨੇ ਬ੍ਰੈਡ ਬਿਸ MP ਦੇ ਨਾਲ ਰਲ ਕੇ ਪਟੀਸ਼ਨ ਸ਼ੁਰੂ ਕੀਤੀ, ਮਾਈਕਲ ਰੌਲ ਵੀ ਨੇ ਅੰਮ੍ਰਿਤਸਰ ਸਾਹਿਬ ਤੋਂ। ਮਨਵੀਰ ਸਵਾਗਤ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ, ਬ੍ਰੈਡ ਬਿਸ ਉਹਨਾਂ ਨੇ ਜਿਹੜਾ ਇਹਦੇ ਤੇ ਕੰਮ ਕੀਤਾ ਉਹਦੇ ਬਾਰੇ ਦੱਸੋ ਜੀ, ਤੇ ਹੁਣ ਗੱਲ ਕਿੱਥੇ ਖੜੀ ਹੈ? ਗੱਲ ਬ੍ਰੈਡ ਬਿਸ ਉਹਨਾਂ ਦਾ ਕੰਮ ਸ਼ੁਰੂ ਕਰਨ ਦਾ ਪਹਿਲਾਂ ਸਟੈਪ ਉੱਥੇ ਤੱਕ ਕਿਵੇਂ ਗਿਆ? ਪਹਿਲਾਂ ਸਾਡੀ ਜਿਹੜੀ ਪਟੀਸ਼ਨ ਸੀਗੀ ਮੋਹਿਤ ਉਹਨਾਂ ਨਾਲ ਵੀ, ਮੋਹਿਤ ਨੇ ਸ਼ੁਰੂ ਕੀਤੀ ਸੀ, ਮੋਹਿਤ ਅੰਜੂ ਨੇ। ਤੇ ਪਹਿਲਾਂ ਆਪਣੇ ਰਣਦੀਪ ਸਰਾਏ ਉਹਨਾਂ ਦੇ ਆਫਿਸ 'ਚ ਮੇਰੇ ਖਿਆਲ 'ਚ 5 ਤੋਂ 6 ਮਹੀਨੇ ਪਈ ਰਹੀ ਆ ਤੇ ਕੋਈ ਰਿਸਪੌਂਸ ਨਹੀਂ ਆਇਆ। ਜਿਹੜੇ ਕਹਿ ਰਹੇ ਨੇ ਅਸੀਂ ਕੰਮ ਕਰ ਰਹੇ ਹਾਂ, ਇੱਕ ਈਮੇਲ ਤੱਕ ਬੈਕ ਨਹੀਂ ਉਹਨਾਂ ਤੋਂ ਕਰ ਹੋਈ ਵੀ ਅਸੀਂ ਕਰ ਰਹੇ ਹਾਂ ਜਾਂ ਨਹੀਂ ਕਰ ਰਹੇ ਹਾਂ। ਚਲੋ ਅਸੀਂ ਉਹ ਤੋਂ ਬਾਅਦ ਰੀਚ ਆਊਟ ਕੀਤਾ ਬ੍ਰੈਡ ਬਿਸ ਨੂੰ। ਬ੍ਰੈਡ ਬਿਸ ਇਜ਼ ਈਜ਼ੀ ਟੂ ਲਾਈਕ ਹੈਂਡਲ ਹੈ ਨਾ, ਬਹੁਤ ਈਜ਼ੀ, ਉਹਨਾਂ ਨੇ ਹਮੇਸ਼ਾ ਹੈਲਪ ਕੀਤੀ ਆ ਤੇ ਹਮੇਸ਼ਾ ਯਾਨੀ ਕਮਿਊਨਿਟੀ ਲਈ ਤਾਂ ਖੜਦੇ ਨੇ, ਜੋ ਮਰਜ਼ੀ ਹੋਵੇ, ਆਪਣੇ ਏਰੀਏ ਦੇ ਲਈ ਜਾਂ ਆਪਣੇ ਪੰਜਾਬੀ ਕੌਮ ਲਈ ਜਾਂ ਈਵਨ ਐਪਲਸਫੋਰਡ ਮਿਸ਼ਨ ਵਾਸਤੇ ਹਮੇਸ਼ਾ ਉਹਨਾਂ ਨੇ ਕਦੇ ਨਾ ਨੁੱਕਰਤਾ ਕੀਤੀ ਹੋਣੀ, ਚਾਹੇ ਕੰਮ ਹੁੰਦਾ ਹੋਵੇ ਜਾਂ ਨਾ ਹੁੰਦਾ ਹੋਵੇ। ਸੋ ਇਹਦੇ ਤੇ ਕੋਈ ਨਹੀਂ, ਹਾਂਜੀ ਸਪਾਂਸਰ ਕਰਾਂਗੇ। ਤਾਂ ਫਿਰ ਬ੍ਰੈਡ ਤੱਕ ਤਾਂ ਗਈ ਸੀ ਇਹ। ਤੇ ਮਨਵੀਰ, ਇਹਦੇ 'ਚ ਹੁਣ ਤੁਸੀਂ ਕੰਮ ਕੀਤਾ, ਕੀ ਮਹਿਸੂਸ ਕੀਤਾ ਯਾਰ? ਇਹ ਗਲਤ ਇਨਫੋਰਮੇਸ਼ਨ ਕਿਉਂ ਦਿੱਤੀ ਜਾ ਰਹੀ ਹੈ? ਜਿੰਨੀ ਦੇਰ ਆਪਣਾ ਪਟੀਸ਼ਨ ਚੱਲਦੀ ਰਹੀ ਹੈ ਜੀ, ਮਤਲਬ ਰਣਦੀਪ ਸਰਾਏ ਤੋਂ ਮੈਂ ਇੱਕ ਬੰਦੇ ਦਾ ਮੈਂ ਜ਼ਰੂਰ ਕਹਿ ਰਿਹਾ ਕਿਉਂਕਿ ਮੈਂ ਆਪ ਲਿਟਰਲੀ ਦੇਖ ਰਿਹਾ ਸੀ, ਹੋਰ ਰੇਡੀਓਜ਼ ਤੇ ਜਾਂਦੇ ਸੀਗੇ, ਕਈਆਂ ਤੇ ਗਏ ਨੇ, ਆਪਣੇ ਚੈਨਲਸ ਤੇ ਵੀ ਗਏ ਨੇ ਪੰਜਾਬੀ ਤੇ, ਉਹਨਾਂ ਨੇ ਸਿੱਧਾ ਕਹਿ ਰਹੇ ਸੀ, ਉਹ ਕਹਿੰਦੇ ਵੀ ਇਹ ਹੋ ਹੀ ਨਹੀਂ ਸਕਦਾ, ਵੀ ਨਵੀਂ ਫਲਾਈਟ ਤਾਂ ਸਟਾਰਟ ਹੋ ਹੀ ਨਹੀਂ ਸਕਦੀ ਇੱਥੋਂ ਕੈਨੇਡਾ ਤੋਂ। ਜਦ ਕਿ ਲਾਸਟ ਈਅਰ ਪੈਂਡੈਮਿਕ ਦੇ ਟਾਈਮ 2 ਮੌਂਟਰੀਅਲ ਤੋਂ ਫਲਾਈਟਾਂ ਸਟਾਰਟ ਕੀਤੀਆਂ ਨੇ ਇਹਨਾਂ ਨੇ। ਇੱਕ ਪਾਸੇ ਤਾਂ ਫਲਾਈਟ ਕਰ ਰਹੀ ਆ ਤੇ ਉਹ ਇੱਕ ਗੱਲ ਇਹਨਾਂ ਨੇ ਕਹੀ ਸੀ, ਕਹਿੰਦੇ ਅਸੀਂ ਵੀ 에ਅਰ ਕੈਨੇਡਾ ਨੂੰ ਕਹਿ ਨਹੀਂ ਸਕਦੇ ਪਰ $5.375 ਬਿਲੀਅਨ ਦੀ ਫੰਡਿੰਗ ਦੇ ਸਕਦੇ, ਪਰ ਤੁਸੀਂ 에ਅਰ ਕੈਨੇਡਾ ਨੂੰ ਫਲਾਈਟ ਸ਼ੁਰੂ ਕਰਨ ਲਈ ਨਹੀਂ ਕਹਿ ਸਕਦੇ। ਮੈਨੂੰ ਨਹੀਂ ਸਮਝ ਆ ਰਹੀ ਵੀ ਉਹ ਆਪਣੇ ਆਪ ਨੂੰ ਕੰਟਰੈਡਿਕਟ ਕਿਉਂ ਕਰ ਰਹੇ ਨੇ ਆਪਣੀ ਗਵਰਨਮੈਂਟ ਨੂੰ। ਤੇ ਸਾਰੀ ਇੰਟਰਨੈਸ਼ਨਲ ਫਲਾਈਟਸ ਉਤਰਦੀਆਂ ਨੇ, ਜਦ ਕਤਰ ਦੇ ਰਾਹੀਂ, ਦੋਹਾ ਦੇ ਰਾਹੀਂ ਰੈਸਕਿਊ ਫਲਾਈਟਸ ਲੈ ਕੇ ਆਏ ਆ। ਅੰਮ੍ਰਿਤਸਰ ਸਾਹਿਬ ਤੋਂ ਦਾਈ ਹਵਾਈ ਅੱਡਾ ਵਰਤਿਆ। ਉਦੋਂ ਮੈਂ ਉੱਥੇ ਗਿਆ 2 ਤਰੀਕ ਨੂੰ, ਉੱਥੇ ਜਹਾਜ਼ ਮੈਂ 5-4 ਵੱਡੇ ਖੜੇ ਦੇਖੇ। ਹਾਂਜੀ, ਵੈਲੀਕਾਪਟਰ ਮੇਰੇ ਖਿਆਲ 'ਚ ਆਪਣੇ ਫੌਗ ਵਾਸਤੇ ਜਿਹੜਾ ਕੈਟ ਲੱਗਿਆ ਹੁੰਦਾ, ਉਹ ਦਿੱਲੀ 'ਚ ਤਾਂ ਹੈ ਨਹੀਂ, ਪਰ ਅੰਮ੍ਰਿਤਸਰ ਦੇ ਵਿੱਚ ਅਵੇਲੇਬਲ ਆ ਉਹ ਫੌਗ ਦੀ। ਆਪਾਂ ਨੂੰ ਨਾਰਥ ਇੰਡੀਆ ਦੇ ਵਿੱਚ ਪਤਾ ਹੀ ਆ ਵੀ ਕਿੱਡੀ ਵੱਡੀ ਟਰਬਲ ਆ ਤੇ ਮੋਸਟਲੀ ਲੋਕ ਜਾਂਦੇ ਹੀ ਉਸ ਸਮਿਆਂ 'ਚ ਨੇ ਜਦੋਂ ਫੌਗ ਪੈਂਦੀ ਆ ਉੱਥੇ। ਬਿਲਕੁਲ, ਉਹਦੇ ਲਈ ਤਾਂ ਵੈਲ ਇਕਵਿਪਡ ਜ਼ਿਆਦਾ ਦਿੱਲੀ ਵਾਲੇ ਨਾਲੋਂ। ਅਸੀਂ ਨਹੀਂ ਕਹਿੰਦੇ ਨਹੀਂ ਦਿੱਲੀ ਚਲਾਓ, ਚਾਹੇ ਹੈਦਰਾਬਾਦ ਚਲਾਓ, ਜਿੱਥੇ ਮਰਜ਼ੀ ਚਲਾਓ, ਉਹਨਾਂ ਦੀ ਪ੍ਰੋਬਲਮ ਨਹੀਂ ਹੈਗੀ, ਪਰ ਅੰਮ੍ਰਿਤਸਰ ਤਾਂ ਚਲਾਓ ਜਿੱਥੇ ਵੱਧ ਲੋੜ ਆ। ਹੋਲਡ ਕਰਿਓ। ਮਾਈਕਲ, ਸਤਿ ਸ਼੍ਰੀ ਅਕਾਲ। ਮਾਈਕਲ, ਹੈਲੋ ਮਾਈਕਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਮਾਈਕਲ। ਅੱਛਾ, ਧੰਨਵਾਦ ਜੁਆਇਨ ਕਰਨ ਲਈ। 11 ਵਜੇ ਰਾਤ ਦੇ ਤੁਸੀਂ ਗੱਲਬਾਤ ਕਰ ਰਹੇ ਹੋ। ਅੱਛਾ, ਮੈਨੂੰ ਐਂ ਦੱਸਿਓ, ਅੰਮ੍ਰਿਤਸਰ ਸਾਹਿਬ ਦਾ ਜਿਹੜਾ ਹਵਾਈ ਅੱਡਾ, ਉਹਦੇ ਇਕਵਿਪਮੈਂਟਸ, ਉਹਦਾ ਰਨਵੇ, ਵੱਡੇ ਕੈਰੀਅਰਸ ਲਈ, ਵੱਡੇ ਜਹਾਜ਼ਾਂ ਦੇ ਲਈ, 747 ਵਗੈਰਾ ਲਈ, ਉਹ ਸੂਟੇਬਲ ਹੈ ਜੀ ਸਾਹਿਬ? ਜੀ, ਉਹ ਨਾਰਥ ਇੰਡੀਆ ਦਾ ਅੰਮ੍ਰਿਤਸਰ ਜਿਹੜਾ 에ਅਰਪੋਰਟ ਹੈ, ਸਭ ਤੋਂ ਪਹਿਲੀ ਗੱਲ ਤਾਂ ਸਭ ਤੋਂ ਪੁਰਾਣਾ 에ਅਰਪੋਰਟ ਹੈਗਾ। ਦੂਜੀ ਗੱਲ, ਇਹ 에ਅਰਪੋਰਟ ਜਿਹੜਾ ਹੈਗਾ ਰਨਵੇ ਇਕਵਿਪਡ ਹੈਗਾ। ਇੱਥੇ 12,001 ਫੀਟ ਲੰਬਾ ਲੌਂਗੈਸਟ ਰਨਵੇ ਹੈ, ਜਿਹੜਾ ਮੇਰੇ ਖਿਆਲ ਦੁਨੀਆ ਵਿੱਚ ਇੱਕ 12,001 ਫੀਟ ਲੰਬਾ ਰਨਵੇ ਬਹੁਤ ਵੱਡੀ ਗੱਲ ਹੁੰਦੀ ਹੈ।
प्लस ਇਹ CAT 3 ਕੰਪਲਾਈਂਟ ਹੈ। CAT 3 ਦੀ ILS ਸਿਸਟਮ ਲੱਗਾ, ਜਿਹਦੇ ਵਿੱਚ ਕੀ ਹੈ ਕਿ ਧੁੰਦ ਵਿੱਚ ਵੀ ਫਲਾਈਟਸ ਜਿਹੜੀ ਹੈ ਈਜ਼ੀਲੀ ਲੈਂਡ ਹੋ ਜਾਂਦੀ ਹੈ, ਟੇਕ ਆਫ ਹੋ ਜਾਂਦਾ। ਸੋ ਲੈਸ ਡਿਲੇ ਆਰਸ ਜਾਂ ਇੱਕ ਕੈਂਸਲੇਸ਼ਨ ਦਾ ਚੱਕਰ ਨਹੀਂ ਹੁੰਦਾ ਇਹਦੇ ਵਿੱਚ। ਸੋ ਇਹ ਚੀਜ਼ਾਂ ਹੈਗੀਆਂ ਪਲੱਸ ਪੁਆਇੰਟਸ ਆ। ਪਲੱਸ ਗਰਾਊਂਡ ਇਨਫਰਾਸਟ੍ਰਕਚਰ ਸਾਡੇ ਇੱਥੇ ਇਹੋ ਜਿਹਾ ਹੈਗਾ ਕਿ ਕੋਈ ਪ੍ਰੋਬਲਮ ਹੀ ਨਹੀਂ ਕਿ ਇਹਨੂੰ, ਕਿਉਂਕਿ ਕਤਰ ਏਅਰਵੇਜ਼ ਇੱਥੋਂ ਬਹੁਤ ਸਾਲਾਂ ਤੋਂ ਆਪਰੇਟ ਕਰ ਰਹੀ ਹੈ। ਫਿਰ ਇੱਥੋਂ ਅੰਮ੍ਰਿਤਸਰ ਤੋਂ ਏਅਰ ਇੰਡੀਆ ਦੀ ਟੋਰਾਂਟੋ ਵੀ ਪਹਿਲਾਂ ਆਪਰੇਟ ਕਰਦੀ ਰਹੀ ਹੈ, ਬਹੁਤ ਸਾਲ ਪਹਿਲਾਂ ਇੱਥੋਂ 82 ਦੇ ਵਿੱਚ ਬਰਮਿੰਘਮ ਵੀ ਆਪਰੇਟ ਕਰਦੀ ਰਹੀ। ਸੋ ਇਹ ਅੱਜ ਦਾ ਨਹੀਂ ਹੈ, ਇਹ ਬਹੁਤ ਸਾਲ ਤੋਂ ਆਪਰੇਟ ਹੋ ਰਿਹਾ ਸਾਰਾ ਕੁਝ। ਹੁਣ ਤਾਂ ਗਰਾਊਂਡ ਇਨਫਰਾਸਟ੍ਰਕਚਰ ਜਿਹੜਾ ਰਨਵੇ ILS ਸਾਰਾ ਕੁਝ ਇੰਨਾ ਕੁ ਜ਼ਿਆਦਾ ਬੈਸਟ ਹੋ ਚੁੱਕਾ ਹੈ ਤੇ ਕੋਈ ਦਿੱਕਤ ਹੀ ਨਹੀਂ ਹੈ। ਇੱਕ ਹੋਰ ਪਲੱਸ ਪੁਆਇੰਟ ਹੈ ਕਿ ਅੰਮ੍ਰਿਤਸਰ ਪੰਜਾਬ ਦਾ ਇਕੱਲਾ 에ਅਰਪੋਰਟ ਅਥਾਰਟੀ ਆਫ ਇੰਡੀਆ ਦਾ 에ਅਰਪੋਰਟ ਹੈ ਜਿੱਥੇ ਕੋਈ ਡਿਫੈਂਸ ਦੀ ਰਿਸਟ੍ਰਿਕਸ਼ਨ ਨਹੀਂ ਹੈ। ਜਦਕਿ ਤੁਸੀਂ ਦੇਖ ਲਓ ਪੰਜਾਬ ਦੇ ਵਿੱਚ ਜਿੰਨੇ 에ਅਰ ਬੇਸਿਸ ਹੈ, ਚਾਹੇ ਉਹ ਚੰਡੀਗੜ੍ਹ ਹੈ, ਚਾਹੇ ਉਹ ਬਠਿੰਡਾ ਹੈ, ਚਾਹੇ ਉਹ ਜਲੰਧਰ ਹੈ ਜਾਂ ਲੁਧਿਆਣਾ ਹੈ, ਸਾਰੇ 에ਅਰਪੋਰਟ ਦੇ ਬੇਸਿਸ ਆ। ਇੱਥੇ ਰਿਸਟ੍ਰਿਕਸ਼ਨਸ ਆ, ਬਟ ਅੰਮ੍ਰਿਤਸਰ ਕੋਈ ਰਿਸਟ੍ਰਿਕਸ਼ਨਸ ਨਹੀਂ ਹੈ। ਸੋ ਉਸ ਤੋਂ ਇਲਾਵਾ 에ਅਰਪੋਰਟ ਐਕਸਪੈਂਸ਼ਨ ਦੀ ਵੀ ਪ੍ਰੋਬਲਮ ਨਹੀਂ ਹੈ। ਇੱਥੇ ਸਭ ਕੁਛ ਆ, ਬਿਲਡਿੰਗ ਆ ਆਪਣੇ ਕੋਲ, ਸਭ ਕੁਛ ਹੈ, ਬਹੁਤ ਐਕਸਪੈਂਡ ਹੋ ਰਿਹਾ। ਸੋ ਇਹੋ ਜਿਹਾ ਕੋਈ ਚੱਕਰ ਨਹੀਂ ਇੱਥੇ। 747 ਬੋਇੰਗ 777 에ਅਰਬਸ 380 ਛੱਡ ਕੇ ਸਾਰੇ 에ਅਰਕ੍ਰਾਫਟ ਲੈਂਡ ਹੋ ਸਕਦੇ। 에ਅਰਬਸ 380 ਸਿਰਫ ਲੈਂਡ ਨਹੀਂ ਹੋ ਸਕਦਾ, ਬਾਕੀ ਦੁਨੀਆ ਦੇ ਸਾਰੇ 에ਅਰਕ੍ਰਾਫਟ ਲੈਂਡ ਹੋ ਸਕਦੇ ਆ। ਮੈਂ ਕੋਲ ਰੌਲ ਗੱਲਬਾਤ ਕਰਦੇ ਪ੍ਰਭਜੋਤਪਾਲ ਸਿੰਘ ਜੀ, ਲਾਈਨ ਨੰਬਰ 1। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਮੇਰੇ ਦੋ ਸਵਾਲ ਹੈਗੇ ਆ ਛੋਟੇ ਛੋਟੇ ਜੀ। ਇੱਕ, ਜਿੱਦਾਂ ਸੁਣੀਦਾ ਆ ਵੀ ਜਿਹੜਾ ਦਿੱਲੀ ਦਾ 에ਅਰਪੋਰਟ ਆ, ਜਦੋਂ ਉੱਥੇ ਫਲਾਈਟ ਲੈਂਡ ਕਰਦੀ ਆ ਉਹਦਾ ਜਿਹੜਾ ਰੈਂਟ ਬਹੁਤ ਘੱਟ ਹੈਗਾ ਆ 에ਅਰਲਾਈਨ ਨੂੰ, ਤੇ ਜਿਹੜਾ ਇੱਥੇ ਅੰਮ੍ਰਿਤਸਰ ਸਾਹਿਬ ਹੈ ਬਹੁਤ ਜ਼ਿਆਦਾ ਆ। ਉਹ ਕਿਉਂ ਆ ਜੇ ਹੈਗਾ ਆ? ਤਾਂ ਦੂਸਰਾ ਜਿਹੜਾ ਹੈਗਾ ਆ ਵੀ ਸੁਣੀਦਾ ਆ ਵੀ ਕਹਿੰਦੇ ਆ ਪਹਿਲਾਂ ਜਿਹੜਾ ਆ 에ਅਰਲਾਈਨ ਦਿੱਲੀ ਟੱਚ ਡਾਊਨ ਕਰੇ ਉਸ ਤੋਂ ਬਾਅਦ ਅੰਮ੍ਰਿਤਸਰ ਆ ਸਕਦੀ ਆ। ਕੀ ਇਹ ਗੱਲ ਸਹੀ ਆ? ਅਨੰਦਦੀਪ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ? ਇਹ ਗੱਲ ਬੜੀ ਪੁਰਾਣੀ ਹੋ ਗਈ ਜੀ ਹੁਣ। ਇਹ ਹੁਣ ਜਿਹੜੀ ਆ ਇਹ ਇੰਨੀ ਕੋਈ ਵੈਲਿਡ ਪੁਆਇੰਟ ਨਹੀਂ ਹੈਗਾ ਕਿ ਦਿੱਲੀ ਦੇ ਵਿੱਚ ਜਿਹੜੇ ਨੇ ਉਹ ਘੱਟ ਨੇ। ਦਿੱਲੀ ਜ਼ਰੂਰ ਇਹ ਹੈ, ਦਿੱਲੀ ਦੇ ਜਿਹੜੇ ਸਗੋਂ ਜਿਹੜੇ ਲੈਂਡਿੰਗ ਚਾਰਜਿਸ ਆ ਉਹ ਵਧਣ ਜਾ ਰਹੇ ਆ, ਕਿਉਂਕਿ ਉਹ ਨਵੀਂ ਰਨਵੇ ਡਿਵੈਲਪ ਕਰਨ ਲੱਗੇ ਆ ਤੇ ਉਹਨਾਂ ਦੇ ਲੈਂਡਿੰਗ ਚਾਰਜਿਸ ਜਿਹੜੇ ਨੇ ਉਹ ਪ੍ਰਾਈਵੇਟ 에ਅਰਪੋਰਟ ਆ, ਉਹਨਾਂ ਦੇ ਲੈਂਡਿੰਗ ਚਾਰਜਿਸ ਅੰਮ੍ਰਿਤਸਰ ਤੋਂ ਵੈਸੇ ਹੀ ਜ਼ਿਆਦਾ ਰਹਿੰਦੇ ਆ। ਤੇ ਨਾਲੇ ਉੱਥੇ ਕੰਜੈਸ਼ਨ ਦੀ ਪ੍ਰੋਬਲਮ ਰਹਿੰਦੀ ਆ ਕਿਉਂਕਿ ਉਹ ਵੱਡਾ 에ਅਰਪੋਰਟ ਆ। ਉੱਥੋਂ ਕਈ ਵਾਰੀ ਫਲਾਈਟਾਂ ਡਾਇਵਰਟ ਹੋ ਕੇ ਜਦੋਂ ਵੀ ਕੋਈ ਉੱਥੇ ਪ੍ਰੋਬਲਮ ਆਉਂਦੀ ਤੇ ਅੰਮ੍ਰਿਤਸਰ ਤੇ ਜੈਪੁਰ ਭੇਜੀਆਂ ਜਾਂਦੀਆਂ। ਜਦੋਂ ਅੰਮ੍ਰਿਤਸਰ ਜ਼ਿਆਦਾ ਭੇਜੀਆਂ ਜਾਂਦੀਆਂ ਕਿਉਂਕਿ ਬਹੁਤ ਸਾਰੀਆਂ ਫਲਾਈਟਾਂ ਅੰਮ੍ਰਿਤਸਰ ਦੇ ਉੱਤੋਂ ਓਵਰ ਫਲਾਈਟ ਕਰਕੇ ਦਿੱਲੀ ਜਾਂਦੀਆਂ। ਸੋ ਇਹ ਪੁਆਇੰਟ ਬਹੁਤਾ ਇੰਨਾ ਅੱਜ ਦੀ ਡੇਟ ਦੇ ਵਿੱਚ ਜੋ ਅੱਜ ਸਮਾਂ ਚੱਲ ਰਿਹਾ ਕਿ ਲੈਂਡਿੰਗ ਚਾਰਜਿਸ ਜ਼ਿਆਦਾ ਨੇ। ਹੋਰ ਵੀ ਇੰਟਰਨੈਸ਼ਨਲ ਫਲਾਈਟਸ ਆ ਰਹੀਆਂ ਨੇ, ਫਿਰ ਲੈਂਡਿੰਗ ਚਾਰਜਿਸ ਤੇ ਉਹਨਾਂ ਲਈ ਵੀ ਉਦਾਂ ਹੀ ਨੇ। ਸਾਡੇ ਕੋਲ ਕਤਰ 에ਅਰਵੇਜ਼ ਆ ਰਹੀ ਹੈ, ਸਾਡੇ ਕੋਲ ਤੁਰਕਮੇਨਿਸਤਾਨ ਉਜ਼ਬੇਕਿਸਤਾਨ ਆਉਂਦੀ ਸੀ, ਪਹਿਲਾਂ ਸਿੰਗਾਪੁਰ 에ਅਰਲਾਈਨ ਵੀ ਆਉਂਦੀ ਸੀ। ਜੈਟ 에ਅਰਵੇਜ਼ ਇੰਟਰਨੈਸ਼ਨਲ ਫਲਾਈਟਸ ਚੱਲਦੀ ਸੀ। ਉਹ ਤੇ ਹਾਲਾਤਾਂ ਦੇ ਕਰਕੇ ਜਾਂ 에ਅਰਲਾਈਨ ਜਿਹੜੀਆਂ ਨੇ ਸਿਚੁਏਸ਼ਨ ਦੇ ਨਾਲ ਹੌਲੀ ਹੌਲੀ ਆਉਂਦੀਆਂ ਤੇ ਜਾਂਦੀਆਂ ਰਹਿੰਦੀਆਂ ਨੇ। ਇਹ ਕੋਈ ਇੰਨਾ ਵੈਲਿਡ ਪੁਆਇੰਟ ਅੱਜ ਦੀ ਡੇਟ ਵਿੱਚ ਮੈਂ ਨਹੀਂ ਸਮਝਦਾ ਕਿ ਹੈਗਾ ਕਿ ਲੈਂਡਿੰਗ ਚਾਰਜਿਸ ਦੀ ਕੋਈ ਪ੍ਰੋਬਲਮ ਹੈ। ਲੈਂਡਿੰਗ ਚਾਰਜਿਸ ਅੱਜ ਦੀ ਡੇਟ 'ਚ ਕੋਈ ਪ੍ਰੋਬਲਮ ਨਹੀਂ ਮੰਨੇ ਜਾਂਦੇ। ਜੀ ਜੀ, ਇੱਕ ਮਿੰਟ। ਜਤਿੰਦਰ ਜੀ, ਕੀ ਕਹਿਣਾ ਚਾਹੁੰਦੇ ਹੋ? ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸੋ ਮੇਰਾ ਰੋਜ਼ ਦਾ ਮੇਰਾ ਕੀਤਾ ਹੈਗਾ, ਸੋ ਆਮ ਟਰੈਵਲ ਕੰਸਲਟੈਂਟ, ਤੇ ਡੈਫੀਨੇਟਲੀ ਜਿਹੜੀਆਂ ਸਾਰੀਆਂ ਗੱਲਾਂ ਹੋ ਰਹੀਆਂ ਨੇ, ਅੰਮ੍ਰਿਤਸਰ ਦਾ ਬਿਜ਼ੀ 에ਅਰਪੋਰਟ ਹੈਗਾ, ਬਟ ਉੱਥੇ 에ਅਰਲਾਈਨਸ ਨੂੰ ਜਿਹੜੇ ਪਰਮਿਟ ਨੇ ਬ੍ਰਿਟਿਸ਼ 에ਅਰਵੇਜ਼ ਵਗੈਰਾ ਜਾਂ ਹੋਰ ਸਿੰਗਾਪੁਰ ਤੋਂ ਐਮੀਰੇਟਸ ਵਗੈਰਾ ਸਾਰੇ ਟਰਾਈ ਕਰਦੇ ਰਹੇ ਨੇ ਆਲਵੇਜ਼। ਬਟ ਨਿਊ ਅਪਡੇਟ ਮੈਂ ਤੁਹਾਨੂੰ ਇਹ ਦੇਣੀ ਚਾਹੁੰਦਾ ਕਿ 1 ਅਪ੍ਰੈਲ ਤੋਂ ਸਿੰਗਾਪੁਰ 에ਅਰਲਾਈਨਸ ਆਲਰੇਡੀ ਅੰਮ੍ਰਿਤਸਰ ਜਾਣ ਲੱਗ ਗਈ ਹੈਗੀ ਹੈ। ਬੁਕਿੰਗ ਸਟਾਰਟ ਹੋ ਗਈ ਹੈਗੀ ਅੰਮ੍ਰਿਤਸਰ ਦੀ ਆਲਰੇਡੀ। ਕਿੱਥੋਂ ਜੀ? ਤੇ ਅੰਮ੍ਰਿਤਸਰ ਨੇ, ਹਾਂਜੀ, ਵੈਂਕੂਵਰ ਤੋਂ ਡਾਇਰੈਕਟ ਫਲਾਈਟ ਜਾਊਗੀ ਸਿੰਗਾਪੁਰ, ਤੇ ਸਿੰਗਾਪੁਰ ਓਵਰਨਾਈਟ ਸਟੇ ਕਰਕੇ ਉੱਥੇ ਹੋਟਲ ਮਿਲਦਾ ਹੈ, ਤੇ ਉਸ ਤੋਂ ਬਾਅਦ ਅੰਮ੍ਰਿਤਸਰ ਜਾਊਗੀ ਫਲਾਈਟ ਡਾਇਰੈਕਟ ਉੱਥੋਂ। ਤੇ ਆਲਰੇਡੀ ਬੁਕਿੰਗ ਸਟਾਰਟਡ ਹੈ ਤੇ ਸਿੰਗਾਪੁਰ ਨੇ ਆਪਰੇਸ਼ਨਸ ਸਟਾਰਟ ਕਰ ਦਿੱਤੇ ਨੇ ਆਲਰੇਡੀ। ਵੈਰੀ ਗੁੱਡ ਨਿਊਜ਼, ਵੈਰੀ ਗੁੱਡ। ਅਨੰਦਦੀਪ ਜੀ, ਤੁਹਾਨੂੰ ਪਤਾ ਇਸ ਦੇ ਬਾਰੇ? ਹਾਂਜੀ, ਮੈਨੂੰ ਪਤਾ ਹੈ ਜੀ। ਇਹ ਇਨਫੋਰਮੇਸ਼ਨ ਸਾਡੇ ਕੋਲ ਕੱਲ ਹੀ ਆਈ ਹੈ। ਅੰਮ੍ਰਿਤਸਰ ਤੋਂ ਸਿੰਗਾਪੁਰ ਦੀ ਸਕੂਟ ਦੀ ਫਲਾਈਟ ਜੋ ਲੋ ਕਾਸਟ ਪਾਰਟਨਰ ਹੈਗੀ ਆ ਸਿੰਗਾਪੁਰ 에ਅਰਲਾਈਨ ਗਰੁੱਪ ਦੀ, ਉਹ ਅੰਮ੍ਰਿਤਸਰ ਤੋਂ ਸਕੂਟ ਜਾਂਦੀ ਸੀ ਤੇ ਉਹਨਾਂ ਨੇ ਹੁਣ ਅੱਗੇ ਸਿੰਗਾਪੁਰ ਲਈ ਕਨੈਕਸ਼ਨ ਜੋ ਨਵੀਂ ਫਲਾਈਟ ਸ਼ੁਰੂ ਹੋ ਚੁੱਕੀ ਹੈ ਸਿੰਗਾਪੁਰ ਤੋਂ ਵੈਂਕੂਵਰ, ਉਹਦੇ ਲਈ ਦੇਣਾ। ਜਾਣ ਲਈ ਜਿਹੜਾ ਹੈਗਾ ਘੱਟ ਸਮਾਂ ਜਿਹੜਾ ਹੋਏਗਾ ਜਿਹੜਾ ਟ੍ਰਾਂਸਫਰ ਦਾ, ਔਰ ਆਉਣ ਲੱਗਿਆ ਸ਼ਾਇਦ ਥੋੜਾ ਸਮਾਂ ਜ਼ਿਆਦਾ ਹੋਏਗਾ, ਪਰ ਤੁਸੀਂ ਵੈਂਕੂਵਰ ਅੰਮ੍ਰਿਤਸਰ ਤੋਂ ਵਾਇਆ ਸਿੰਗਾਪੁਰ ਆ ਸਕੋਗੇ। ਇੱਦਾਂ ਹੀ ਕਤਰ 에ਅਰਵੇਜ਼ ਜਦੋਂ ਥੋੜਾ ਜਿਹਾ ਨਾਰਮਲ ਹੋ ਜਾਏਗੀ, ਅੰਮ੍ਰਿਤਸਰ ਤੋਂ ਕਤਰ ਜੋ ਫਲਾਈਟ ਆਉਂਦੀ ਹੈ, ਕਤਰ ਨੇ ਸਿਐਟਲ ਨੂੰ ਵੀ ਕਨੈਕਸ਼ਨ ਦਿੱਤਾ ਤੇ ਸਿਐਟਲ ਤੋਂ ਉਹਨਾਂ ਦਾ ਕਨੈਕਸ਼ਨ ਅਲਾਸਕਾ 에ਅਰਲਾਈਨਸ ਦਾ 5 ਸਿਟੀਜ਼ ਨਾਲ ਹੈ, ਵਿਕਟੋਰੀਆ, ਵੈਂਕੂਵਰ, ਕਲੋਨਾ, ਕੈਲਗਰੀ, ਐਡਮਿੰਟਨ।
ਸੋ ਉਹ ਵੀ ਸ਼ਾਇਦ ਅੱਗੇ ਇਸ ਕਨੈਕਸ਼ਨ ਨੂੰ ਅਵੇਲੇਬਲ ਕਰਾਉਣਗੇ। ਮਨਵੀਰ ਕੀ ਕਹਿਣਾ ਚਾਹੁੰਦੇ ਹੋ? ਮੈਂ ਪਹਿਲਾਂ ਕਹਿਣਾ ਚਾਹੁੰਦਾ ਸੀ ਵੀ ਜਿਹੜਾ ਕਹਿੰਦੇ ਸੀ ਮਨੀ ਵਾਈਜ਼ ਜਾਂ ਉਹਨਾਂ ਦੇ ਲੈਂਡਿੰਗ ਦਾ, ਪਹਿਲੀ ਗੱਲ ਤਾਂ ਲੈਂਡਿੰਗ ਐਕਸਪੈਂਸਿਵ ਤਾਂ ਹੈ ਨਹੀਂ ਸੀ। ਦੂਜੀ ਗੱਲ ਜੇ ਆਪਾਂ ਕਰਦੇ ਵੀ ਹਾਂ ਦਿੱਲੀ ਤੋਂ ਆਪਾਂ ਵਾਪਸ ਆਉਂਦੇ ਹਾਂ ਆਪਣੇ ਕਿਸੇ ਪਿੰਡ ਦੇ ਵਿੱਚ, ਆਪਾਂ 10,000 ਇੱਕ ਪਾਸੇ ਦਾ ਲਾ ਕੇ ਚੱਲੀਏ ਤਾਂ $250 ਬਣਦਾ। ਬਿਲਕੁਲ ਠੀਕ ਹੈ। $500 ਜੇ ਆਪਣਾ ਬਚਦੇ ਆ ਤਾਂ ਬੰਦੇ $400 ਪੱਲਿਓ ਦੇਣ ਨੂੰ ਵੀ ਤਿਆਰ ਨੇ ਟਿਕਟ ਦੇ ਐਕਸਪੈਂਸਿਵ ਦੇ, ਜੇ ਲੈਂਡਿੰਗ ਵੀ ਜ਼ਿਆਦਾ ਫੀਸ ਜ਼ਿਆਦਾ ਜਦ ਕਿ ਹੈ ਨਹੀਂ ਗੀ। ਆਪਾਂ ਅਨੰਤਵੀਰ ਉਹਨਾਂ ਨੇ ਦੱਸ ਵੀ ਦਿੱਤਾ ਇਹ ਗੱਲ ਦਾ, ਪਰ ਇਹ ਕੋਈ ਪਤਾ ਨਹੀਂ ਕੀ ਰੀਜ਼ਨਿੰਗ ਆ ਵੀ ਆਪਣੇ ਵੱਲੋਂ ਜ਼ਿਆਦਾ ਹੋ ਰਿਹਾ ਸੀ। ਪਹਿਲਾਂ ਵੀ ਜਦੋਂ ਇੱਥੋਂ ਦੇ ਲੋਕਾਂ ਨੂੰ ਕਹਿ ਰਹੇ ਸੀ, ਜਦੋਂ ਸਾਈਨ ਵੀ ਕਰਾ ਰਹੇ ਸੀ ਪਟੀਸ਼ਨ, ਲੋਕਾਂ ਦੇ ਮਨ 'ਚ ਇਹ ਹੋ ਗਈ ਸੀ ਵੀ ਤੁਸੀਂ ਇੱਧਰੋਂ ਤਾਂ ਕਰੀ ਜਾਂਦੇ ਹੋ, ਉੱਧਰੋਂ ਨਹੀਂ ਤੁਹਾਨੂੰ ਕੁਝ ਕਰਨ ਨੂੰ ਮਿਲਣਾ, ਇੱਧਰੋਂ ਤੁਸੀਂ ਜ਼ੋਰ ਕਾਤੇ ਮਾਰੀ ਜਾਂਦੇ ਹੋ। ਸਾਨੂੰ ਬਹੁਤ ਲੋਕਾਂ ਨੇ ਇਹ ਗੱਲ ਕਹੀ ਸੀ ਵੀ ਸਾਨੂੰ ਉੱਧਰੋਂ ਦੀ ਪ੍ਰੋਬਲਮ ਨਹੀਂ ਹੈਗੀ, ਸਾਨੂੰ ਹੈਗੀ ਆ ਵੀ ਇੱਧਰਲੇ ਪਾਸਿਓ ਸਾਨੂੰ ਜ਼ੋਰ ਮਿਲੇ, ਕਿਉਂਕਿ ਇੱਧਰੋਂ ਹੀ ਕੰਮ ਰੁਕ ਰਿਹਾ ਹਰ ਵਾਰ। ਮਾਈਕਲ ਕੀ ਕਹਿਣਾ ਚਾਹੁੰਦੇ ਹੋ? ਮਾਈਕਲ ਸਰ ਪਹਿਲੀ ਗੱਲ ਤਾਂ ਜਿਹੜੀ ਜੀ ਹਾਂਜੀ ਸਰ, ਸਭ ਤੋਂ ਪਹਿਲੀ ਗੱਲ ਤਾਂ ਸਰ ਇਹ ਜਿਹੜੀ ਪਟੀਸ਼ਨ ਹੁਣੇ ਸਟਾਰਟ ਕੀਤੀ ਸੀ ਬ੍ਰੈਡਵਿਜ਼ ਉਹਨਾਂ ਨੇ, ਠੀਕ ਹੈ, ਇੱਥੇ ਪਾਰਲੀਮੈਂਟ 'ਚ ਬੋਲੇ ਆ, ਇਸ ਪਟੀਸ਼ਨ ਨੇ ਬਹੁਤ ਕੁਝ ਐਕਸਪੋਜ਼ ਕਰ ਦਿੱਤਾ, ਰਿਐਲਿਟੀਜ਼ ਐਕਸਪੋਜ਼ ਕੀਤੀਆਂ। ਪਹਿਲੀ ਗੱਲ ਤਾਂ ਨਾਕਾਮੀ ਵੀ ਐਕਸਪੋਜ਼ ਕੀਤੀ ਹੈ ਬੜੀ, ਠੀਕ ਹੈ। ਪਹਿਲੀ ਗੱਲ ਤਾਂ ਸਾਲਾਂ ਤੋਂ ਇੱਕ ਬਲੇਮ ਗੇਮ ਹੁੰਦੀ ਰਹੀ ਹੈ ਇੰਡੀਅਨ ਗਵਰਨਮੈਂਟ ਤੇ ਕਿ ਇੰਡੀਅਨ ਗਵਰਨਮੈਂਟ ਦੀ ਇੱਥੇ ਪ੍ਰੋਬਲਮ ਆ, ਇਹ ਆ ਉਹ ਆ। ਸਾਰੇ ਐਮਪੀਜ਼ ਕਹਿੰਦੇ ਰਹੇ ਸੀ, ਜਦੋਂ ਇੱਥੇ ਵੀ ਮਿਲੇ ਆਪਾਂ ਪਰਸਨਲੀ ਹਯਾਤ ਹੋਟਲ 'ਚ ਮੀਟਿੰਗ ਹੋਈ ਸੀ ਪ੍ਰਾਈਮ ਮਿਨਿਸਟਰ ਟਰੂਡੋ ਦੇ ਦੌਰੇ ਦੇ ਦੌਰਾਨ, ਅਸੀਂ ਰਣਦੀਪ ਸਰਾਏ ਜੀ ਨੂੰ ਮਿਲੇ ਸੀਗੇ, ਹੋਰਾਂ ਐਮਪੀਜ਼ ਨੂੰ ਵੀ ਮਿਲੇ, ਤਾਂ ਉਹ ਕਹਿੰਦੇ ਆ ਜੀ ਇੱਥੋਂ ਪ੍ਰੋਬਲਮ ਹੈ। ਬਟ ਜਿਹੜਾ ਸਾਡੇ ਕੋਲ ਇੰਡੀਅਨ ਗਵਰਨਮੈਂਟ ਦਾ ਰਿਸਪੌਂਸ ਆਇਆ 3-4 ਵਾਰ ਸਮੀਤ ਜੀ ਹੁਣਾਂ ਨੇ ਮੰਗਿਆ ਗਵਰਨਮੈਂਟ ਤੋਂ ਰਿਸਪੌਂਸ, ਉਹ ਗਵਰਨਮੈਂਟ ਕਲੀਅਰਲੀ ਕਹਿੰਦੀ ਪਈ ਹੈ ਕਿ ਕੈਨੇਡਾ ਇਜ਼ ਅ designated point of call for ਅੰਮ੍ਰਿਤਸਰ designated point of call ਹੈ ਕੈਨੇਡੀਅਨ 에ਅਰਲਾਈਨਸ ਲਈ। ਇਹਦਾ ਮਤਲਬ ਹੈ ਕੈਨੇਡੀਅਨ 에ਅਰਲਾਈਨਸ ਲਈ designated point of call ਹੈ। ਸੋ ਇਹ ਚੀਜ਼ਾਂ ਜਿਹੜੀਆਂ ਆਉਂਦੀਆਂ ਸਾਹਮਣੇ ਉਹਨਾਂ ਲਈ ਹੈਗਾ, ਬਟ ਪਤਾ ਨਹੀਂ ਕੀ ਕਮਿਊਨੀਕੇਸ਼ਨ ਹੈ, ਉਹ ਕੁਝ ਕਹਿ ਰਹੇ ਆ ਤੇ ਇਹ ਕੁਝ ਕਹਿ ਰਹੇ ਆ। ਸੋ ਇਹ ਚੀਜ਼ਾਂ ਬਹੁਤ ਹਾਲੇ ਸਾਹਮਣੇ ਆਉਣ ਦੀ ਲੋੜ ਹੈਗੀ ਆ। ਮਿਨਿਸਟਰੀ ਆਫ ਟਰਾਂਸਪੋਰਟ ਨੂੰ ਕਲੀਅਰ ਕਰਨ ਦੀ ਲੋੜ ਆ ਕਿ ਉਹ ਅੰਮ੍ਰਿਤਸਰ ਜਾ ਸਕਦੀਆਂ ਜਾਂ ਉੱਥੋਂ ਕੀ ਪ੍ਰੋਬਲਮ ਹੈ, ਇਹ ਕਲੀਅਰ ਹੋਣਾ ਚਾਹੀਦਾ। ਬਟ ਇਹ ਨਾਕਾਮੀ ਹੈ ਜਿਹੜੀ ਸਾਹਮਣੇ ਆਈ ਹੈ ਸਾਡੇ, ਕਿ ਉੱਧਰੋਂ ਕਿਹਾ ਜਾ ਰਿਹਾ ਕਿ ਕੈਨੇਡਾ ਨੇ ਕਦੇ ਰਿਕੁਐਸਟ ਹੀ ਨਹੀਂ ਕੀਤੀ ਅੰਮ੍ਰਿਤਸਰ ਦੀ। ਔਲਖ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਸਰਦਾਰ ਹਰਜੀਤ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਦੇਖੋ ਜੀ, ਮੈਨੂੰ 2 ਵਾਰ ਐਕਸਪੀਰੀਅੰਸ ਹੋਇਆ ਉੱਥੇ ਰਾਜਾਸਾਈ ਹਵਾਈ ਅੱਡੇ ਦੇ ਉਤਰਨ ਦਾ। ਅੱਛਾ ਜੀ। ਜੋ ਮੈਂ ਅੱਖੀਂ ਦੇਖਿਆ, ਮੈਂ ਉਹ ਸਹੁੰ ਖਾ ਕੇ ਕਹਿ ਸਕਦਾ ਮੈਂ ਕਰੈਕਟ ਵੇਖਿਆ ਵਾ। ਜਦੋਂ ਜਹਾਜ਼ ਦੇ ਉੱਤੋਂ ਉਤਰਿਆ, ਪਹਿਲੀ ਗੱਲ ਆ ਅਸੀਂ ਵਾਸ਼ਰੂਮ ਜਾਂਦੇ ਹਾਂ, ਤੇ ਵਾਸ਼ਰੂਮ ਦੇ ਵਿੱਚ ਬਾਅਦ ਵੇਖਿਆ ਵਾ ਸਾਰੇ ਜਿਹੜੇ ਬੂਥ ਸੀਗੇ ਨਾ, ਉਹ ਪੂਰੇ ਦੇ ਪੂਰੇ ਹਿਊਮਨ ਜਿਹੜੀ ਡੈਬਰਸ ਉਹ ਭਰੇ ਪਏ ਸੀਗੇ, ਕਿਸੇ ਦੇ ਫਲਸ਼ ਨਹੀਂ ਕੀਤਾ। ਕਿਹੜੇ ਸੰਨ ਚ ਗਏ ਸੀ ਜੀ ਔਲਖ ਸਾਹਿਬ ਤੁਸੀਂ? ਇਹ ਮੇਰਾ ਖਿਆਲ ਹੈ ਉਸ ਵੇਲੇ ਅੱਜ ਤੋਂ 10 ਸਾਲ ਦੀ ਗੱਲ। ਹਾਂ, ਹੁਣ ਬਹੁਤ ਵਧੀਆ ਬਣੇ ਹੋਇਆ ਜੀ, ਸਭ ਸਾਫ਼ ਹੈ। ਵਾਸ਼ਰੂਮਾਂ ਦਾ ਤਾਂ ਉਹਦੇ ਚ ਕੋਈ ਕਸੂਰ ਨਹੀਂ ਨਾ, ਬੰਦਿਆਂ ਦਾ ਕਸੂਰ ਹੈ। ਅੱਛਾ, ਦੂਜੀ ਗੱਲ ਇਹ ਵੇਖੀ ਆ ਵੀ ਜਿੰਨੇ ਉਹਦੇ ਟੋਲ ਫਰੀ ਸਟੋਰ ਸੀ ਨਾ, ਜਿੰਨੇ ਵੀ ਉੱਤੇ ਬੋਰਡ ਜ਼ਰੂਰ ਲੱਗੇ ਟੋਲ ਫਰੀ ਦੇ, ਸਾਰੇ ਹੀ ਲੱਕੜ ਦੇ ਦਰਵਾਜ਼ਿਆਂ ਨਾਲ, ਜਿੱਦਾਂ ਨਾ ਕੋਈ ਪੰਜਾਬ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਦਰਵਾਜ਼ੇ ਲੱਕੜ ਦੇ ਕਈ ਵਾਰ ਲੱਗੇ ਹੁੰਦੇ ਆ, ਉਹ ਤੇ ਢਕੇ ਪਏ, ਕੋਈ ਖੁੱਲ੍ਹਾ ਨਹੀਂ, ਦਰਵਾਜ਼ੇ ਬੰਦ ਸੀਗੇ। ਜੇ ਕਿਉਂਕਿ ਸਾਡੀ ਜਿਹੜੀ ਵੱਡੀ ਕੋਸ਼ਿਸ਼ ਹੁੰਦੀ ਪੰਜਾਬੀਆਂ ਦੀ, ਅਸੀਂ ਟਾਲ ਫਰੀ ਤੋਂ ਆਪਣੇ ਗਿਫਟ ਖਰੀਦਣੇ ਹੁੰਦੇ ਆ, ਉਹਨਾਂ ਦੀ ਕੋਈ ਡਰਿੰਕ ਖਰੀਦਣੀ ਹੁੰਦੀ ਆ, ਸਭ ਕੁਝ ਉਹ ਸਭ ਬੰਦ ਲੋਕ ਪਏ ਸੀਗੇ ਉਹ। ਤੇ ਉਹਦਾ ਕਾਰਨ ਇੱਕੋ ਇੱਕ ਸੀ, ਦਿੱਲੀ ਗੌਰਮੈਂਟ ਨਹੀਂ ਚਾਹੁੰਦੀ ਵੀ ਉਹ ਰੈਵਨਿਊ ਜਿਹੜਾ ਵਾ ਉਹ ਉੱਥੇ ਅੰਮ੍ਰਿਤਸਰ ਵਿੱਚ ਟ੍ਰਾਂਸਫਰ ਹੋਵੇ, ਉਹ ਚਾਹੁੰਦੀ ਹੈ ਦਿੱਲੀ ਹੋਵੇ ਜਾਂ ਸਾਰਾ, ਉਹ ਕਦੀ ਵੀ ਨਹੀਂ ਚਾਹੋਗੇ। ਉਹ ਮੈਂ ਹੁਣ ਮੇਰਾ ਸਵਾਲ ਇਹ ਆ ਤੁਹਾਡੇ ਆਪਣੇ ਉਸ ਗੈਸਟ ਨੂੰ ਪੁੱਛੋ ਵੀ ਕੀ ਉਹ ਜਿਹੜੇ ਗੇਟ ਹੈ ਉਹ ਹੁਣ ਟੋਲ ਫਰੀ ਜਿਹੜੇ ਆ ਉਹ ਖੁੱਲ੍ਹੇ ਆ ਕਿ ਨਹੀਂ? ਮੈਂ ਪਤਾ ਕਰਦਾ ਜੀ। ਡਿਊਟੀ ਫਰੀ ਦੀ ਗੱਲ ਕਰਦੇ ਹੋ ਤੁਸੀਂ। ਵਪਾਰਕ ਸੰਦੇਸ਼ਾਂ ਤੋਂ ਬਾਅਦ ਅਨੰਤਦੀਪ ਸਿੰਘ ਢਿੱਲੋਂ ਤੇ ਮਾਈਕਲ ਰੌਲ ਨਾਲ ਰਹਿਣਗੇ ਮੇਰੇ। 604-204-0600 ਤੁਹਾਡਾ ਕੋਈ ਸੁਝਾਅ ਹੋਵੇ ਮੇਰੇ ਨਾਲ। ਅਨੰਤਦੀਪ ਸਿੰਘ ਢਿੱਲੋਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਤੋਂ, ਜਿਹਦੇ ਵਿੱਚ ਸਰਦਾਰ ਸਮੀਪ ਸਿੰਘ ਗੁਮਟਾਲਾ ਬਹੁਤ ਕੰਮ ਕਰਦੇ ਨੇ, ਬਹੁਤ ਧੰਜੂ ਜੀ ਕਰਦੇ ਨੇ। ਮਾਈਕਲ ਰੌਲ ਸਦਾ ਹੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਲਈ ਹਰ ਵਕਤ ਨੌਜਵਾਨ ਮੁੰਡਾ ਲਿਖਦਾ ਰਹਿੰਦਾ ਕਿ ਕਿਸ ਤਰ੍ਹਾਂ ਸਾਡੀ ਵਿਰਾਸਤ ਕੀ ਸੀ, ਸਾਡੀ ਜਿਹੜੀ ਇਤਿਹਾਸ ਸਾਡਾ ਕੀ ਸੀ, ਇਹ ਦਰਵਾਜ਼ੇ ਕੋਈ ਕੀ ਸਨ। ਕਿਸੇ ਸਮੇਂ ਸ਼ਹਿਰ ਜਿਹੜਾ ਦਰਵਾਜ਼ਿਆਂ ਦੇ ਵਿੱਚ ਸੀ, ਵੱਡੇ ਵੱਡੇ ਪੁਲ ਬਣ ਗਏ ਹੁਣ ਗੋਲਡਨ ਗੇਟ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵਿੱਚ, ਤੇ ਭੀੜ ਬਹੁਤ ਹੈ ਹੁਣ। ਦਰਬਾਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਹਰ ਰੋਜ਼ ਹੀ ਬਹੁਤ ਵੇਟ ਹੈ।
ਗੱਡੀਆਂ ਪਿੱਛੇ ਖੜ੍ਹਦੀਆਂ ਨੇ, ਨੇੜੇ ਦੇ ਗਲਿਆਰੇ 'ਚ ਗੱਡੀਆਂ ਨਹੀਂ ਜਾਂਦੀਆਂ, VIP ਜਾਂਦੇ ਨੇ ਲੋਕ। ਅਤੇ ਪਰ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਤੇ ਨਤਮਸਤਕ ਹੋਣ ਲਈ ਬਹੁਤ ਸੰਗਤ ਹਰ ਰੋਜ਼ ਜਾਂਦੀ ਹੈ। ਮਾਈਕਲ, ਹੋਰ ਕੋਈ ਗੱਲਬਾਤ ਇਹਦੇ 'ਚ ਐਡ ਕਰਨੀ ਚਾਹੋ? ਸਰ ਇਹਦੇ ਵਿੱਚ ਨਾ ਇੱਕ ਮੇਨਲੀ ਇੱਕ ਗੱਲ ਮੈਂ ਐਡ ਹੀ ਕਰਾਂਗਾ, ਜੇਕਰ ਜਿਹੜਾ ਮਿਨਿਸਟਰ ਆਫ ਟਰਾਂਸਪੋਰਟ ਨੇ ਓਮਲ ਐਲਗੈਬਰਾ, ਠੀਕ ਹੈ, ਉਹ ਮਿਸੀਸਾਗਾ ਸੈਂਟਰ ਤੋਂ ਮੈਂਬਰ ਆਫ ਪਾਰਲੀਮੈਂਟ ਵੀ ਨੇ। ਸੋ ਮਿਸੀਸਾਗਾ ਸੈਂਟਰ ਉਹ ਏਰੀਆ ਜਿੱਥੇ ਪੰਜਾਬੀਆਂ ਦੀ ਬਹੁਤ ਵੱਡੀ ਤਾਦਾਦ ਆ। ਤੋ ਜੇਕਰ ਆਪਣੇ ਪੰਜਾਬੀ ਜੇਕਰ ਉਮਰ ਐਲਗੈਬਰਾ ਜੀ ਨੂੰ ਅਪਰੋਚ ਕਰਨ ਕਿਸੇ ਤਰੀਕੇ ਨਾਲ ਤੇ ਇੱਕ ਕਲੀਅਰ ਸਪਸ਼ਟ ਕਰਨ ਕਿ ਅੰਮ੍ਰਿਤਸਰ ਡੈਜ਼ਿਗਨੇਟਿਡ ਪੁਆਇੰਟ ਆਫ ਕਾਲ ਹੈ, ਅੰਮ੍ਰਿਤਸਰ ਕਿਹੜੇ ਕੈਨੇਡੀਅਨ ਪੁਆਇੰਟਸ ਜਾਂ ਕੈਨੇਡੀਅਨ ਸ਼ਹਿਰਾਂ ਤੋਂ ਅੰਮ੍ਰਿਤਸਰ ਸਿੱਧਾ ਜਾ ਸਕਦੀ ਹੈ, ਜਾਂ ਉਹ ਜੇ ਪੁਆਇੰਟ ਆਫ ਜੇ ਉਹ ਪਰਮਿਸ਼ਨ ਹੈ ਤਾਂ ਉਹ ਕਲੀਅਰਲੀ ਆਏ। ਤੇ ਮਤਲਬ ਇਹ ਇੱਕ ਜਿਹੜੀ ਕਨਫਿਊਜ਼ਨ ਕ੍ਰੀਏਟ ਹੋਈ ਹੈ ਰੀਸੈਂਟਲੀ, ਉਹ ਵੀ ਦੂਰ ਕੀਤੀ ਜਾਵੇ, ਕਿਉਂਕਿ ਇਹ ਜਿਹੜਾ ਇਸ਼ੂ ਹੈ ਇਹ ਇੱਕ ਬਹੁਤ ਵੱਡਾ ਇਸ਼ੂ, ਔਰ ਪਰਟੀਕੁਲਰ ਅੰਮ੍ਰਿਤਸਰ ਦੇ ਰਿਗਾਰਡਿੰਗ ਆਲਰੇਡੀ ਇੰਡੀਅਨ ਪਾਰਲੀਮੈਂਟ 'ਚ ਰੀਸੈਂਟਲੀ ਉੱਠਿਆ, ਔਰ ਇਹਦੇ ਰਿਗਾਰਡਿੰਗ ਮੈਂਬਰ ਆਫ ਪਾਰਲੀਮੈਂਟ ਬ੍ਰੈਡਵਿਚ ਨੇ ਵੀ ਰੀਸੈਂਟਲੀ ਇਹ ਉਸ ਕੈਨੇਡਾ ਦੀ ਪਾਰਲੀਮੈਂਟ 'ਚ ਵੀ ਉਠਾਇਆ ਮਸਲਾ। ਸੋ ਇਹ ਫਲਾਈਟ ਦਾ ਇਸ਼ੂ ਇੱਕ ਨਾਰਮਲ ਨਹੀਂ ਹੈ, ਫਲਾਈਟ ਦਾ ਇਸ਼ੂ ਇੱਕ ਬਹੁਤ ਵੱਡਾ ਇੱਕ ਇਸ਼ੂ ਬਣ ਚੁੱਕਾ ਕਮਿਊਨਿਟੀ ਲਈ। ਸੋ ਇਹ ਮਿਨਿਸਟਰ ਆਫ ਟਰਾਂਸਪੋਰਟ ਓਮਲ ਐਲਗੈਬਰਾ ਜੀ ਨੂੰ ਖਾਸ ਤੌਰ ਤੇ ਇੱਕ ਸਪਸ਼ਟ ਕਰਨਾ ਚਾਹੀਦਾ ਕਿ ਕਮਿਊਨਿਟੀ ਨੂੰ ਕਿ ਵੈਦਰ ਏਅਰ ਕੈਨੇਡਾ ਕੈਨ ਫਲਾਈ ਨॉन ਸਟਾਪ ਫਰਮ ਕੈਨੇਡੀਅਨ ਪੁਆਇੰਟਸ ਟੂ ਅੰਮ੍ਰਿਤਸਰ। ਕੈਨੇਡੀਅਨ ਪੁਆਇੰਟਸ ਕਿਹੜੇ ਆ ਜਿਨ੍ਹਾਂ ਤੋਂ ਅੰਮ੍ਰਿਤਸਰ ਜਾ ਸਕਦੀ ਹੈ ਪਰਮਿਸ਼ਨ। ਜੇ ਉਹ ਪਰਮਿਸ਼ਨ ਹੈਗੀ ਤਾਂ ਡੈਫੀਨੇਟਲੀ ਉਹਦਾ ਐਵੀਡੈਂਸ ਤੇ ਦਿੱਤਾ ਜਾਵੇ। ਜੋ ਪਰਮਿਸ਼ਨ ਨਹੀਂ ਆ ਤਾਂ ਉਹਦੇ ਰਿਗਾਰਡਿੰਗ ਤੁਸੀਂ ਇੱਕ ਕਮਿਊਨੀਕੇਸ਼ਨ ਜੋ ਚੈਨਲ ਹੈ, ਡਿਪਲੋਮੈਟਿਕ ਚੈਨਲ ਹੈ, ਉਹਦੇ ਥਰੂ ਇੰਡੀਅਨ ਗਵਰਨਮੈਂਟ ਨੂੰ ਲਿਖੋ ਕਿ ਅਸੀਂ ਅੰਮ੍ਰਿਤਸਰ ਚਾਹੁੰਦੇ ਹਾਂ, ਇੱਥੇ ਏਅਰ ਕੈਨੇਡਾ ਆਉਣਾ ਚਾਹੁੰਦੀ ਹੈ, ਤੇ ਉਹ ਫਿਰ ਏਅਰ ਕੈਨੇਡਾ ਤਾਂ ਹੀ ਆ ਸਕਦੀ ਹੈ ਜਦੋਂ ਇਹ ਗੱਲਾਂ ਕਲੀਅਰ ਹੋਣਗੀਆਂ ਤੇ ਸਾਡੇ ਕੋਲ ਸਾਰਾ ਕੁਝ ਹੋਵੇਗਾ। ਅੱਛਾ, ਆਨੰਦਦੀਪ ਸਿੰਘ ਜੀ, ਤੁਸੀਂ ਇਸ ਦੇ ਵਿੱਚ ਹੋਰ ਕੋਈ ਗੱਲਬਾਤ ਕਰਨੀ ਚਾਹੋ? ਮੈਂ ਇਹਦੇ ਵਿੱਚ ਕੁਝ ਇੱਕ ਦੋ ਗੱਲਾਂ ਐਡ ਕਰਨੀਆਂ ਚਾਹਾਂਗਾ ਜੀ। ਬ੍ਰੈਡਵਿਚ ਉਹਨਾਂ ਨੇ ਇਹੀ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਮਿਨਿਸਟਰ ਐਲਗੈਬਰਾ ਨਾਲ ਇਨਫੋਰਮਲੀ ਕੀਤੀਆਂ ਨੇ, ਔਰ ਉਹ ਇਸ ਚੀਜ਼ ਦੀ ਵੇਟ ਕਰ ਰਹੇ ਨੇ ਕਿਉਂਕਿ ਪਟੀਸ਼ਨ ਜਦੋਂ ਉਹਨਾਂ ਨੇ ਰੇਜ਼ ਕੀਤਾ ਮੈਟਰ ਫਲੋਰ ਆਫ ਦਾ ਪਾਰਲੀਮੈਂਟ, ਸਰਕਾਰ ਕੋਲ ਜਿਹੜੇ ਨੇ ਕੁਝ ਸਮਾਂ ਹੁੰਦਾ ਹੈ ਰਿਪਲਾਈ ਦੇਣ ਦਾ, ਤੇ ਉਹ ਇਹਦੀ ਵੇਟ ਕਰ ਰਹੇ ਆ ਕਿ ਸਰਕਾਰ ਕੀ ਰਿਪਲਾਈ ਦਿੰਦੀ। ਇਨ ਦਾ ਮੀਨਵਾਈਲ ਉਹਨਾਂ ਨੇ ਏਅਰ ਕੈਨੇਡਾ ਨਾਲ ਵੀ ਮੀਟਿੰਗ ਕੀਤੀ ਹੈ, ਜੋ ਸਾਨੂੰ ਅਪਡੇਟ ਉਹਨਾਂ ਦੇ ਆਫਿਸ ਨੇ ਤੇ ਉਹਨਾਂ ਨੇ ਦਿੱਤਾ, ਤੇ ਇੰਡੀਆ ਦੇ ਹਾਈ ਕਮਿਸ਼ਨਰ ਨਾਲ ਵੀ ਮੀਟਿੰਗ ਕਰਨ ਉਹ ਜਾ ਰਹੇ ਨੇ, ਏਅਰ ਇੰਡੀਆ ਨਾਲ ਵੀ ਮੀਟਿੰਗ ਉਹਨਾਂ ਨੇ ਕਰਨੀ ਹੈ। ਸੋ ਸਾਰੇ ਚੈਨਲ ਸਾਰੇ ਜਗ੍ਹਾ ਨੂੰ ਅਪਰੋਚ ਕਰ ਰਹੇ ਨੇ, ਤੇ ਮੇਰੀ ਇਹੋ ਹੀ ਹੱਥ ਬੰਨ ਕੇ ਦੂਜੇ MP ਸਾਹਿਬਾਨ ਜਿਹੜੇ ਕਮਿਊਨਿਟੀ ਦੇ ਮੋਢੀ ਕਹੇ ਜਾਂਦੇ ਨੇ ਇੱਥੇ, ਉਹਨਾਂ ਨੂੰ ਬੇਨਤੀ ਹੈ ਕਿ ਪਾਰਟੀ ਬਾਜ਼ੀ ਵਿੱਚ ਨਾ ਪਿਆ ਜਾਏ। ਬਹੁਤ ਜ਼ਰੂਰੀ ਗੱਲ ਹੈ ਕਿ ਇਹ ਸਾਰੀ ਆਵਾਮ ਦਾ ਮੁੱਦਾ, ਪੰਜਾਬੀਆਂ ਦਾ ਮੁੱਦਾ, ਇਹਨੂੰ ਸਾਰੇ ਹੀ ਇਕੱਠੇ ਹੋ ਕੇ ਇਕਜੁੱਟ ਹੋ ਕੇ ਆਪਣੇ MP ਬ੍ਰੈਡਵਿਚ ਨੇ ਜੇ ਕੋਈ ਮੁਹਿੰਮ ਵੱਡੀ ਹੈ ਉਹਨਾਂ ਦੇ ਨਾਲ ਲੱਗਿਆ ਜਾਵੇ, ਔਰ ਇਹ ਨਾ ਵੇਖਿਆ ਜਾਵੇ ਕਿ ਉਹ ਲਿਬਰਲ ਪਾਰਟੀ ਦੇ ਬੰਦੇ ਨੇ, ਕੰਜ਼ਰਵੇਟਿਵ ਦੇ ਨੇ, ਸਾਰੇ ਜਣੇ ਇਕੱਠੇ ਹੋ ਕੇ ਮਿਨਿਸਟਰ ਐਲਗੈਬਰਾ ਦੇ ਕੋਲ ਜੋ ਚੀਜ਼ ਕਰਾਉਣੀ ਹੈ, ਜੋ ਪਰਮਿਸ਼ਨ ਲੈਣੀ ਹੈ, ਜੋ ਸਰਕਾਰ ਨੇ ਪਰਮਿਸ਼ਨ ਦੇਣੀ ਹੈ, ਉਹ ਲਈ ਜਾਏ। ਇਹਦਾ ਲਾਹਾ ਸਾਰਿਆਂ ਨੂੰ ਹੋਣਾ, ਮੈਨੂੰ ਜਾਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੂੰ ਇਕੱਲੇ ਨਹੀਂ ਹੋਣਾ, ਨਾ ਬ੍ਰੈਡਵਿਚ ਹੋਣਾ ਨੂੰ ਹੋਣਾ, ਨਾ ਸਰਾਏ ਸਾਹਿਬ ਨੂੰ ਹੋਣਾ, ਤੇ ਨਾ ਇਕੱਲੇ ਧਾਲੀਵਾਲ ਸਾਹਿਬ ਨੂੰ ਹੋਣਾ, ਨਾ ਸੱਜਣ ਜੀ ਨੂੰ ਹੋਣਾ, ਸਾਰਿਆਂ ਨੂੰ ਹੀ ਹੋਣਾ। ਇਸ ਕਰਕੇ ਇਕੱਠੇ ਲਾਮਬੰਦ ਹੋ ਕੇ ਇੱਕ ਆਵਾਜ਼ ਦੇ ਨਾਲ ਵੈਨਕੂਵਰ ਤੋਂ, ਟੋਰਾਂਟੋ ਤੋਂ, ਐਡਮਿੰਟਨ ਤੋਂ ਜਿਹੜੇ ਵੀ ਸਰੋਤੇ ਸਾਡੀ ਗੱਲਬਾਤ ਸੁਣ ਰਹੇ ਉਹ ਆਪਣੀ MP ਸਾਹਿਬਾਨ ਨੂੰ ਇਹ ਗੱਲ ਜਾ ਕੇ ਕਹਿਣ ਕਿ ਤੁਸੀਂ ਇਹ ਪਾਰਲੀਮੈਂਟ ਵਿੱਚ ਮੁੱਦਾ ਜੇ ਉੱਠ ਰਿਹਾ ਤੇ ਉਹਦੀ ਸਪੋਰਟ ਕਰੋ, ਉੱਥੇ ਇਹ ਆਵਾਜ਼ ਨੂੰ ਬੁਲੰਦ ਕਰੋ। ਹੁਣ ਹੀ ਟਾਈਮ ਹੈ ਕਿ ਇਹ ਆਵਾਜ਼ ਹੌਲੀ ਹੌਲੀ ਬੁਲੰਦ ਹੋ ਰਹੀ ਤੇ ਇਕੱਠੇ ਹੋਈਏ, ਲਾਮਬੰਦ ਹੋਈਏ, ਔਰ ਇਹ ਗੱਲ ਨੂੰ ਪੁਰਜ਼ੋਰ ਤਰੀਕੇ ਨਾਲ ਹਰ ਫੋਰਮ ਤੇ ਚੁੱਕੀਏ। ਸਵਾਲ ਇਸ ਚੀਜ਼ ਤੇ ਨਾ ਚੁੱਕੀਏ ਕਿ ਅੰਮ੍ਰਿਤਸਰ 에ਅਰਪੋਰਟ ਤੇ ਆਹ ਚੀਜ਼ ਹੈ ਜਾਂ ਨਹੀਂ ਹੈ, ਸਾਰਾ ਕੁਝ ਹੈ। ਮੈਂ ਤੁਹਾਨੂੰ ਇਹ ਗਰੰਟੀ ਦਿੰਦਾ ਕਿ ਉੱਥੇ ਚੀਜ਼ਾਂ ਹੋਰ ਇੰਪਰੂਵ ਹੋਣਗੀਆਂ ਜੇ ਚੀਜ਼ਾਂ ਉੱਥੇ ਨਹੀਂ ਹੋਣਗੀਆਂ, ਕਿਉਂਕਿ ਜਦੋਂ ਲੋਕ ਉੱਥੇ ਜਾਣਗੇ, ਕੁਐਸਚਨ ਚੁੱਕਣਗੇ ਕਿ ਆਹ ਚੀਜ਼ ਨਹੀਂ ਚੰਗੀ ਹੈ, ਫਿਰ ਸਰਕਾਰ ਕੋਲ ਵੀ ਇਹ ਮੁੱਦਾ ਬਾਰ-ਬਾਰ ਚੁੱਕਿਆ ਜਾਂਦਾ। ਔਰ ਅੱਗੇ ਵੀ ਉੱਥੋਂ ਦੇ MP ਸਾਹਿਬਾਨ ਗੁਰਜੀਤ ਔਜਲਾ ਜੀ ਹਮੇਸ਼ਾ ਇਸ ਚੀਜ਼ ਦੇ ਮੁੱਦੇ ਹੀ ਰਹੇ ਹਨ ਕਿ ਲੋਕਾਂ ਦਾ ਮਸਲਾ ਜਦੋਂ ਉਹਨਾਂ ਦੇ ਕੋਲ ਆਉਂਦਾ ਉਹ ਅੱਗੇ ਲੈ ਕੇ ਜਾਂਦੇ ਹਨ। ਹੋਲਡ ਕਰਿਓ ਜੀ, ਹੋਲਡ ਕਰਿਓ। ਸਿੱਧੂ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਗਿੱਲ ਸਾਹਿਬ, ਤੁਹਾਨੂੰ ਤੇ ਆਪਣੇ ਬਾਈ ਜੀ ਹੋਣੀ ਜਿੰਨੇ ਵੀ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਹਾਂ ਦੇਖੋ ਭਾਈ ਸਾਹਿਬ ਦੱਸ ਕੇ ਗਏ ਨੇ, ਪਹਿਲਾਂ ਵੀ ਅੱਗੇ ਸਿੰਗਾਪੁਰ 에ਅਰਲਾਈਨ ਚੱਲਦੀ ਸੀ ਡਾਇਰੈਕਟ ਵੈਨਕੂਵਰ ਤੋਂ ਕੋਰੀਆ, ਕੋਰੀਆ ਤੋਂ ਸਿੰਗਾਪੁਰ, ਖੈਰ ਉਹ ਲੰਬਾ ਰੂਟ ਸੀ, ਹੁਣ ਤਾਂ ਡਾਇਰੈਕਟ ਜਾਣ ਲੱਗੀ। ਤੇ ਜਦ ਜਿੰਨੀਆਂ ਵੀ ਤੁਸੀਂ ਰੂਟ ਦੇਖ ਲਓ, ਏਅਰ ਕੈਨੇਡਾ, ਏਅਰ ਇੰਡੀਆ, ਕਈ ਏਅਰਲਾਈਨਾਂ
ਸਾਰੀਆਂ ਪਾਕਿਸਤਾਨ ਤੇ ਅੰਮ੍ਰਿਤਸਰ ਦੇ ਉੱਤੋਂ ਦੀ ਜਾਂਦੀਆਂ ਨੇ ਬਿਲਕੁਲ। ਹਾਂ ਉਹੀ ਰੂਟ ਆ, ਉੱਥੇ 1 ਘੰਟਾ ਉਤਾਰ ਦੇਣ, ਉਹਦੇ ਚ ਕੀ ਵੱਡੀ ਗੱਲ ਆ। 에ਅਰ ਕੈਨੇਡਾ ਨੂੰ ਲਾ ਦੇਣ। 에ਅਰ ਇੰਡੀਆ ਜੇ ਦਿੱਲੀ ਉੱਤਰ ਕੇ ਬੰਬੇ ਜਾ ਸਕਦੀ ਆ, ਉਹਨਾਂ ਦਾ ਬੇਸ ਆ, ਅੰਮ੍ਰਿਤਸਰ ਵੀ ਉੱਤਰ ਹੀ ਸਕਦੀ ਆ। ਇਹ ਜ਼ਰੂਰ ਕਰਨਾ ਚਾਹੀਦਾ। ਕੋਈ ਵੀ ਅਸੀਂ MP ਸਾਹਿਬ ਨੂੰ ਬਹੁਤ ਸਾਲਾਂ ਤੋਂ ਲਿਖ ਕੇ ਦਿੱਤਾ ਵੀ ਭਾਈ ਕੋਈ 에ਅਰਲਾਈਨ ਲਾਓ ਜਿਹੜੀ ਸਾਡੇ ਪੰਜਾਬ 'ਚ ਉਤਰੇ ਕਿਤੇ। ਬਿਲਕੁਲ ਜੀ ਬਿਲਕੁਲ। ਹੁਣ ਜਿਹੜੀ ਨੰਦੇੜ ਦੀ ਫਲਾਈਟ ਹੈ ਉਹ ਅੱਗੇ ਬੰਬੇ ਜਾਂਦੀ ਆ। ਬੰਬੇ ਵਾਲੇ ਤਾਂ ਉਹਦੇ 'ਚ ਬੰਦੇ ਹੀ 5 ਹੁੰਦੇ ਨੇ, ਨੰਦੇੜ ਦੇ ਉਹਦੇ 'ਚ 250 ਬੰਦਾ ਹੁੰਦਾ, ਖਾਲੀ ਹੋ ਜਾਂਦਾ ਨੰਦੇੜ ਜਾ ਕੇ। ਉਹ ਫਲਾਈਟ ਜਿਹੜੀ ਅੰਮ੍ਰਿਤਸਰ ਦੀ ਉਹ ਅੰਮ੍ਰਿਤਸਰ ਟੂ ਬੰਬੇ ਹੀ ਲਿਖੀ ਹੁੰਦੀ ਆ, ਪਰ ਨੰਦੇੜ ਉਤਰਦੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਂ 'ਤੇ ਬਣਿਆ ਏਅਰਪੋਰਟ ਬੜਾ ਵਧੀਆ ਲੱਗਿਆ। ਅਖੀਰ 'ਚ ਮਾਈਕਲ ਕੀ ਕਹਿਣਾ ਚਾਹੁੰਦੇ ਹੋ? ਜੀ ਸਭ ਤੋਂ ਵੱਡੀ ਗੱਲ, ਬੜੀ ਸੋਹਣੀ ਗੱਲ ਕੀਤੀ ਸੀ ਕਿ ਫਲਾਈਟ ਜਿਹੜੀ ਹੈ ਇੱਥੋਂ ਹੀ ਪਤਾ ਲੱਗ ਜਾਂਦਾ ਕਿ ਪੋਟੈਂਸ਼ੀਅਲ ਕਿੰਨੀ ਹੈ। ਦੂਜੀ ਗੱਲ, ਹੁਣ ਕਿਸੇ 에ਅਰਲਾਈਨ ਨੂੰ ਡਾਟਾ ਨਹੀਂ ਚਾਹੀਦਾ ਕਿ ਅੰਮ੍ਰਿਤਸਰ ਪੋਟੈਂਸ਼ੀਅਲ ਕਿੰਨੀ, ਕਿਉਂਕਿ ਕੋਵਿਡ 2020 ਨੇ ਦੁਨੀਆ ਨੂੰ ਅੰਮ੍ਰਿਤਸਰ ਦੀ ਪੋਟੈਂਸ਼ੀਅਲ ਪੂਰੀ ਦੁਨੀਆ ਨੂੰ ਓਪਨ ਹੋ ਗਈ ਹੈ। ਬ੍ਰਿਟਨ 'ਚ ਵੀ ਓਪਨ ਹੋ ਗਈ, ਠੀਕ ਹੈ, ਕੈਨੇਡਾ ਵਿੱਚ ਵੀ ਇਹ ਸਾਰਿਆਂ ਨੂੰ ਪਤਾ ਲੱਗ ਚੁੱਕਾ। ਦੂਜੀ ਗੱਲ, ਜਿੱਥੋਂ ਤੱਕ ਰਹੀ ਫੈਸਿਲਿਟੀਜ਼ ਦੀ ਗੱਲ, ਤਾਂ ਆਲਰੇਡੀ ਏਅਰਪੋਰਟ ਪ੍ਰਾਈਵੇਟਾਈਜ਼ ਹੋਣ ਵਾਲਾ, ਤਾਂ ਡੈਫੀਨੇਟਲੀ ਫੈਸਿਲਿਟੀਜ਼ ਹੋਰ ਇੰਪਰੂਵ ਹੋਣ ਵਾਲੀਆਂ। ਸੋ ਇਹ ਗੱਲਾਂ ਜੋ ਪਿੱਛੇ ਛੱਡਦੇ ਹੋਏ ਸਾਨੂੰ ਇੱਕ ਪਰਟੀਕੁਲਰ ਧਿਆਨ ਦੇਣਾ ਚਾਹੀਦਾ, ਕਨਸੈਂਟਰੇਸ਼ਨ, ਕਿ ਆਪਾਂ ਏਅਰ ਕੈਨੇਡਾ ਨੂੰ ਜਾਂ ਏਅਰ ਇੰਡੀਆ ਨੂੰ ਇਹ ਮਤਲਬ ਰੂਟ ਤੇ ਪਰਟੀਕੁਲਰ ਅੰਮ੍ਰਿਤਸਰ, ਟੋਰਾਂਟੋ ਜਾਂ ਵੈਨਕੂਵਰ ਦੇ ਵਿੱਚ ਫਲਾਈਟ ਕਿੱਦਾਂ ਸਟਾਰਟ ਹੋ ਜਾਏ। ਕਿਉਂਕਿ ਜਿੱਦਣ ਕੰਮ ਹੋ ਗਿਆ, ਇਹ ਕਮਿਊਨਿਟੀ, ਪੰਜਾਬੀ ਕਮਿਊਨਿਟੀ ਦੀ ਬਹੁਤ ਵੱਡੀ ਜਿੱਤ ਹੋਏਗੀ। ਇਹ ਹੋਰ ਵੀ ਅਪਰੋਚ, ਜਿੱਦਾਂ UK ਦੇ ਵਿੱਚ ਤਨਮਨਜੀਤ ਸਿੰਘ ਢੇਸੀ ਨੇ ਐਫਰਟ ਲਾਇਆ, ਇਸੇ ਤਰ੍ਹਾਂ ਹੀ ਐਫਰਟਸ ਕੈਨੇਡਾ ਤੋਂ ਵੀ ਲੋੜ ਸੀਗੀ, ਹਾਲਾਂਕਿ ਉਹ ਐਫਰਟ ਨਹੀਂ ਹੋਏ, ਬਟ ਆਪਣੇ ਸਾਰੇ ਲੋਕ ਬਹੁਤ ਐਫਰਟ ਕਰ ਰਹੇ ਨੇ, ਤਮਾਮ ਮੀਡੀਆ ਅਦਾਰੇ ਪੰਜਾਬੀ ਦੇ, ਖਾਸ ਤੌਰ ਤੇ ਤੁਸੀਂ ਸਭ, ਤੇ ਡੈਫੀਨੇਟਲੀ ਇਹ ਕੰਮ ਹੋ ਜਾਏਗਾ। ਅਸੀਂ ਗੁਰੂ ਰਾਮਦਾਸ ਜੀ ਦੇ ਅੱਗੇ ਮਿਹਰ ਅਰਦਾਸ ਕਰਦੇ ਹਾਂ ਕਿ ਕੰਮ ਹੋ ਜਾਵੇ, ਤੇ ਬਾਕੀ ਆਪਣੇ ਲੋਕ ਸਾਰੇ ਸਾਥ ਦੇਣ, ਆਪਣੇ ਮੈਂਬਰ ਆਫ ਪਾਰਲੀਮੈਂਟ ਨੂੰ ਅਪਰੋਚ ਕਰਨ, ਬੇਨਤੀਆਂ ਕਰਨ ਕਿ ਉਹ ਤੁਸੀਂ ਬ੍ਰੈਗਜ਼ਿਟ ਨੂੰ ਸਪੋਰਟ ਕਰੋ, ਜਿਹੜੇ ਉਹਨਾਂ ਨੋਬਲ ਕਾਜ਼ ਚੁੱਕਿਆ ਕਮਿਊਨਿਟੀ ਦਾ ਇਹ ਫਲਾਈਟਸ ਲਈ ਪਰਟੀਕੁਲਰ, ਤੇ ਇਹਦੇ ਲਈ ਉਹਨਾਂ ਦਾ ਸਾਥ ਦੇਣ। ਤੇ ਨਾਲ ਜਿਹੜੇ ਉਮਰ ਅਲਗੈਬਰਾ ਨੇ, ਖਾਸ ਤੌਰ ਤੇ ਮਿਸੀਸਾਗਾ ਸੈਂਟਰ ਤੋਂ ਮੈਂਬਰ ਆਫ ਪਾਰਲੀਮੈਂਟ ਹੈ ਤੇ ਮਿਨਿਸਟਰ ਆਫ ਟਰਾਂਸਪੋਰਟ ਵੀ ਹੈ, ਉਹਨਾਂ ਨੂੰ ਅੰਮ੍ਰਿਤਸਰ ਰਿਗਾਰਡਿੰਗ ਕੁਐਸਚਨ ਕਰਨ ਕਿ ਇਹ ਅੰਮ੍ਰਿਤਸਰ ਜਾ ਸਕਦੀ ਹੈ, ਕਿਹੜੇ ਪੁਆਇੰਟ ਤੇ ਜਾ ਸਕਦੀ, ਤਾਂ ਕਿ ਇਹ ਗੱਲ ਕਲੀਅਰ ਹੋ ਸਕੇ। ਬਾਕੀ ਇਹ ਮੁੱਦਾ ਬਹੁਤ ਅਹਿਮ ਹੈ, ਸਾਰਿਆਂ ਨੂੰ ਰਲ ਕੇ ਸਾਥ ਦੇਣਾ ਚਾਹੀਦਾ ਤੇ ਫਤਿਹ ਕਰਨਾ ਚਾਹੀਦਾ। ਥੈਂਕ ਯੂ ਮਾਈਕਲ। ਅਨੰਦਦੀਪ ਸਿੰਘ ਜੀ ਢਿੱਲੋਂ, ਧੰਨਵਾਦ। ਹੁਣ ਮੇਰੇ ਨਾਲ ਸਮੀਪ ਹੋਣੀ ਨੇ, ਮੈਂ ਉਹਨਾਂ ਨੂੰ 2 ਮਿੰਟ ਦੇਣਾ ਚਾਹੁੰਦਾ, ਮੇਰੇ ਕੋਲ 2 ਮਿੰਟ ਬਚਿਆ, ਫਿਰ ਕਿਸੇ ਦਿਨ ਗੱਲਬਾਤ ਕਰਾਂਗੇ। ਢਿੱਲੋਂ ਸਾਹਿਬ, ਸਮੀਪ ਸਿੰਘ ਜੀ, ਗੱਲਬਾਤ ਮੈਂ ਅਨੰਦਦੀਪ ਸਿੰਘ ਢਿੱਲੋਂ ਤੇ ਮਾਈਕਲ ਰੌਲ ਉਹਨਾਂ ਨਾਲ ਕਰ ਰਿਹਾ ਸੀ। ਤੁਸੀਂ ਇਹਦੇ ਵਿੱਚ ਕੀ, ਹੁਣ ਸਾਰੀ ਗੱਲ ਪਤਾ ਲੱਗ ਗਈ, ਬ੍ਰੈਡਵਿਸ ਨੇ ਇਸ ਦੇ ਬਾਰੇ ਪਟੀਸ਼ਨ ਕਰ ਦਿੱਤੀ, ਤੁਸੀਂ ਰਾਈਟ ਆਫ ਇਨਫੋਰਮੇਸ਼ਨ ਦੇ ਥੱਲੇ 2018 'ਚ ਪਤਾ ਕਰ ਲਿਆ ਵੀ ਇੰਡੀਅਨ ਗਵਰਨਮੈਂਟ ਵੱਲੋਂ ਕੋਈ ਇਸ਼ੂ ਨਹੀਂ। ਹੁਣ ਅਖੀਰ ਦੇ ਵਿੱਚ ਇਸ ਨੂੰ ਸਮ ਅਪ ਕਰਿਓ, ਮੇਰੇ ਕੋਲ ਸਮਾਂ ਘੱਟ ਗਿਆ, ਸੌਰੀ, ਫਿਰ ਕਿਸੇ ਦਿਨ ਗੱਲ ਕਰਾਂਗੇ ਵੀ ਹੁਣ ਪਬਲਿਕ ਨੂੰ, ਸੁਣਨ ਵਾਲਿਆਂ ਨੂੰ ਕੀ ਕਰਨਾ ਚਾਹੀਦਾ ਜੀ ਵੀ ਸਾਡੀਆਂ ਫਲਾਈਟਸ ਉੱਥੇ ਜਾਣ ਲੱਗ ਜਾਣ। ਹਾਂਜੀ ਜੀ, ਪਹਿਲਾਂ ਤੇ ਜਿਸ ਤਰ੍ਹਾਂ ਆਪਾਂ ਗੱਲਬਾਤ ਕਰ ਰਹੇ ਹਾਂ, ਪਬਲਿਕ ਅਵੇਅਰ ਹੋ ਰਹੀ ਹੈ, ਤੇ ਅਨੰਤ ਨੇ ਵੀ ਕਿਹਾ ਹੁਣੇ, ਸਾਨੂੰ MP ਜਿਹੜੇ ਭਾਵੇਂ ਕੋਈ ਵੀ ਨੇ, ਉਹਨਾਂ ਨੂੰ ਜ਼ਰੂਰ ਜਾਣਾ ਚਾਹੀਦਾ। ਇਹ ਜਿਹੜੇ ਕਹੀ ਜਾਂਦੇ ਨੇ ਪ੍ਰਾਈਵੇਟ 에ਅਰਲਾਈਨ ਹੈ ਉਹਨੂੰ ਆਰਡਰ ਨਹੀਂ ਕਰ ਸਕਦੇ, ਇਹ ਕੋਈ ਗੱਲ ਨਹੀਂ ਹੈ ਜੀ। ਹਰ MP ਜਿਹੜਾ ਹੁੰਦਾ ਚਾਹੁੰਦਾ ਮੇਰੇ ਇਲਾਕੇ 'ਚ ਬਿਜ਼ਨਸ ਆਵੇ, ਮੇਰੀ ਉਹਦੀ ਆਵਾਜ਼ ਜਾਵੇ। ਸੋ ਇਹ ਸਾਰੇ ਜਿਹੜੇ ਲੋਕ ਕਹਿ ਰਹੇ ਨੇ ਉਹਨਾਂ ਤੱਕ ਜ਼ਰੂਰ ਸਾਰੇ ਜਣੇ ਇਕੱਠੇ ਹੋ ਕੇ, ਤੇ ਮੈਂ ਇਹਨਾਂ ਨੂੰ ਇਹ ਬੇਨਤੀ ਕਰਾਂਗਾ ਇਹ ਸਾਰੇ ਇਕੱਠੇ ਹੋ ਕੇ ਤੇ ਏਅਰ ਕੈਨੇਡਾ ਨੂੰ ਇੱਕ ਰਿਪਰੈਜ਼ੈਂਟੇਸ਼ਨ ਲਿਖਣ ਕਿ ਸਾਡੇ ਇੰਨੇ ਲੱਖ ਲੋਕ ਬਣਦੇ ਨੇ ਤੇ ਉਹ ਪੰਜਾਬ ਜਾਂਦੇ ਨੇ। ਸੋ ਇਹਦੇ ਵਿੱਚ ਦੂਜੀ ਗੱਲ ਜਿਹੜੀ ਸੀ ਗੱਲ ਕਰੇ ਬਾਇਲੇਟਰਲ ਦੀ, ਜਾਂ ਕਿਸ ਤਰ੍ਹਾਂ ਅੰਮ੍ਰਿਤਸਰ ਐਡ ਹੋਣਾ, ਅੱਜ ਜੇ ਏਅਰ ਕੈਨੇਡਾ ਅਪਲਾਈ ਕਰੇ ਤੇ ਜ਼ਰੂਰ ਜਦੋਂ ਪਤਾ ਲੱਗ ਜਾਏਗਾ ਕਿ ਸਲੋਟ ਕਿਸ ਤਰ੍ਹਾਂ ਮਿਲਦੇ ਨੇ, ਕੀ ਨੇ। ਜੇ ਉਹ ਇੰਡੀਆ ਨਾ ਕਰਦੀ ਹੈ ਸਲੋਟ ਦੀ, ਫਿਰ ਇੰਡੀਆ ਨਾਲ ਗੱਲਬਾਤ ਹੋਵੇ। ਪਰ ਏਅਰ ਕੈਨੇਡਾ ਪਹਿਲਾਂ ਕਵੇ ਤੇ ਸਹੀ ਕਿ ਅਸੀਂ ਹਾਂ ਜੀ 28 ਅਕਤੂਬਰ ਤੋਂ ਜਿਹੜਾ ਵਿੰਟਰ ਸੀਜ਼ਨ ਹੈ ਉਤੋਂ ਅਸੀਂ ਫਲਾਈਟ ਲੈਣ ਨੂੰ ਤਿਆਰ ਹਾਂ। ਸੋ ਹੁਣ ਟਾਈਮ ਆ ਗਿਆ। ਸਾਡੇ MP ਸਰਾਏ ਜੀ ਪਿੱਛੇ ਜਾ ਕੇ ਆ ਕੇ ਕਹਿ ਕੇ ਵੀ ਗਏ ਸੀ ਕਿਤੇ ਇੱਕ ਚੈਨਲ ਤੇ ਕਿ ਏਅਰ ਕੈਨੇਡਾ ਵੇਟ ਕਰ ਰਹੀ ਹੈ ਕਿ ਕੋਵਿਡ ਦਾ ਟਾਈਮ ਤੋਂ ਪਹਿਲਾਂ ਦੀ ਫਲਾਈਟਾਂ ਹੋ ਜਾਣ। ਮੈਂ ਇਹੋ ਬੇਨਤੀ ਕਰਾਂਗਾ ਉਹਨਾਂ ਨੂੰ ਵੀ ਤੁਹਾਡੇ ਰਾਹੀਂ ਕਿ ਹੁਣ ਪ੍ਰੀ ਕੋਵਿਡ ਟਾਈਮ ਤੋਂ ਫਲਾਈਟਾਂ ਸਾਰੀਆਂ ਸ਼ੁਰੂ ਹੋ ਗਈਆਂ ਨੇ। ਸੋ ਪਲੀਜ਼ ਹੁਣ ਟਾਈਮ ਆ ਗਿਆ ਕਿ ਏਅਰ ਕੈਨੇਡਾ ਨੂੰ ਕਿਹਾ ਜਾਵੇ ਕਿ ਇਸ ਪਾਸੇ ਵੱਲ ਧਿਆਨ ਦੇ ਕੇ, ਉਹਨਾਂ ਨੇ ਆਲਰੇਡੀ ਕਿਹਾ ਵਾ, ਇਟਸ ਅ ਗੁੱਡ ਮਾਰਕੀਟ। ਸੋ ਦੂਜੀ ਗੱਲ, ਜਿਸ ਤਰ੍ਹਾਂ ਸਾਨੂੰ ਸਾਡੀ ਸਪੋਰਟ ਮਿਲ ਰਹੀ ਹੈ ਤੁਹਾਡੇ ਵੱਲੋਂ ਸਾਰਿਆਂ ਵੱਲੋਂ, ਤੇ ਉਹਦੇ ਲਈ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ। ਤੇ ਜ਼ਰੂਰ ਇਸ ਬਾਰੇ ਹੋਰ ਲੰਬੀ ਗੱਲਬਾਤ ਜਿਹੜੇ ਟੈਕਨੀਕਲ ਉਹਨੇ ਕਿਸੇ ਨੇ ਗੱਲ ਕੀਤੀ ਹੈ, ਗਿੱਲ ਸਾਹਿਬ, ਅੰਮ੍ਰਿਤਸਰ ਸਿੰਗਾਪੁਰ ਵੈਨਕੂਵਰ ਸਿਰਫ 4 ਘੰਟੇ ਰੁਕਣਾ ਹੈ, ਤੇ ਅੰਮ੍ਰਿਤਸਰ ਵੈਨਕੂਵਰ ਤੁਸੀਂ ਹੁਣ ਸਿਰਫ 22-23 ਘੰਟੇ 'ਚ ਪਹੁੰਚ ਸਕੋਗੇ। ਦਿੱਲੀ ਜਾਣ ਦੀ ਲੋੜ ਨਹੀਂ ਹੈ। ਸਾਡੀ ਸਵੇਰੇ ਮੀਟਿੰਗ ਹੋਈ ਹੈ ਉਹਨਾਂ ਨਾਲ, ਤੁਸੀਂ ਫਿਰ ਵੈਨਕੂਵਰ ਤੋਂ ਹਾਲੇ ਸਿੰਗਾਪੁਰ ਤੁਹਾਨੂੰ ਫਿਰ ਰਾਤ ਨੂੰ ਰਹਿਣਾ, ਥੋੜਾ ਸਮਾਂ ਖਲੋਣਾ ਪੈਂਦਾ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਮੂਥਲੀ ਕਨੈਕਸ਼ਨ ਮਿਲ ਜਾਏ, ਇੱਕ ਸਟਾਪ ਪਾ ਕੇ ਵੀ। ਤੇ ਉਹਨਾਂ ਨਾਲ ਕੁਝ ਹਫ਼ਤੇ ਤੱਕ ਸਾਡੀ ਮੀਟਿੰਗ ਹੈ ਕਿ ਕਿਸ ਤਰ੍ਹਾਂ ਇਹਨੂੰ ਟਾਈਮਿੰਗ ਨੂੰ ਠੀਕ ਕੀਤਾ ਜਾ ਸਕੇ। ਜਦ ਏਅਰ ਕੈਨੇਡਾ ਵੇਖੇਗੀ ਸਾਡੀਆਂ ਸਵਾਰੀਆਂ ਸਕੂਟ ਵੱਲ ਜਾ ਰਹੀਆਂ, ਸਿੰਗਾਪੁਰ ਵੱਲ ਜਾ ਰਹੀਆਂ ਨੇ, ਆਪਣੇ ਆਪ ਫਿਰ ਉਹ ਦੇਖਣਗੇ। ਸੋ ਇਹ ਵੀ ਸਾਡਾ, ਅਸੀਂ ਨਾਲ ਦੀ ਨਾਲ ਪੈਰਲਲ ਕੰਮ ਕਰ ਰਹੇ ਨੇ, ਪਰ ਸਾਡਾ ਟੀਚਾ ਹੈ ਗੁਰੂ ਰਾਮਦਾਸ ਦੀ ਨਗਰੀ ਨੂੰ, ਪੰਜਾਬ ਨੂੰ ਸਿੱਧਾ ਪਹੁੰਚਿਆ ਜਾ ਸਕੇ। ਧੰਨਵਾਦ ਜੀ।
ਧੰਨਵਾਦ ਜੀ ਸਮੀਪ ਜੀ, ਤੁਹਾਡੇ ਕੰਮ ਇਹ ਮਿਹਨਤ ਜੀ ਹੁਣ ਫਲ ਪੈ ਰਿਹਾ। ਤੇ ਫਿਰ ਕਿਸ ਦਿਨ ਛੇਤੀ 2-4 ਦਿਨ 'ਚ ਖੁੱਲ੍ਹਾ ਤੁਹਾਡੇ ਨਾਲ ਸਮਾਂ ਲੈ ਕੇ ਗੱਲ ਕਰਾਂਗਾ ਜੀ। ਧੰਨਵਾਦ, ਬਹੁਤ ਬਹੁਤ ਧੰਨਵਾਦ। ਸਮੀਪ ਸਿੰਘ ਗਮਟਾਲਾ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਤੋਂ। ਲਓ ਜੀ, ਕੱਲ੍ਹ ਨੂੰ ਮੁੜਦੇ ਹਾਂ ਫਿਰ। ਰੱਬ ਰਾਖਾ, ਸਿਹਤ ਠੀਕ ਰਹੀ, ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗਾ। ਜੇ ਢਿੱਲ ਮੱਸ ਹੋ ਗਈ ਫਿਰ ਰੱਬ ਜਾਣਦਾ।